सोने रंगियां कणकां मेरियां वे लहराउण गियां, सोने रंगियां कणकां मेरियां वे लहराउण गियां। कणकां दे अंबार लगणगे वेड़े साडे बाग लगणगे, कणकां दे अंबार लगणगे वेड़े साडे बाग लगणगे। खुशियां नचदियां टपदियां वे वेड़े आउणगियां, सोने रंगियां कणकां मेरियां वे लहराउणगियां। कणकां दे अंबार लगणगे वेड़े साडे बाग लगणगे, कणकां दे अंबार लगणगे वेड़े साडे बाग लगणगे। खुशियां नचदियां टपदियां वे वेड़े आउणगियां, सोने रंगियां कणकां मेरियां वे लहराउणगियां, लहराउणगियां, लहराउणगियां। पहले आलमी पंजाबी ऑनलाइन थिएटर फैसटीवल च वी मंच अपने गोल्डन एपीसोड च आप सब नूं निੱਘਾ सद्दा दिंदा है। साडे पंजाबी नाटकां दे इतिहास दे विच पहली वार 3 पंजाबी नाटक रिलीज होण जा रहे ने ऑनलाइन। सांदलबार जिस दे रचनाकार ने हरजीत सिंह, इस विच ने 3 पंजाबी नाटक सांदलबार, अगन पंखेरू ते रसालू। पंजाबी रंगमंच दी इस इतिहासिक घड़ी दे तुसीं भी गवाह बन सकदे हो। फेसबुक ते लाइव जुड़ के 9 अगस्त नूं भारती समय अनुसार बोहेमियंस दे पेज ते रात 8 बजे, पाकिस्तानी समय अनुसार आजाद थिएटर दे पेज ते शाम 7:30 बजे, पंजाबी आर्ट्स एसोसीएशन कनेडा दे पेज ते सवेरे 10:30 बजे ते द हाउस ऑफ थेस्पियन दे पेज दे उत्ते आस्ट्रेलिया दे विच रात 12 बजे। हुमा के जुड़ो वी मंच दे इस इतिहासिक गोल्डन एपीसोड दे नाल। ਦੋਸਤੋ ਵੀ ਮੰਚ ਦੇ ਪਲੇਟਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਔਰ ਤੁਸੀਂ ਆਨੰਦ ਮਾਣ ਰਹੇ ਹੋ ਪਿਛਲੇ 26 ਜੂਨ ਤੋਂ ਪਹਿਲੇ ਅੰਤਰਰਾਸ਼ਟਰੀ ਆਨਲਾਈਨ ਪੰਜਾਬੀ ਥੀਏਟਰ ਫੈਸਟੀਵਲ, ਪਿਛਲੇ 21 ਜੂਨ ਤੋਂ ਪਹਿਲੇ ਅੰਤਰਰਾਸ਼ਟਰੀ ਆਨਲਾਈਨ ਪੰਜਾਬੀ ਥੀਏਟਰ ਫੈਸਟੀਵਲ ਦਾ, ਔਰ ਇਹ ਥੀਏਟਰ ਫੈਸਟੀਵਲ ਦਾ ਅੱਜ 48ਵਾਂ ਦਿਨ ਹੈ। ਔਰ ਪਿਛਲੇ 47 ਦਿਨ ਤੁਸੀਂ ਵੱਖ-ਵੱਖ ਸ਼ਖਸੀਅਤਾਂ ਦੇ ਸੁਨਹਿਰੀ ਬੋਲ ਸੁਣੇ, ਵੱਖ-ਵੱਖ ਕਲਾਕਾਰਾਂ ਦੇ ਨਾਲ ਗੱਲਬਾਤ ਨੂੰ ਸੁਣਿਆ, ਉਹਨਾਂ ਦੇ ਦੁਆਰਾ ਪੇਸ਼ ਨਜ਼ਰ ਦੇ ਵਿੱਚ ਉਹਨਾਂ ਦੀਆਂ ਪੇਸ਼ਕਾਰੀਆਂ ਨੂੰ ਵੀ ਤੁਸੀਂ ਵੇਖਿਆ ਔਰ ਭਰਵਾਂ ਹੁੰਗਾਰਾ ਦਿੱਤਾ। ਔਰ ਇਹਨਾਂ 47 ਦਿਨਾਂ ਦੇ ਵਿੱਚ ਤੁਸੀਂ 94 ਕਲਾਕਾਰਾਂ ਨੂੰ ਜਾਂ ਆਰਟਿਸਟਾਂ ਨੂੰ ਜਾਂ ਫਿਰ ਉਹਨਾਂ ਸ਼ਖਸੀਅਤਾਂ ਨੂੰ ਮਿਲ ਚੁੱਕੇ ਹੋ ਜਿਨ੍ਹਾਂ ਨੇ ਨਾਟਕ ਦੇ ਖੇਤਰ ਦੇ ਵਿੱਚ ਆਪਣਾ ਜੀਵਨ ਦਿੱਤਾ ਜਾਂ ਫਿਰ ਆਪਣਾ ਜੀਵਨ ਲਗਾ ਰਹੇ ਨੇ। ਔਰ ਵੱਖ-ਵੱਖ ਸ਼ਖਸੀਅਤਾਂ ਜਿਨ੍ਹਾਂ ਨੇ ਇਸ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਵੀ ਖੱਟਿਆ ਔਰ ਬਹੁਤ ਮਿਹਨਤ, ਲਗਨ ਤੇ ਤਨਦੇਹੀ ਦੇ ਨਾਲ ਕੰਮ ਕਰਕੇ ਆਪਣੇ ਆਪ ਨੂੰ ਸਮਰਪਿਤ ਕੀਤਾ ਇਸ ਖੇਤਰ ਨੂੰ, ਉਹਨਾਂ ਦੇ ਕੋਲੋਂ ਅਸੀਂ ਸੁਨਹਿਰੀ ਬੋਲ ਸੁਣਦੇ ਹਾਂ। ਤੁਸੀਂ ਜਾਣਦੇ ਹੋ ਕਿ ਸਾਡੇ ਇਸ ਪ੍ਰੋਗਰਾਮ ਦੇ 4 ਸੈਗਮੈਂਟ ਹੁੰਦੇ ਨੇ। ਪਹਿਲਾ ਸੈਗਮੈਂਟ ਹੁੰਦਾ ਸੁਨਹਿਰੀ ਬੋਲ, ਦੂਸਰਾ ਰੂਬਰੂ, ਤੀਸਰਾ ਪੇਸ਼ੇ ਨਜ਼ਰ ਤੇ ਚੌਥਾ ਹੁੰਦਾ ਚਰਚਾ, ਜਿਹਦੇ ਵਿੱਚ ਅਸੀਂ 4 ਸੈਗਮੈਂਟ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਨਾਲ ਗੱਲਬਾਤ ਕਰਦੇ ਹਾਂ। ਰੂਬਰੂ ਦੇ ਵਿੱਚ ਅਸੀਂ ਕਿਸੇ ਨਵੇਂ ਕਲਾਕਾਰ ਨੂੰ, ਵੈਸੇ ਉਹ ਨਵਾਂ ਕਲਾਕਾਰ ਤਾਂ ਨਹੀਂ ਹੁੰਦਾ, ਪਿਛਲੇ ਲੰਬੇ ਸਮੇਂ ਤੋਂ ਇਸ ਖੇਤਰ ਦੇ ਨਾਲ ਜੁੜਿਆ ਹੁੰਦਾ, ਪਰ ਦਰਸ਼ਕਾਂ ਦੇ ਸਾਰਿਆਂ ਦੇ ਸਾਹਮਣੇ ਕਈ ਵਾਰ ਉਹ ਕਈ ਕਾਰਨਾਂ ਕਰਕੇ ਨਹੀਂ ਆ ਪਾਉਂਦਾ। ਔਰ ਇਹ ਵਰਚੁਅਲ ਜੋ ਪਲੇਟਫਾਰਮ ਹੈ ਉਹਦੇ ਜ਼ਰੀਏ ਅਸੀਂ ਉਹਨਾਂ ਕਲਾਕਾਰਾਂ ਨੂੰ ਵੀ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ।
ਸੁਨਹਿਰੀ ਬੋਲ ਅੱਜ ਜਿਸ ਸ਼ਖਸੀਅਤ ਦੇ ਮੂੰਹੋਂ ਅਸੀਂ ਸੁਣਾਂਗੇ ਉਹ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਪੰਜਾਬੀ ਥੀਏਟਰ ਦੇ ਖੇਤਰ ਦੇ ਵਿੱਚ ਬਹੁਤ ਨਾਮ ਨਾ ਖੱਟਿਆ। ਉਹਨਾਂ ਨੇ ਬਹੁਤ ਸਾਰੇ ਕਲਾਕਾਰ ਪੈਦਾ ਕੀਤੇ ਨੇ ਜਿਨ੍ਹਾਂ ਨੂੰ ਤੁਸੀਂ ਅੱਜ ਕੱਲ੍ਹ ਫਿਲਮਾਂ ਦੇ ਵਿੱਚ ਵੇਖਦੇ ਹੋ, ਜਿਨ੍ਹਾਂ ਵਿੱਚ ਬੀ.ਐਨ. ਸ਼ਰਮਾ, ਸੁਦੇਸ਼ ਸ਼ਰਮਾ, ਪ੍ਰਦੀਪ ਸ਼ਰਮਾ, ਜਗਜੀਤ ਸੰਧੂ, ਡਾਕਟਰ ਕੁਲਵੀਰ ਔਰ ਹੋਰ ਬਹੁਤ ਸਾਰੇ ਅਜਿਹੇ ਕਲਾਕਾਰ ਜਿਨ੍ਹਾਂ ਨੂੰ ਤੁਸੀਂ ਅਕਸਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਟੀਵੀ ਦੇ ਪ੍ਰੋਗਰਾਮ ਦੇ ਵਿੱਚ, ਕਿਸੇ ਸੀਰੀਅਲ ਦੇ ਵਿੱਚ ਜਾਂ ਕਿਸੇ ਫਿਲਮ, ਪੰਜਾਬੀ ਫਿਲਮ ਜਾਂ ਹਿੰਦੀ ਫਿਲਮਾਂ ਦੇ ਵਿੱਚ ਵੇਖਦੇ ਸੁਣਦੇ ਹੋ। ਅਜਿਹੇ ਕਲਾਕਾਰ ਜਿਹੜੇ ਨੇ ਉਹਨਾਂ ਨੇ ਪੈਦਾ ਕੀਤੇ ਨੇ, ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਔਰ ਅੱਜ ਉਹਨਾਂ ਦੇ ਲਗਾਏ ਹੋਏ ਬੂਟੇ ਜਿਹੜੇ ਨੇ ਫਲ ਫੁੱਲ ਰਹੇ ਨੇ ਔਰ ਉਹਨਾਂ ਫਲ ਫੁੱਲ ਰਹੇ ਬੂਟਿਆਂ ਨੂੰ ਵੇਖ ਕੇ ਅਜਿਹਾ ਮਾਲੀ ਕਿਉਂ ਖੁਸ਼ ਨਹੀਂ ਹੋਏਗਾ। ਤੇ ਫਿਰ ਸਾਡੇ ਕੋਲ ਅੱਜ ਦੀ ਪੇਸ਼ੇ ਨਜ਼ਰ ਦੇ ਵਿੱਚ ਜਿਹੜੀ ਪੇਸ਼ਕਾਰੀ ਹੋਏਗੀ, ਅਸੀਂ ਗੱਲਬਾਤ ਵੀ ਕਰਾਂਗੇ, ਰੂਬਰੂ ਦੇ ਵਿੱਚ ਚਰਚਾ ਵੀ ਹੋਏਗੀ। ਉਸ ਪੇਸ਼ਕਾਰੀ ਦੇ ਬਾਰੇ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਕਲਾਕਾਰ ਬਲਜੀਤ ਮੋਗਾ ਜੀ, ਜਿਨ੍ਹਾਂ ਦੇ ਕੋਲੋਂ ਅਸੀਂ ਉਹਨਾਂ ਦੇ ਜੀਵਨ ਦੇ ਬਾਰੇ, ਇਸ ਥੀਏਟਰ ਦੇ ਸਫ਼ਰ ਬਾਰੇ ਗੱਲਬਾਤ ਕਰਾਂਗੇ। ਇਹ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਆਪਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸਭ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਸੁਨਹਿਰੀ ਬੋਲ ਸ਼੍ਰੀ ਉਮੇਸ਼ ਕਾਂਤ ਜੀ ਕੋਲੋਂ। नमस्कार। वीर रंगमंच को मेरी तरफ से बहुत बहुत मुबारक कि जो आपने ये कदम उठाया डिजिटल पे और ये जो आप फर्स्ट इंटरनेशनल थिएटर फेस्टिवल डिजिटल पर दिखा रहे हैं, उसके लिए आपको और आपकी सारी टीम को मैं बहुत बहुत मुबारक देता हूँ। अब हम रंगमंच की बात करते हैं। रंगमंच कोई आज के युग की देन नहीं है। रंगमंच देन है उस युग की, देवताओं के युग की, जबकि पहला रंगमंच के ऊपर जो परफॉर्मेंस हुई वो इंद्र के दरबार में पहली परफॉर्मेंस थी। तो इससे आप अंदाज़ा लगा सकते हैं कि रंगमंच की जो जड़्स हैं, रूट्स हैं, वो कितनी गहरी हैं। अब हम रंगमंच के बारे में, अगर इतनी रूट्स इसकी गहरी हैं, तो मैं ये भी कहना चाहूँगा कि इसकी रूट्स को और पानी दीजिए ताकि ये और आगे बढ़े और फले फुलाए। और उसमें जो मदद है, उसको पानी देने का जो काम है, वो सरकार कर सकती है। सरकार की बहुत सारी पॉलिसीज़ होती हैं, एजुकेशन पॉलिसीज़ होती हैं, पेट्रोलियम पॉलिसीज़ होती हैं, ट्रांसपोर्ट की पॉलिसीज़ होती हैं। तो ये इसकी कल्चर्स की क्यों नहीं कोई पॉलिसी? तो मैं ये सरकार से भी निवेदन करूंगा कि एक ऐसी पॉलिसी बनाएं जिसमें हर कलाकार को उसका हक मिले। मेरा कहने का मतलब है कि हर स्टेट में एक ड्रामा रेperटरी होनी चाहिए, जिसके अंदर जो ये डिपार्टमेंट, यूनिवर्सिटीज़ के अंदर अलग अलग थिएटर्स के डिपार्टमेंट स्कूलें हैं, नेशनल स्कूल ऑफ ड्रामा है, इंडियन थिएटर है, पंजाबी यूनिवर्सिटी के अंदर है, ऐसे ना जाने कितनी यूनिवर्सिटियों में थिएटर डिपार्टमेंट्स हैं और वहाँ से लोग स्टडी करके बाहर आते हैं। उनका क्या फ़ायदा है अगर वो वहाँ से पढ़ने के बाद उनको कोई काम नहीं मिलता, कोई नौकरी नहीं मिलती? तो वो डिपार्टमेंट बंद कर देनी चाहिए। और अगर बंद नहीं कर सकते तो सरकार को कल्चर पॉलिसी बनानी चाहिए और हर स्टेट में ड्रामा रेperटरी होनी चाहिए, जिसके अंदर वहीं से नहीं, पास आउट ही नहीं, जो एक्सपीरियंस थिएटर के एक्टर्स हैं उनको भी जगह मिले, उनको भी काम मिले। ये मेरी सरकार से गुजारिश है। अब रंगमंच आजकल बंद है, आप सब तकलीफ में हैं, लेकिन मैं इसे बंद नहीं कहूँगा। मैं कहूँगा यही मौका है आपके लिए कुछ करने का। जो राइटर्स हैं उनको नए नए आइडियाज़ आ रहे हैं इस कोविड के अंदर, उसके ऊपर काम करना चाहिए।
जो एक्टर्स हैं उनको ऑब्जर्व करना चाहिए कि एक दूसरे से मिलते हुए आजकल हम कितना डरते हैं। ये एक ऑब्जर्वेशन है उनके लिए, उसको अपने जहन में डालिए। और जो डायरेक्टर हैं, लेखक और एक्टर को एक दिशा दें, एक डायरेक्शन दें उसको आगे बढ़ने की। तो यह रंगमंच बहुत आगे बढ़ जा सकता है। आप लोग घबराइए मत। जो चीज़ आई है वो जाएगी, और जो जाएगी वो दोबारा फिर आएगी, ये असूल है। तो जो आज कोविड की वजह से हम लोग घर में बैठे हैं, हम कुछ कर नहीं पा रहे, वो वक्त आएगा। जैसे सुबह आती है रात आती है, रात आती है तो सुबह आती है, इसलिए वो वक्त फिर लौट कर आएगा जब आप लोग सब एक बार शो करेंगे और लोग आपको तालियां बजाएंगे, जैसे मैं बजा रहा हूँ, अभी से बजा रहा हूँ आपके लिए। तो आप घबराइए मत और हिम्मत रखिए। और मैं ये भी कहना चाहूँगा आखिर में कि जिन वी मंच वालों ने ये जो एक डिजिटल करा है हर चीज़ को, उसको आगे बढ़ावा देने के लिए, उनकी मदद करने के लिए आप लोग आगे आए। धन्यवाद। ਪਹਿਲੇ ਆਲਮੀ ਪੰਜਾਬੀ ਆਨਲਾਈਨ ਥੀਏਟਰ ਫੈਸਟੀਵਲ 'ਚ ਵੀ ਮੰਚ ਆਪਣੇ 골ਡਨ ਐਪੀਸੋਡ 'ਚ ਆਪ ਸਭ ਨੂੰ ਨਿੱਘਾ ਸੱਦਾ ਦਿੰਦਾ ਹੈ। ਸਾਡੇ ਪੰਜਾਬੀ ਨਾਟਕਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ 3 ਪੰਜਾਬੀ ਨਾਟਕ ਰਿਲੀਜ਼ ਹੋਣ ਜਾ ਰਹੇ ਨੇ ਆਨਲਾਈਨ। ਸੰਦਲਬਾਰ, ਜਿਸ ਦੇ ਰਚਨਾਕਾਰ ਨੇ ਹਰਜੀਤ ਸਿੰਘ, ਇਸ ਵਿੱਚ ਨੇ 3 ਪੰਜਾਬੀ ਨਾਟਕ ਸੰਦਲਬਾਰ, ਅਗਨ ਪੰਖੇਰੂ ਤੇ ਰਸਾਲੂ। ਪੰਜਾਬੀ ਰੰਗਮੰਚ ਦੀ ਇਸ ਇਤਿਹਾਸਿਕ ਘੜੀ ਦੇ ਤੁਸੀਂ ਵੀ ਗਵਾਹ ਬਣ ਸਕਦੇ ਹੋ। ਫੇਸਬੁੱਕ ਤੇ ਲਾਈਵ ਜੁੜ ਕੇ 9 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਬੋਹੀਮੀਅਨਸ ਦੇ ਪੇਜ ਤੇ ਰਾਤ 8 ਵਜੇ, ਪਾਕਿਸਤਾਨੀ ਸਮੇਂ ਅਨੁਸਾਰ ਆਜ਼ਾਦ ਥੀਏਟਰ ਦੇ ਪੇਜ ਤੇ ਸ਼ਾਮ 7:30 ਵਜੇ, ਪੰਜਾਬੀ ਆਰਟਸ ਐਸੋਸੀਏਸ਼ਨ ਕੈਨੇਡਾ ਦੇ ਪੇਜ ਤੇ ਸਵੇਰੇ 10:30 ਵਜੇ ਤੇ ਦ ਹਾਊਸ ਆਫ ਥੈਸਪੀਅਨ ਦੇ ਪੇਜ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਰਾਤ 12 ਵਜੇ। ਹੁਮਾ ਕੇ ਜੁੜੋ ਵੀ ਮੰਚ ਦੇ ਇਸ ਇਤਿਹਾਸਿਕ 골ਡਨ ਐਪੀਸੋਡ ਦੇ ਨਾਲ। ਦੋਸਤੋ, ਤੁਸੀਂ ਸੁਨਹਿਰੀ ਬੋਲ ਸੁਣੇ ਸ਼੍ਰੀ ਉਮੇਸ਼ ਕਾਂਤ ਜੀ ਹੋਣਾ ਕੋਲੋਂ, ਔਰ ਉਹਨਾਂ ਦਾ ਅਨੁਭਵ ਜੋ ਜ਼ਿੰਦਗੀ ਦਾ ਹੈ ਉਹ ਤੁਸੀਂ ਸੁਣਿਆ। ਔਰ ਉਹਨਾਂ ਨੇ ਬਹੁਤ ਆਸ਼ਾਵਾਦੀ ਵਿਚਾਰ ਜਿਹੜੇ ਤੁਹਾਡੇ ਸਾਹਮਣੇ ਪੇਸ਼ ਕੀਤੇ ਕਿ ਸਾਨੂੰ ਜ਼ਿੰਦਗੀ 'ਚ ਹਮੇਸ਼ਾ ਆਸ਼ਾਵਾਦੀ ਰਹਿਣਾ ਚਾਹੀਦਾ। ਸਰਕਾਰਾਂ ਦੀਆਂ ਜੋ ਪਾਲਿਸੀਜ਼ ਨੇ, ਐਜੂਕੇਸ਼ਨ ਪਾਲਿਸੀ ਹੈ, ਚਾਹੇ ਫੋਰਨ ਪਾਲਿਸੀ ਬਣਦੀ ਹੈ, ਕੋਈ ਡੋਮੈਸਟਿਕ ਪਾਲਿਸੀ ਬਣਦੀ ਹੈ, ਕਈ ਪਾਲਿਸੀਆਂ ਬਣਦੀਆਂ ਨੇ, ਔਰ ਉਹਨਾਂ ਨੇ ਸਰਕਾਰ ਕੋਲੋਂ ਆਪਣੇ ਸੁਨਹਿਰੀ ਬੋਲਾਂ ਦੇ ਵਿੱਚ ਇੱਕ ਕਲਚਰਲ ਪਾਲਿਸੀ ਦੀ ਮੰਗ ਵੀ ਜਿਹੜੀ ਆ ਉਹ ਕੀਤੀ ਹੈ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਗੱਲ ਕਹੀ। ਔਰ ਕਿਉਂਕਿ ਮੈਨੂੰ ਇਹ ਲੱਗਦਾ ਹੁੰਦਾ ਕਿ ਸੱਭਿਆਚਾਰਕ ਪਾਲਿਸੀ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ, ਕਿਉਂਕਿ ਸੱਭਿਆਚਾਰ ਮਨੁੱਖ ਦਾ ਜਿਉਣ ਦਾ ਢੰਗ ਹੁੰਦਾ, ਮਨੁੱਖਾਂ ਦੁਆਰਾ ਸਿਰਜੀ ਗਈ ਇੱਕ ਵਿਸ਼ੇਸ਼ ਜੀਵਨ ਜਾਚ ਹੁੰਦੀ ਹੈ। ਔਰ ਉਸ ਜੀਵਨ ਜਾਚ ਨੂੰ ਨਾਟਕ ਦੇ ਜ਼ਰੀਏ ਜਿਹੜਾ ਉਹ ਪੇਸ਼ ਕੀਤਾ ਜਾਂਦਾ ਹੈ। ਮਨੁੱਖ ਦਾ ਜੀਵਨ ਹੀ ਇੱਕ ਆਪਣੇ ਆਪ ਦੇ ਵਿੱਚ ਨਾਟਕ ਹੁੰਦਾ, ਅਸੀਂ ਇਹ ਜਾਣਦੇ ਹਾਂ, ਉਹਦੇ ਵੱਖ-ਵੱਖ ਪੜਾਅ ਜਿਹੜੇ ਹੁੰਦੇ ਨੇ। ਤੇ ਹੁਣ ਅਸੀਂ ਵਧਦੇ ਹਾਂ ਸਾਡੇ ਅਗਲੇ ਸੈਗਮੈਂਟ ਵੱਲ, ਜੋ ਹੈ ਰੂਬਰੂ। ਅੱਜ ਸਾਡੇ ਨਾਲ ਰੂਬਰੂ ਸੈਗਮੈਂਟ ਦੇ ਵਿੱਚ ਸ਼ਾਮਲ ਨੇ ਸਾਡੇ ਬਹੁਤ ਹੀ ਪਿਆਰੇ ਕਲਾਕਾਰ, ਬਹੁਤ ਹੀ ਉੱਘੇ ਵਿਦਵਾਨ ਵੀ ਨੇ ਆਪਣੇ ਖੇਤਰ ਦੇ। ਚਲੋ ਆਪਾਂ ਉਹ ਗੱਲਬਾਤ ਵੀ ਜਿਹੜੀ ਆ ਉਹ ਕਰਾਂਗੇ। ਅਗਲਾ ਸੈਗਮੈਂਟ ਹੈ ਸਾਡਾ ਰੂਬਰੂ, ਔਰ ਅੱਜ ਦੇ ਜੋ ਸਾਡੇ ਕਲਾਕਾਰ ਨੇ ਰੂਬਰੂ ਦੇ ਵਿੱਚ ਸਾਡੇ ਨਾਲ ਹਾਜ਼ਰ ਨੇ ਸ਼੍ਰੀ ਬਲਜੀਤ ਮੋਗਾ ਜੀ। ਬਲਜੀਤ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਔਰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਬਲਜੀਤ ਮੋਗਾ ਜੀ ਨੂੰ, ਕਿਉਂਕਿ ਸਾਡੇ ਨਾਲ ਉਹ ਜੁੜੇ ਹੋਏ ਨੇ
ਲਗਾਤਾਰ ਪਿਛਲੇ 47 ਐਪੀਸੋਡ ਜਿਹੜੇ ਨੇ ਉਹ ਸਾਡੇ ਨਾਲ ਲਗਾਤਾਰ ਵੇਖਦੇ ਆ ਰਹੇ ਨੇ, ਔਰ ਅੱਜ ਇੱਕ ਵਿਸ਼ੇਸ਼ ਕਲਾਕਾਰ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ, ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਣਗੇ। ਬਲਜੀਤ ਮੋਗਾ ਜੀ, ਬਹੁਤ ਬਹੁਤ ਸਵਾਗਤ ਜੀ। ਹਾਂਜੀ ਮੋਗਾ ਜੀ, ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਦੇਖੋ ਮੋਗਾ ਜੀ, ਪਿਛਲੇ 47 ਐਪੀਸੋਡ ਜਿਹੜੇ ਨੇ ਉਹ ਸਾਰੇ ਦਰਸ਼ਕ ਵੇਖ ਚੁੱਕੇ ਨੇ, ਵੱਖ-ਵੱਖ ਕਲਾਕਾਰਾਂ ਨੂੰ ਮਿਲ ਚੁੱਕੇ ਨੇ, ਔਰ ਅੱਜ ਦਾ ਇਹ ਜੋ 48ਵਾਂ ਐਪੀਸੋਡ ਹੈ, ਅਸੀਂ ਆਪਣੇ ਸਿਖਰ ਵੱਲ ਵੱਧ ਰਹੇ ਹਾਂ, ਕਿਉਂਕਿ 21 ਜੂਨ ਤੋਂ ਲਗਾਤਾਰ ਇਹ ਜੋ ਪ੍ਰੋਗਰਾਮ ਚੱਲ ਰਹੇ ਨੇ, ਵੱਖ-ਵੱਖ ਕਲਾਕਾਰਾਂ ਨੂੰ ਅਸੀਂ ਪੇਸ਼ ਕਰ ਰਹੇ ਹਾਂ, ਸੁਨਹਿਰੀ ਬੋਲ ਵੀ ਸੁਣ ਰਹੇ ਹਾਂ। ਅੱਜ ਤੁਹਾਨੂੰ ਇਸ ਪਲੇਟਫਾਰਮ ਤੇ ਸੁਣਾਂਗੇ, ਤੁਹਾਡੇ ਜੀਵਨ ਅਨੁਭਵ ਜਿਹੜੇ ਨੇ ਉਹ ਸਾਂਝੇ ਕਰਾਂਗੇ। ਮੈਂ ਜ਼ਿਆਦਾ ਗੱਲਬਾਤ ਖੁਦ ਨਹੀਂ ਕਰਾਂਗਾ, ਕਿਉਂਕਿ ਤੁਹਾਡਾ ਆਪਣਾ ਜੀਵਨ ਦਾ ਅਨੁਭਵ ਬੜਾ ਲੰਬਾ ਹੈ, ਕਿਉਂਕਿ 20 ਸਾਲ ਤੋਂ ਤੁਸੀਂ ਇਸ ਥੀਏਟਰ ਦੇ ਖੇਤਰ ਦੇ ਨਾਲ ਜੁੜੇ ਹੋਏ ਹੋ, ਔਰ ਇਹਨਾਂ 20 ਸਾਲਾਂ ਦੇ ਵਿੱਚ ਤੁਸੀਂ ਜ਼ਿੰਦਗੀ ਦੇ ਬੜੇ ਕੌੜੇ ਕੁਸੈਲੇ, ਮਿੱਠੇ ਜਾਂ ਖੱਟੇ ਅਨੁਭਵ ਜਿਹੜੇ ਨੇ ਉਹ ਸਾਂਝੇ ਆਪਣੇ ਪਰਿਵਾਰ ਦੇ ਨਾਲ, ਆਪਣੇ ਦੋਸਤਾਂ ਦੇ ਨਾਲ ਜਿਹੜੇ ਉਹ ਮਾਣੇ ਹੋਣਗੇ। ਸਭ ਗੱਲਾਂ ਬਾਤਾਂ ਜਿਹੜੀਆਂ ਨੇ ਆਪਣੇ ਇਸ ਸੈਗਮੈਂਟ ਦੇ ਵਿੱਚ ਅਸੀਂ ਤੁਹਾਡੇ ਨਾਲ ਕਰਾਂਗੇ। ਮੈਂ ਸ਼ੁਰੂਆਤ ਕਰਾਂਗਾ ਇਸ ਸੈਗਮੈਂਟ ਦੀ ਕਿ ਤੁਸੀਂ ਥੀਏਟਰ ਦੇ ਵਿੱਚ ਜਿਹੜਾ ਹੈ ਉਹ ਕਿਵੇਂ ਆਏ, ਇਸ ਲਾਈਨ ਦੇ ਵਿੱਚ ਕਿਵੇਂ ਆਏ? ਜੀ ਭਾਜੀ, ਸਭ ਤੋਂ ਪਹਿਲਾਂ ਮੈਂ ਇਹ ਦੱਸਣ ਤੋਂ ਪਹਿਲਾਂ ਮੈਂ ਵੀ ਮੰਚ ਦਾ ਗੁਰਵਿੰਦਰ ਭਾਜੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਉਪਰਾਲਾ ਕੀਤਾ। ਤੇ ਬਾਕੀ ਜਿਹੜੀ ਤੁਸੀਂ ਗੱਲ ਕਹੀ ਸੀ ਤੇ ਵਿਦਵਾਨ ਰੰਗਕਰਮੀ, ਤੇ ਭਾਜੀ ਉਹਦੇ ਨਾਲ ਮੈਂ ਮਤਲਬ ਐਗਰੀ ਨਹੀਂ ਕਰਦਾ, ਕਿਉਂਕਿ ਮੈਂ ਹਜੇ ਸਿੱਖ ਰਿਹਾ, ਸਿੱਖਣ ਦੇ ਪ੍ਰੋਸੈਸ 'ਚ ਹਾਂ। ਜਦੋਂ ਭਾਜੀ ਨੇ ਮੇਰੇ ਨਾਲ ਗੱਲ ਕੀਤੀ ਸੀ ਤਾਂ ਮੈਂ ਮਤਲਬ ਸੋਚ ਰਿਹਾ ਸੀ ਕਿ ਮੇਰੇ ਲਈ ਬੜਾ ਔਖਾ ਸੀ, ਕਿਉਂਕਿ ਜਿਹੜੇ ਰੰਗ ਕਰਮੀਆਂ ਨੂੰ, ਵਿਦਵਾਨ ਲੋਕਾਂ ਨੂੰ ਦੇਖ ਦੇਖ ਕੇ ਅਸੀਂ ਜਵਾਨ ਹੋਏ, ਜਿਨ੍ਹਾਂ ਤੋਂ ਅਸੀਂ ਪ੍ਰੇਰਨਾ ਲੈਂਦੇ ਰਹੇ ਹਾਂ, ਉਸੇ ਮੰਚ ਤੇ ਆਪ ਖੁਦ ਇੰਟਰਵਿਊ ਕਰਨੀ ਜਾਂ ਪੇਸ਼ਕਾਰੀ ਲੋਕਾਂ ਨੇ ਨਜ਼ਰ ਕਰਨੀ, ਦਰਸ਼ਕਾਂ ਨੇ ਨਜ਼ਰ ਕਰਨੀ, ਤਾਂ ਮੈਨੂੰ ਥੋੜਾ ਜਿਹਾ, ਮੈਂ ਹਜੇ ਆਪਣਾ ਕੱਦ ਓਨਾ ਨਹੀਂ ਸਮਝਦਾ, ਤੇ ਫਿਰ ਵੀ ਮਤਲਬ ਗੁਰਵਿੰਦਰ ਭਾਜੀ ਨੇ ਹੁਕਮ ਦਿੱਤਾ ਤੇ ਮੈਂ ਇਸ ਕਰਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਆਇਆ। ਜਿਹੜੀ ਤੁਸੀਂ ਸ਼ੁਰੂਆਤ ਦੀ ਗੱਲ ਕੀਤੀ ਹੈ ਭਾਜੀ, ਹਾਂਜੀ, ਨਹੀਂ ਬਲਜੀਤ ਜੀ, ਮੈਂ ਮਾਫੀ ਚਾਹਾਂਗਾ, ਤੁਹਾਨੂੰ ਵਿੱਚ ਹੀ ਰੋਕ ਰਿਹਾ। ਮੈਂ ਵਿਦਵਾਨ ਇਸੇ ਕਰਕੇ ਸ਼ਬਦ ਵਰਤਿਆ ਸੀ ਕਿਉਂਕਿ ਮੈਨੂੰ ਪਤਾ ਕਿ ਤੁਸੀਂ ਐਮਟੈਕ ਕੀਤੀ ਹੋਈ ਹੈ, ਪੜ੍ਹੇ ਲਿਖੇ ਬਹੁਤ ਹੋ, ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਤੁਸੀਂ ਐਮਟੈਕ ਕੀਤੀ, ਔਰ ਜਿੰਨੇ ਵਿਅਕਤੀ ਨੇ ਸਾਇੰਸ ਵਿਸ਼ਾ ਪੜ੍ਹਿਆ ਹੋਵੇ, ਟੈਕਨੋਲੋਜੀ ਪੜ੍ਹੀ ਹੋਵੇ, ਤੇ ਉਹ ਵੀ ਮਾਸਟਰ ਡਿਗਰੀ ਕੀਤੀ ਹੋਵੇ, ਤੇ ਉਹ ਵਿਦਵਾਨ ਹੀ ਹੁੰਦਾ ਹੈ। ਇਸ ਨਜ਼ਰੀਏ ਤੋਂ ਮੈਂ ਤੁਹਾਨੂੰ ਵਿਦਵਾਨ ਮੰਨਦਾ, ਔਰ ਤੁਸੀਂ ਵਿਦਵਾਨ ਹੋ, ਤੁਸੀਂ ਚਾਹੇ ਮੰਨੋ ਚਾਹੇ ਨਾ ਮੰਨੋ। ਤੇ ਸਵਾਲ ਮੇਰਾ ਫਿਰ ਉੱਥੇ ਦਾ ਉੱਥੇ ਖੜਾ ਕਿ ਇਸ ਖੇਤਰ ਦੇ ਵਿੱਚ ਤੁਸੀਂ ਕਿਵੇਂ ਆ ਗਏ? ਤੁਸੀਂ, ਤੁਹਾਡਾ ਖੇਤਰ ਇਲੈਕਟ੍ਰੋਨਿਕਸ ਦਾ ਹੈ, ਕਮਿਊਨੀਕੇਸ਼ਨ ਦਾ ਸੀਗਾ, ਐਮਟੈਕ ਕੀਤੀ, ਤੁਸੀਂ ਵਿਗਿਆਨੀ ਵੀ ਹੋ ਸਕਦੇ ਸੀ, ਟੈਕਨੋਲੋਜਿਸਟ ਹੋ ਸਕਦੇ ਸੀ, ਪਰ ਤੁਸੀਂ ਇਸ ਖੇਤਰ ਨੂੰ ਇੱਕ ਸ਼ੌਕ ਦੇ ਨਾਲ ਨਾਲ ਆਪਣੀ ਪ੍ਰੋਫੈਸ਼ਨਲ ਲਾਈਫ ਜਿਉਂਦੇ ਹੋਏ ਵੀ ਇਹਨੂੰ ਆਪਣੇ ਨਾਲ ਨਾਲ ਲੈ ਕੇ ਚੱਲ ਰਹੇ ਹੋ। ਇਸ ਖੇਤਰ ਵੱਲ ਕਿਵੇਂ ਆ? ਜੀ ਉਹੀ ਭਾਜੀ ਮੈਂ ਦੱਸਦਾ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਦੱਸਦਾ ਕਿ ਮੇਰੀ ਸ਼ੁਰੂਆਤ ਆ ਜਿਹੜੀ ਉਹ ਕਿਵੇਂ ਹੋਈ। ਭਾਜੀ ਉਦੋਂ ਮਤਲਬ ਮੈਂ 2002 ਦੇ ਵਿੱਚ 10-12 ਸਾਲ ਦੀ ਉਮਰ ਹੋ ਗਈ ਉਦੋਂ, ਜਦੋਂ ਮੇਰੀ ਸ਼ੁਰੂਆਤ ਹੁੰਦੀ ਆ। ਮੈਨੂੰ ਲੱਗਦਾ ਕਿ 6ਵੀਂ-7ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਜਦ ਮੈਂ। ਤੇ ਸਾਡੇ ਜਿਹੜੇ ਮੇਰੇ ਫਾਦਰ ਸਾਹਿਬ ਆ, ਉਹ ਇੱਕ ਸਮਾਜ ਸੇਵੀ ਸੰਸਥਾ ਦੇ ਵਿੱਚ ਕੰਮ ਕਰਦੇ ਨੇ, ਬਲਵੰਤ ਮੱਖੂ ਜੀ। ਉਹਨਾਂ ਨੇ ਮੈਨੂੰ ਇਸ ਲਾਈਨ ਵੱਲ ਜੋੜਿਆ। ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਭਾਜੀ ਸਾਡੀ ਵਰਕਸ਼ਾਪ ਲੱਗਦੀ ਆ, ਉਹਦੇ ਵਿੱਚ 40 ਬੱਚੇ ਜਿਹੜੇ ਪਰਿਵਾਰਾਂ ਨਾਲ, ਉਸੇ ਸੰਸਥਾ ਜਥੇਬੰਦੀ ਦੇ ਪਰਿਵਾਰਾਂ ਨਾਲ ਸੰਬੰਧਿਤ ਬੱਚੇ ਸੀ, 40 ਦੇ ਕਰੀਬ। ਤਾਂ ਉਹਦੇ ਵਿੱਚ ਕਿਉਂਕਿ ਉਦੋਂ ਨਾ ਮਤਲਬ ਗਾਇਕਾਂ ਦਾ ਬੜਾ ਦੌਰ ਸੀਗਾ, ਜੈਜੀ ਵਰਗੇ। ਅਸੀਂ ਵੀ ਕਿਉਂਕਿ ਬੱਚੇ ਭਾਜੀ ਬਾਂਦਰਾਂ ਵਰਗੇ ਹੁੰਦੇ, ਅਸੀਂ ਵੀ ਨਕਲ ਕਰਨੀ ਉਹਨਾਂ ਦੀ, ਵਾਲ ਖੜੇ ਕਰ ਲੈਣੇ, ਚੱਲ ਲਾ ਲੈਣੀ, ਤਾਂ ਸਾਡੇ ਤੇ ਵੀ ਪ੍ਰਭਾਵ ਸੀ। ਤਾਂ ਉਹਨਾਂ ਨੇ ਸੋਚਿਆ ਕਿ ਬੱਚਿਆਂ ਨੂੰ ਜੇ ਉਹ ਲੈਕਚਰ ਦੇਣਗੇ ਤਾਂ ਬੱਚਿਆਂ ਨੇ ਗੱਲ ਨਹੀਂ ਸੁਣਨੀ, ਤਾਂ ਉਹਨਾਂ ਨੂੰ ਇੱਕ ਆਰਟ ਦੇ ਥਰੂ ਇੱਕ ਚੰਗੀ ਸੋਚ ਨਾਲ ਜੋੜਿਆ ਜਾਵੇ। ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ 15 ਦਿਨ ਦੀ ਵਰਕਸ਼ਾਪ ਲੱਗੀ, ਜਿੱਥੋਂ ਇਹ ਸ਼ੁਰੂਆਤ ਹੋਈ। ਤੇ ਪਹਿਲਾਂ ਅਸੀਂ ਉਸ ਵਰਕਸ਼ਾਪ ਦੇ ਵਿੱਚ ਕੋਰੀਓਗ੍ਰਾਫੀਆਂ ਤਿਆਰ ਕਰਵਾਈਆਂ। ਲੋਕ ਕਲਾ ਮੰਚ ਮੰਡੀ ਗੁੱਲਾਂਪੁਰ ਤੋਂ ਜਗੇਸ਼ ਚੌਧਰੀ, ਸਤਿੰਦਰ ਸੋਨੂ ਸਰ ਆਏ ਸੀਗੇ, ਉਹਨਾਂ ਨੇ ਸਾਨੂੰ ਕੋਰੀਓਗ੍ਰਾਫੀਆਂ ਤਿਆਰ ਕਰਵਾਈਆਂ। ਉਦੋਂ ਬਾਅਦ ਫਾਦਰ ਸਾਹਿਬ ਦੀ ਨਿਰਦੇਸ਼ਨਾ ਵਿੱਚ ਅਸੀਂ ਮਤਲਬ ਕਰਦੇ ਰਹੇ ਨਾਟਕ।
ਸਭ ਤੋਂ ਜੀ। ਪਹਿਲਾਂ ਜਿਹੜਾ ਲਘੂ ਨਾਟਕ ਸੀ ਕਿਸ਼ਤੀ, ਉਹ ਜੀ। ਕੀਤਾ ਅਗਲੇ ਸਾਲ। 1 ਸਾਲ ਅਸੀਂ ਕੋਰੀਓਗ੍ਰਾਫੀਆਂ ਹੀ ਕੀਤੀਆਂ ਤੇ ਹੌਲੀ ਹੌਲੀ ਸਟੈਪ ਬਾਏ ਸਟੈਪ ਮਤਲਬ ਪੌੜੀ ਚੜ੍ਹਦੇ ਚੜ੍ਹਦੇ ਜਦੋਂ ਮੈਂ 10ਵੀਂ ਕੀਤੀ, 10ਵੀਂ ਦੇ ਵਿੱਚ ਜਦੋਂ ਮੈਂ ਆਇਆ ਭਾਜੀ 9ਵੀਂ ਕਲਾਸ ਦੇ ਵਿੱਚ 1 ਸਾਲ ਪਹਿਲਾਂ ਸਾਡੇ ਸਕੂਲ ਦੇ ਵਿੱਚ ਨਾ ਫੰਕਸ਼ਨ ਹੋਇਆ ਸੀਗਾ, ਜੀ। ਐਨੂਅਲ ਫੰਕਸ਼ਨ। ਤੇ ਉਹਦੇ ਵਿੱਚ ਕਿਉਂਕਿ ਮੈਨੂੰ ਕੋਰੀਓਗ੍ਰਾਫੀਆਂ ਮੈਂ ਤਿਆਰ ਕੀਤੀਆਂ ਹੋਈਆਂ ਸੀਗੀਆਂ, ਸਾਡਾ ਗਰੁੱਪ ਬਣ ਗਿਆ ਸੀ ਪਹਿਲਾਂ ਹੀ 2002 ਦੇ ਵਿੱਚ। ਹਾਂਜੀ। ਤੇ ਹਾਂਜੀ ਭਾਜੀ, ਤਾਂ ਸਕੂਲ ਦੇ ਵਿੱਚ ਜਦੋਂ ਮੈਂ ਕੋਰੀਓਗ੍ਰਾਫੀਆਂ ਤਿਆਰ ਕਰਵਾਈਆਂ ਐਨੂਅਲ ਫੰਕਸ਼ਨ ਦੇ ਵਿੱਚ ਨਾਲ ਦੇ ਬੱਚਿਆਂ ਨੂੰ, ਹਾਲਾਂਕਿ ਉੱਥੇ ਉਹਨਾਂ ਨੇ ਇੱਕ ਟੀਚਰ ਵੀ ਬੁਲਾਇਆ ਹੋਇਆ ਸੀ, ਪ੍ਰੋਫੈਸ਼ਨਲ ਕੋਚ ਬੁਲਾਇਆ ਹੋਇਆ ਜੀ। ਸੀ, ਜੀ। ਪਰ ਜੀ। ਮੈਂ ਆਪਣੀ ਕਲਾਸ ਵਾਲੇ ਬੱਚਿਆਂ ਨੂੰ ਲੈ ਕੇ ਖੁਦ ਤਿਆਰ ਕਰਵਾਈਆਂ ਕੋਰੀਓਗ੍ਰਾਫੀਆਂ, ਤਾਂ ਉਹਨੂੰ ਬਹੁਤ ਹੀ ਸਰਾਹਿਆ ਗਿਆ। ਤਾਂ ਉੱਥੋਂ ਮਤਲਬ ਮੈਨੂੰ ਸਕੂਲ ਦੇ ਵਿੱਚ ਸਾਰੇ ਜਾਣਨ ਲੱਗ ਗਏ ਵੀ ਇਹ ਮੁੰਡੇ 'ਚ ਹੈ ਟੈਲੈਂਟ। ਤਾਂ ਮਤਲਬ ਕਹਿਣ ਦਾ ਇਹ ਹੋਇਆ ਕਿ ਤੁਹਾਨੂੰ ਥੀਏਟਰ ਕਰਨ ਦੀ ਗੁੜਤੀ ਜਿਹੜੀ ਹੈ ਉਹ ਤੁਹਾਡੇ ਪਰਿਵਾਰ ਦੇ ਵਿੱਚੋਂ ਹੀ ਮਿਲੀ। ਤੁਹਾਡੇ ਜੀ। ਫਾਦਰ ਸਾਹਿਬ ਵੀ ਇਸ ਖੇਤਰ ਦੇ ਨਾਲ ਪਹਿਲਾਂ ਤੋਂ ਜੁੜੇ ਹੋਏ ਸੀਗੇ, ਔਰ ਜਦੋਂ ਪਰਿਵਾਰ ਦੇ ਵਿੱਚ ਇਹੋ ਜਿਹਾ ਮਾਹੌਲ ਹੋਵੇ ਤਾਂ ਫਿਰ ਬੰਦੇ ਨੂੰ ਮੋਟੀਵੇਸ਼ਨ ਜਿਹੜੀ ਆ ਉਹ ਜ਼ਰੂਰ ਮਿਲਦੀ ਆ। ਤੁਸੀਂ ਬਹੁਤ ਭਾਗਾਂ ਵਾਲੇ ਹੋ ਕਿ ਤੁਸੀਂ ਉਸ ਪਰਿਵਾਰ ਦੇ ਵਿੱਚ ਹੀ ਜੰਮੇ ਪਲੇ ਹੋ, ਖੇਡੇ ਹੋ ਤੇ ਔਰ ਨਾਟਕ ਦੇ ਨਾਲ ਹੀ ਜਿਹੜਾ ਉਹ ਜੁੜੇ ਰਹੇ ਹੋ। ਮੈਨੂੰ ਲੱਗਦਾ ਕਿ ਜਦੋਂ ਆਪਾਂ ਕਰਦੇ ਕਿ ਮੇਰਾ ਅਗਲਾ ਸਵਾਲ ਇਹੀ ਹੋਣਾ ਸੀਗਾ, ਮੈਂ ਸੋਚਦਾ ਸੀ ਕਿ ਇਹ ਸਵਾਲ ਜਿਹੜਾ ਆ ਉਹ ਮੈਂ ਉਠਾਵਾਂ, ਪਰ ਤੁਸੀਂ ਆਪਣੇ ਆਪ ਦੱਸਤਾ ਕਿ 9ਵੀਂ 10ਵੀਂ ਕਲਾਸ ਦੇ ਵਿੱਚ ਤੁਸੀਂ ਪਹਿਲੀ ਵਾਰ ਜਿਹੜਾ ਆ ਉਹ ਨਾਟਕ ਕੀਤਾ। ਬਿਲਕੁਲ ਠੀਕ ਹੈ। ਜਦੋਂ ਤੁਸੀਂ ਨਾਟਕ ਪਹਿਲੀ ਵਾਰ ਖੇਡਿਆ 9ਵੀਂ 10ਵੀਂ ਕਲਾਸ ਵਿੱਚ ਪੜ੍ਹਦੇ ਸਮੇਂ ਦੌਰਾਨ ਹੀ ਖੇਡਿਆ, ਕਿ ਉਦੋਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਨਾ ਸਾਡੇ ਜਿਹੜੇ ਨਾਟਕ ਕਲਾਕਾਰ ਹੁੰਦੇ ਸੀਗੇ ਜਾਂ ਰੰਗਕਰਮੀ ਜਿਹੜੇ ਨੇ, ਉਹ ਲੜਕੀਆਂ ਦੇ ਰੋਲ ਜਿਹੜੇ ਨੇ ਉਹ ਮੁੰਡਿਆਂ ਦੇ ਕੋਲੋਂ, ਲੜਕਿਆਂ ਦੇ ਕੋਲੋਂ ਕਰਵਾਉਂਦੇ ਹੁੰਦੇ ਸੀਗੇ। ਜੀ। ਤੇ ਕਿਉਂਕਿ ਉਦੋਂ ਲੜਕੀਆਂ ਦਾ ਮੰਚ ਦੇ ਉੱਪਰ ਆਉਣ ਦਾ ਇੰਨਾ ਪ੍ਰਚਲਨ ਨਹੀਂ ਸੀਗਾ, ਪਰ ਸਮੇਂ ਦੇ ਬਦਲਣ ਦੇ ਨਾਲ ਹੁਣ ਲੜਕੀਆਂ ਜਿਹੜੀਆਂ ਨੇ ਉਹ ਵੀ ਮੰਚ ਦੇ ਨਾਲ ਜੁੜੀਆਂ ਨੇ, ਔਰ ਲੜਕਿਆਂ ਦੇ ਨਾਲੋਂ ਜ਼ਿਆਦਾ ਜਿਹੜੀਆਂ ਨੇ ਉਹ ਉਦਮ ਦੇ ਨਾਲ, ਗਤੀਸ਼ੀਲਤਾ ਦੇ ਨਾਲ ਔਰ ਬਹੁਤ ਜ਼ਿਆਦਾ ਐਕਟਿਵਲੀ ਜਿਹੜੀਆਂ ਨੇ ਉਹ ਪਾਰਟੀਸਿਪੇਟ ਕਰਦੀਆਂ ਨੇ ਥੀਏਟਰ ਦੇ ਵਿੱਚ। ਔਰ ਬਹੁਤ ਸਾਰੀਆਂ ਨਾਟ ਮੰਡਲੀਆਂ ਦੀਆਂ ਜਿਹੜੀਆਂ ਡਾਇਰੈਕਟਰ ਨੇ ਜਾਂ ਸੰਚਾਲਕ ਨੇ ਉਹ ਲੜਕੀਆਂ ਜਾਂ ਫੀਮੇਲ ਜਿਹੜੀਆਂ ਨੇ ਉਹ ਹੈਗੇ ਨੇ, ਤੁਸੀਂ ਨਾਮ ਜਿਹੜੇ ਉਹਨਾਂ ਦੇ ਜਾਣਦੇ ਹੋ। ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਤੁਹਾਡੇ ਸਮੇਂ ਦੇ ਵਿੱਚ, ਕਿਉਂਕਿ ਤੁਸੀਂ ਕੋਈ ਬਹੁਤਾ ਘੱਟ ਸਮਾਂ ਵੀ ਨੀਗਾ ਔਰ ਬਹੁਤ ਜ਼ਿਆਦਾ ਵੀ ਨੀਗਾ, ਪਿਛਲੇ 18-20 ਸਾਲ ਤੋਂ ਤੁਸੀਂ ਕਰ ਰਹੇ ਹੋ, ਕਿ ਤੁਹਾਡੇ ਵੀ ਸਮੇਂ ਦੇ ਵਿੱਚ ਕੋਈ ਏਦਾਂ ਦਾ ਸਮਾਂ ਆਇਆ ਕਿ ਜਦੋਂ ਤੁਸੀਂ ਤੁਹਾਨੂੰ ਜਾਂ ਫਿਰ ਤੁਹਾਡੇ ਸਹਿਯੋਗੀਆਂ ਨੂੰ ਲੜਕੀਆਂ ਦੇ ਰੋਲ ਕਰਨ ਵਾਸਤੇ ਲੜਕਿਆਂ ਦੀ ਚੋਣ ਕਰਨੀ ਪਈ ਹੋਵੇ, ਜਾਂ ਫਿਰ ਤੁਹਾਡੇ ਨਾਲ ਕੋਈ ਤਰ੍ਹਾਂ ਕੋਈ ਅਨੁਭਵ ਹੋਵੇ ਜਾਂ ਤੁਹਾਡੇ ਨਾਲ ਕਦੇ ਕੋਈ ਵਾਪਰਿਆ ਹੋਵੇ? ਨਹੀਂ ਭਾਜੀ, ਮੇਰੀ ਨਾ ਇਹ ਖੁਸ਼ਕਿਸਮਤੀ ਰਹੀ ਆ ਕਿ ਮੈਨੂੰ ਮਤਲਬ ਉਹ ਜਿਹੜੀਆਂ ਫੀਮੇਲ ਆਰਟਿਸਟ ਨੇ ਉਹ ਅਵੇਲੇਬਲ ਸੀ। ਮੇਰੀਆਂ ਦੋਵੇਂ ਸਿਸਟਰ ਜਿਹੜੀਆਂ ਉਹ ਰੰਗਮੰਚ ਨਾਲ ਮੇਰੇ ਨਾਲ, ਉਹਨਾਂ ਨੇ ਮੋਢੇ ਨਾਲ ਮੋਢਾ, ਛੋਟੀਆਂ ਸਿਸਟਰ ਨੇ ਮੋਢੇ ਨਾਲ ਮੋਢਾ ਲਾ ਕੇ ਸਪੋਰਟ ਕੀਤੀ ਹੈ। ਇਸ ਤੋਂ ਬਿਨਾਂ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਕਿ ਸਮਾਜ ਸੇਵੀ ਸੰਸਥਾ ਫਾਦਰ ਸਾਹਿਬ ਕੰਮ ਕਰਦੇ ਸੀ, ਉਹਨਾਂ ਦੇ ਪਰਿਵਾਰਾਂ ਦੀਆਂ ਕਿਉਂਕਿ ਵਿਸ਼ਵਾਸ ਕਰਦੇ ਸੀ ਬੱਚੇ, ਉਹਨਾਂ ਦੇ ਪਰਿਵਾਰਕ ਮੈਂਬਰ ਤਾਂ ਤੋਰਦੇ ਸੀ ਬੱਚਿਆਂ ਨੂੰ। ਇਸ ਕਰਕੇ ਮੈਨੂੰ ਉਦੋਂ ਬਾਅਦ ਜਦੋਂ ਮੈਂ ਆਪਣਾ ਗਰੁੱਪ ਵੱਖਰਾ ਗਰੁੱਪ ਸ਼ੁਰੂ ਕਰ ਲਿਆ 2015 ਦੇ ਵਿੱਚ, ਹਾਂਜੀ, ਤਾਂ ਮੈਨੂੰ ਪਰਿਵਾਰ ਵੱਲੋਂ ਮੇਰੀਆਂ ਸਿਸਟਰ ਦੀ ਸਪੋਰਟ ਵੀ ਮਿਲੀ। ਇਸ ਤੋਂ ਬਿਨਾਂ ਮੈਂ ਸਕੂਲਾਂ 'ਚ, ਕਾਲਜਾਂ 'ਚ ਡਰਾਮੇ ਤਿਆਰ ਕਰਾਉਣੇ ਸ਼ੁਰੂ ਕਰਤੇ, ਤਾਂ ਮੈਨੂੰ ਉੱਥੋਂ ਬੱਚੇ, ਲੜਕੀਆਂ ਮਿਲ ਜਾਂਦੀਆਂ ਸੀ। ਇਹ ਜਿਹੜਾ ਪੱਖਾ ਨਿਰੰਤਰ ਚੱਲ ਰਿਹਾ। ਬਿਲਕੁਲ, ਬਹੁਤ ਅੱਛੇ। ਮੈਂ ਇੱਕ ਹੋਰ ਕਿ ਮੈਨੂੰ ਲੱਗਦਾ ਹੁੰਦਾ ਕਿ ਕਿਸੇ ਨਾ ਕਿਸੇ ਆਰਟਿਸਟ ਦਾ, ਕਿਸੇ ਨਾ ਕਿਸੇ ਵੱਡੇ ਰੰਗਕਰਮੀ ਦਾ, ਜਿਵੇਂ ਗੁਰਸ਼ਰਨ ਭਾਜੀ ਹੁਣਾਂ ਦੀ ਗੱਲਬਾਤ ਜਿਹੜੀ ਆ ਉਹ ਚਰਚਾ ਦੇ ਵਿੱਚ ਹੁੰਦੀ ਰਹੀ ਆ। ਤੁਹਾਡੇ ਉੱਪਰ ਕਿਹੜੇ ਆਰਟਿਸਟਾਂ ਦਾ ਜਾਂ ਵੱਡੇ ਕਿਸੇ ਨਾਮਵਰ ਜਿਹੜੇ ਰੰਗਕਰਮੀ ਹੋਏ ਨੇ ਉਹਨਾਂ ਦਾ ਕੋਈ ਪ੍ਰਭਾਵ ਜਿਹੜਾ ਤੁਹਾਡੇ ਉੱਪਰ ਕਦੇ ਰਿਹਾ ਹੋਵੇ, ਉਹਦੇ ਬਾਰੇ ਗੱਲਬਾਤ ਕੋਈ ਸਾਡੇ ਦਰਸ਼ਕਾਂ ਨਾਲ? ਤੁਸੀਂ ਨਾਮ ਲੈ ਹੀ ਦਿੱਤਾ, ਸਭ ਤੋਂ ਪਹਿਲਾ ਪ੍ਰਭਾਵ ਤਾਂ ਗੁਰਸ਼ਰਨ ਭਾਜੀ ਦਾ ਰਿਹਾ ਸਾਡੇ ਤੇ, ਕਿਉਂਕਿ ਜਿਹੜੇ ਅਸੀਂ ਸ਼ੁਰੂਆਤੀ ਪਲੇ ਕੀਤੇ ਨੇ ਉਹ ਸਾਰੇ ਦੇ ਸਾਰੇ ਗੁਰਸ਼ਰਨ ਭਾਜੀ ਦੇ ਹੀ ਕੀਤੇ ਨੇ। ਕਿਉਂਕਿ ਜਿਹੜੇ ਸਾਡੇ ਵੱਡੇ ਸੀ, ਸਿਖਾਉਂਦੇ ਸੀ ਸਾਨੂੰ, ਚਾਹੇ ਮੇਰੇ ਫਾਦਰ ਸਾਹਿਬ ਸੀ ਜਾਂ ਜਿਨ੍ਹਾਂ ਨਾਲ ਵੀ ਮੈਂ ਜੁੜਿਆ, ਉਹਨਾਂ ਨੇ ਹਮੇਸ਼ਾ ਹੀ ਇੱਕ ਗੱਲ ਕਹੀ ਹੈ ਕਿ ਜਿਹੜਾ ਨਾਟਕ ਆ ਸਿਰਫ ਮਨੋਰੰਜਨ ਲਈ ਨਹੀਂ, ਸਮਾਜ ਨੂੰ ਬਦਲਣ ਲਈ ਨਾਟਕ ਕਰਨਾ। ਉਹਨਾਂ ਨੇ ਸੋਚ ਨਾਲ ਜੋੜਿਆ, ਗੁਰਸ਼ਰਨ ਭਾਜੀ ਦੀ ਜਿਹੜੀ ਸੋਚ ਸੀ ਕਿ ਨਾਟਕ ਨੂੰ ਹਥੌੜੇ ਵਾਂਗ ਯੂਜ਼ ਕਰਨਾ, ਵਰਤੋਂ ਕਰਨੀ ਸਮਾਜ ਦੇ ਦੇਣ ਲਈ।
ਸਾਡੇ ਨਾਲ ਸਾਡੇ ਦਰਸ਼ਕ ਬੜੇ ਜੁੜੇ ਹੋਏ ਨੇ, ਸ਼ੁਰੂ ਤੋਂ ਹੀ ਪ੍ਰੋਗਰਾਮ ਵੇਖ ਰਹੇ ਨੇ। ਮੈਂ ਗੱਲਬਾਤ ਦਾ ਸਿਲਸਿਲਾ ਤੁਹਾਡੇ ਨਾਲ ਵੀ ਜਾਰੀ ਰੱਖਾਂਗਾ ਔਰ ਮੈਂ ਕੁਝ ਮੈਸੇਜ ਵੀ ਨੇ ਜਿਹੜੇ ਸਾਡੇ ਨਾਲ ਦਰਸ਼ਕ ਸਾਡੇ ਜੁੜੇ ਹੋਏ ਨੇ, ਉਹਨਾਂ ਦੇ ਨਾਮ ਜਿਹੜੇ ਇੱਥੇ ਜ਼ਰੂਰ ਸਾਂਝੇ ਕਰਨੇ ਚਾਹਾਂਗਾ। ਸਾਡੇ ਨਾਲ ਰਾਹੁਲ ਆਰੀਆ ਜੁੜੇ ਹੋਏ ਨੇ ਔਰ ਲਿਖਦੇ ਨੇ ਕਿ ਬਲਜੀਤ ਮੋਗਾ ਇਜ਼ ਵੈਰੀ ਗੁੱਡ ਪਰਸਨੈਲਿਟੀ ਇਨ ਰੈਦਰ। ਸੁਰੇਸ਼ ਮਹਿਤਾ ਜੀ ਜੁੜੇ ਹੋਏ ਨੇ, ਇੰਦਰਜੀਤ ਸਿੰਘ ਭਾਟੀਆ ਜੁੜੇ ਹੋਏ ਨੇ, ਹਰੀਸ਼ ਖੁਰਾਨਾ ਜੀ ਜੁੜੇ ਹੋਏ ਨੇ ਔਰ ਗੁਰਮੀਤ ਕੜਿਆਲ ਵੀ ਜੁੜੇ ਹੋਏ ਨੇ ਔਰ ਕਹਿ ਰਹੇ ਨੇ ਕਿ ਬਲਜੀਤ ਮੋਗਾ ਜੀ ਦਾ ਸਾਰਾ ਪਰਿਵਾਰ ਰੰਗਮੰਚ ਨੂੰ ਸਮਰਪਿਤ ਹੈ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ, ਉਹਨਾਂ ਨੇ ਵੀ ਤੁਹਾਡਾ ਸਵਾਗਤ ਕੀਤਾ। ਔਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਭਾਟੀਆ ਲਿਖਦੇ ਨੇ ਕਿ ਉਮੇਸ਼ ਜੀ ਦਾ ਉਹਨਾਂ ਦੀ ਗੱਲਬਾਤ, ਕਿਉਂਕਿ ਸਾਡੇ ਸੁਨਹਿਰੀ ਬੋਲ ਉਮੇਸ਼ ਕਾਂਤ ਜੀ ਦੇ ਸੀਗੇ, ਉਹਨਾਂ ਦੇ ਬਾਰੇ ਉਹਨਾਂ ਨੇ ਮਹਾਭੋਜ ਨਾਟਕ ਦੀ ਯਾਦ ਜਿਹੜੀ ਆ ਉਹ ਦਵਾਈ, ਉਹ ਗੱਲ ਕੀਤੀ ਹੈ। ਸਾਡੇ ਨਾਲ ਜੁੜੇ ਹੋਏ ਨੇ ਹਰਮੀਤ ਸਿੰਘ ਜੁੜੇ ਹੋਏ ਨੇ, ਧੀਰਜ ਸ਼ਰਮਾ ਜੁੜੇ ਹੋਏ ਨੇ, ਚਾਹਤ ਕੁਮਾਰੀ, ਬੌਬੀ ਸਿੱਧੂ ਜੁੜੇ ਹੋਏ ਨੇ, ਲਵਜਿੰਦਰ ਸਿੰਘ ਜੌਹਲ ਜੁੜੇ ਹੋਏ ਨੇ ਔਰ ਦੀਪੇਸ਼ ਸ਼ਰਮਾ ਜੁੜੇ ਹੋਏ ਨੇ। ਬਲਜੀਤ ਸਰ ਪ੍ਰਾਊਡ ਆਫ ਯੂ, ਤੁਹਾਡੇ ਵਾਸਤੇ ਮੈਸੇਜ ਹੈ ਔਰ ਤੁਹਾਡੇ ਤੇ ਬੜਾ ਮਾਣ ਹੈ ਸਾਡੇ ਦਰਸ਼ਕਾਂ ਨੂੰ, ਤੁਹਾਡੇ ਪਿਆਰ ਕਰਨ ਵਾਲੇ ਪ੍ਰਿੰਸ ਸਨਿਆਲ, ਬਹੁਤ ਵਧੀਆ ਜੀ, ਇਹਨਾਂ ਨੇ ਵੀ ਤੁਹਾਡੇ ਵਾਸਤੇ ਸ਼ੁਭ ਇਛਾਵਾਂ ਜਿਹੜੀਆਂ ਨੇ ਉਹ ਭੇਜੀਆਂ ਨੇ। ਸਾਡੇ ਨਾਲ ਪਿਛਲੇ 47 ਦਿਨ ਤੋਂ ਲਗਾਤਾਰ ਸਾਡੇ ਦਰਸ਼ਕ ਸਰੋਤੇ ਸਾਡੇ ਜੁੜੇ ਹੋਏ ਨੇ ਔਰ ਆਪਣੀ ਗੱਲਬਾਤ, ਕੋਈ ਸਵਾਲ ਜਦੋਂ ਉਹਨਾਂ ਦੇ ਮਨ ਵਿੱਚ ਉੱਠਦਾ ਤੇ ਉਹ ਵੀ ਜ਼ਰੂਰ ਜਿਹੜਾ ਹੈ ਸਾਨੂੰ ਫੇਸਬੁੱਕ ਤੇ ਜਿਹੜਾ ਉਹ ਲਿਖ ਕੇ ਭੇਜ ਦੇਣਗੇ, ਤਾਂ ਕਿ ਜਿਹੜਾ ਮੇਰੇ ਦੁਆਰਾ ਕੋਈ ਸਵਾਲ ਰਹਿ ਗਿਆ ਹੋਵੇ ਉਹ ਫਿਰ ਉਹਨਾਂ ਦਾ ਸਵਾਲ ਜਿਹੜਾ ਮੈਂ ਸਾਡੇ ਅੱਜ ਦੇ ਕਲਾਕਾਰ ਦੇ ਨਾਲ ਉਹ ਸਾਂਝਾ ਜ਼ਰੂਰ ਕਰਦਾ ਔਰ ਅੱਗੇ ਫਿਰ ਕੋਈ ਹੋਰ ਸਵਾਲ ਵੀ ਸਾਡੇ ਨਾਲ ਆਉਣਗੇ, ਅਸੀਂ ਫਿਰ ਗੱਲਬਾਤ ਜਿਹੜੀ ਆ ਉਹ ਇਸੇ ਤਰ੍ਹਾਂ ਜਾਰੀ ਰੱਖਾਂਗੇ। ਗੁਰਸ਼ਰਨ ਭਾਜੀ ਉਹਨਾਂ ਦੀ ਅਸੀਂ ਗੱਲ ਕਰ ਰਹੇ ਸੀਗੇ ਔਰ ਉਸ ਤੋਂ ਬਾਅਦ ਕਿਉਂਕਿ ਉਹ ਤਾਂ ਇੱਕ ਆਪਣੇ ਆਪ ਦੇ ਵਿੱਚ ਸੰਸਥਾ ਸੀ ਗੁਰਸ਼ਰਨ ਭਾਜੀ, ਉਹਨਾਂ ਨੇ ਬਹੁਤ ਸਮਰਪਿਤ ਭਾਵਨਾ ਦੇ ਨਾਲ ਕੰਮ ਕੀਤਾ ਔਰ ਆਪਣਾ ਜੀਵਨ ਪੂਰਾ ਦਾ ਪੂਰਾ ਜਿਹੜਾ ਆ ਉਹ ਇਸ ਖੇਤਰ ਨੂੰ ਲਵਾ ਦਿੱਤਾ। ਔਰ ਮੈਂ ਇੱਕ ਸਵਾਲ ਜਿਹੜਾ ਆ ਉਹ ਫਿਰ ਪੁੱਛਾਂਗਾ ਕਿ ਜਦੋਂ ਨਾਟਕਾਂ ਦੀ ਚੋਣ ਕਰਦੇ ਹੋ, ਜਦੋਂ ਤੁਸੀਂ ਕੋਈ ਨਾਟਕ ਖੇਡਣ ਵਾਸਤੇ ਚੋਣ ਕਰਦੇ ਹੋ ਜਾਂ ਡਾਇਰੈਕਟ ਕਰਨ ਵਾਸਤੇ ਚੋਣ ਕਰਦੇ ਹੋ, ਤਾਂ ਕਿਹੋ ਜਿਹੇ ਨਾਟਕ ਦੇ ਵਿਸ਼ੇ ਜਿਹੜੇ ਨੇ ਉਹ ਤੁਸੀਂ ਚੁਣਦੇ ਹੋ, ਕਿਹੋ ਜਿਹਾ ਨਾਟਕ ਦਾ ਵਿਸ਼ਾ ਚੁਣਦੇ ਹੋ? ਜੀ ਭਾਜੀ, ਮੇਨ ਜਿਹੜਾ ਨਾਟਕ ਦਾ ਵਿਸ਼ਾ ਉਹ ਸਮਾਜਿਕ ਬੁਰਾਈਆਂ ਤੇ ਐਂਡ ਦੇ ਉੱਤੇ ਅਸੀਂ ਇਹ ਜ਼ਰੂਰ ਦੇਖਦੇ ਹਾਂ ਕਿ ਕੁਛ ਨਾ ਕੁਛ ਮਤਲਬ ਐਂਡ ਤੇ ਮੈਸੇਜ ਦੇ ਕੇ ਜਾਵੇ ਨਾਟਕ। ਨਾਟਕ ਸਿਰਫ ਮਨੋਰੰਜਨ ਦਾ ਸਾਧਨ ਨਾ ਬਣ ਕੇ ਰਹਿ ਜੇ, ਤੇ ਜਿੰਨੇ ਵੀ ਅਸੀਂ ਨਾਟਕ ਕਰਦੇ ਹਾਂ, ਕਿਉਂਕਿ ਜਿਹੜੀ ਸਾਡੀ ਆਡੀਅנਸ ਆ ਜਿਨ੍ਹਾਂ ਨੂੰ ਅਸੀਂ ਦਿਖਾਉਣਾ ਹੁੰਦਾ ਉਹ ਪਿੰਡਾਂ ਦੇ ਕਲੱਬ ਹੁੰਦੇ ਨੇ, ਲੋਕ ਪੱਖੀ ਜਥੇਬੰਦੀਆਂ ਹੁੰਦੀਆਂ, ਤੇ ਅਸੀਂ ਫਿਰ ਉਹ ਸ਼ੈਲੀ ਨੂੰ ਹੀ ਲੈ ਕੇ ਚੱਲਦੇ ਹਾਂ ਕਿ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਜਿਹੜੇ ਨਾਟਕ ਆ, ਜਿਹੜੀਆਂ ਸਕ੍ਰਿਪਟਾਂ ਗੀਆਂ, ਉਹ ਅਸੀਂ ਭਾਜੀ ਚੁੱਕਦੇ ਹਾਂ ਜੀ। ਦੇਖੋ ਜੀ, ਉਮੇਸ਼ ਆਪਣੇ ਬਲਜੀਤ ਮੋਗਾ ਜੀ, ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨ ਵਾਲੀਆਂ ਰਹਿੰਦੀਆਂ ਨੇ, ਬਹੁਤ ਸਾਰੀਆਂ ਕਰ ਲਈਆਂ ਨੇ, ਕਿਉਂਕਿ ਸਮਾਂ ਜਿਹੜਾ ਆ ਉਹ ਇਜਾਜ਼ਤ ਨਹੀਂ ਦੇ ਰਿਹਾ ਔਰ ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ। ਮੈਂ ਭਾਈ ਵੀਰ ਸਿੰਘ ਦੀ ਕਵਿਤਾ ਨੂੰ ਹਮੇਸ਼ਾ ਯਾਦ ਰੱਖਦਾ ਹੁੰਦਾ ਕਿ ਜਿਵੇਂ ਉਹ ਆਪਣੀ ਕਵਿਤਾ 'ਚ ਕਹਿੰਦੇ ਨੇ ਕਿ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਪੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ, ਉਹ ਅਜੇ ਸੰਭਾਲ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਸਮੇਂ ਦੀ ਕਦਰ ਕਰਦੇ ਹੋਏ ਆਪਾਂ ਆਪਣੇ ਅਗਲੇ ਸੈਗਮੈਂਟ ਵੱਲ ਵਧਾਂਗੇ। ਅੱਜ ਅਗਲਾ ਸੈਗਮੈਂਟ ਜਿਹੜਾ ਹੈ ਉਹ ਹੈ ਪੇਸ਼ੇ ਨਜ਼ਰ। ਪੇਸ਼ੇ ਨਜ਼ਰ ਦੇ ਵਿੱਚ ਅੱਜ ਕੀ ਪੇਸ਼ ਕਰ ਰਹੇ ਹੋ ਸਾਡੇ ਦਰਸ਼ਕਾਂ ਵਾਸਤੇ, ਕੀ ਲੈ ਕੇ ਆਏ ਹੋ? ਭਾਜੀ, ਮੈਂ ਜੋ ਕੋਸ਼ਿਸ਼ ਕੀਤੀ ਆ ਉਹ ਬੇਰੁਜ਼ਗਾਰੀ ਦੀ ਸਮੱਸਿਆ ਸਾਡੇ ਸਮਾਜ ਨੂੰ ਕਿਵੇਂ ਘੁਣ ਖਾ ਰਹੀ ਹੈ ਤੇ ਨੌਜਵਾਨਾਂ ਕੋਲੇ ਕੀ ਰਾਹ ਨੇ ਜੀ, ਉਹ ਮਤਲਬ ਗੁਰਸ਼ਰਨ ਭਾਜੀ ਦੀ ਲਿਖੀ ਹੋਈ ਰਚਨਾ ਵਿਕਲਪ ਮੈਂ ਕੋਸ਼ਿਸ਼ ਕੀਤੀ ਆ ਜੀ, ਉਹ ਤੁਹਾਡੇ ਸਾਹਮਣੇ ਵੇਖੀਏ ਜੀ। ਫਿਰ ਆਪਾਂ ਪੇਸ਼ੇ ਨਜ਼ਰ 'ਚ ਤੁਹਾਡੀ ਪੇਸ਼ਕਾਰੀ ਜੀ।
ਆਪਣੇ ਮਾਪਿਆਂ ਦੇ ਸਿਰ ਤੇ ਭਾਰ ਹਾਂ। ਪੜ੍ਹ ਕੇ ਢੇਰ ਜਮਾਤਾਂ ਬੇਰੁਜ਼ਗਾਰ ਹਾਂ। ਚਾਵਾਂ ਨਾਲ ਸੀ ਮਾਪਿਆਂ ਮੈਨੂੰ ਪੜ੍ਹਨੇ ਪਾਇਆ, ਲੱਗ ਜੂੰਗਾ ਅਫਸਰ ਬਾਪੂ ਮਨ ਅੰਦਰ ਆਇਆ। ਸਮੇਂ ਦੀਆਂ ਸਰਕਾਰਾਂ ਹੱਥੋਂ ਹੁੰਦਾ ਖਵਾਰ ਰਿਹਾ ਵਾਂ, ਪੜ੍ਹ ਕੇ ਢੇਰ ਜਮਾਤਾਂ ਬੇਰੁਜ਼ਗਾਰ ਰਿਹਾ। ਹੁਣ ਤਾਂ ਤੁਸੀਂ ਸਮਝੀ ਹੀ ਗਏ ਹੋਵੋਗੇ ਦੋਸਤੋ ਕਿ ਮੈਂ ਇੱਕ ਪੜ੍ਹਿਆ ਲਿਖਿਆ ਬੇਰੁਜ਼ਗਾਰ ਨੌਜਵਾਨ ਹਾਂ। ਪਿਛਲੇ ਲੰਮੇ ਸਮੇਂ ਤੋਂ ਮੈਂ ਨੌਕਰੀ ਲਈ ਦਰ ਦੀਆਂ ਠੋਕਰਾਂ ਖਾ ਰਿਹਾ, ਪਰ ਅੱਜ ਮੈਂ ਇੱਕ ਜਲਸੇ ਤੇ ਜਾਣਾ ਹੈ। ਅੱਜ ਮੈਂ ਹਰ ਹਾਲਤ 'ਚ ਮੰਤਰੀ ਸਾਹਿਬ ਨਾਲ ਗੱਲ ਕਰਨੀਓ ਹੀ ਕਰਨੀ ਹੈ। ਹੁਣ ਮੈਂ ਜਲਸੇ ਦੇ ਵਿੱਚ ਆ ਕੇ ਬੈਠ ਗਿਆ। ਉਹ ਸਾਹਮਣੇ ਮੰਤਰੀ ਸਾਹਿਬ ਖੜੇ ਨੇ। ਉਹਨਾਂ ਨੇ ਕੁਝ ਆਪਣਾ ਜਿਹੜਾ ਭਾਸ਼ਣ ਆ ਉਹ ਕੁਝ ਇਸ ਤਰ੍ਹਾਂ ਸ਼ੁਰੂ ਕੀਤਾ ਏ, ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਆ ਜੋ ਸਾਹਮਣੇ ਮੇਰੇ ਨੌਜਵਾਨ ਬੈਠੇ ਨੇ, ਮੇਰੇ ਦੇਸ਼ ਦਾ, ਮੇਰੇ ਸਮਾਜ ਦਾ ਭਵਿੱਖ ਨੇ। ਇਹਨਾਂ ਨੌਜਵਾਨਾਂ ਨੂੰ ਅਸੀਂ ਨੌਕਰੀਆਂ ਦੇਣ ਦਾ ਵਾਅਦਾ ਕਰਦੇ ਹਾਂ। ਅਸੀਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਚਨ ਲੈਂਦੇ ਹਾਂ, ਸਹੁੰ ਖਾਂਦੇ ਹਾਂ ਕਿ ਆ ਜਿਹੜੇ ਸਾਹਮਣੇ ਨੌਜਵਾਨ ਬੈਠੇ ਨੇ, ਹਰੇਕ ਨੌਜਵਾਨ ਨੂੰ ਨੌਕਰੀ ਤੇ 4 ਹਫ਼ਤਿਆਂ ਦੇ ਵਿੱਚ ਨਸ਼ੇ ਦਾ ਨਾਮੋ ਨਿਸ਼ਾਨ ਮਿਟਾ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਗੇ ਵੱਧ ਕੇ ਮੰਤਰੀ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ। ਕਿੰਨੇ ਸਾਲ ਹੋ ਗਏ ਮੈਨੂੰ ਧੱਕੇ ਖਾਂਦਿਆਂ ਨੂੰ, ਡਿਗਰੀਆਂ ਵਾਲੀਆਂ ਪਹਿਲਾਂ ਦੀਆਂ ਚੱਕ ਕੇ ਹਰ ਪਾਸੇ ਜਾਣਾ, ਪਰ ਮੈਂ ਵੇਖਿਆ ਮੰਤਰੀ ਜੀ ਕੋਲ ਤਾਂ ਟਾਈਮ ਹੀ ਨਹੀਂ। ਪਤਵੰਤੇ ਸੱਜਣਾ ਤੋਂ ਵਿਦਾਇਗੀ ਲੈ ਕੇ ਲਾਲ ਬੱਤੀ ਵਾਲੀ ਕਾਰ ਦੇ ਨੇੜੇ ਜਾ ਪਹੁੰਚੇ। ਉਹ ਕਾਰ ਵਿੱਚ ਬੈਠ ਕੇ ਰੁਖਸਤ ਹੋਣ ਹੀ ਵਾਲੇ ਸਨ ਕਿ ਮੈਂ ਭੱਜ ਕੇ ਉਹਨਾਂ ਨਾਲ ਗੱਲ ਕਰਨੀ ਚਾਹੀ, ਪਰ ਹਾਲੇ ਮੈਂ ਕਦਮ ਵੀ ਨਾ ਪੁੱਟ ਸਕਿਆ ਕਿ ਪਹਿਲੇ ਕਮਾਂਡੋ ਨੇ ਥਾੜ ਦੇਣੇ ਮੇਰੀ ਛਾਤੀ ਵਿੱਚ ਅਸਾਲਟ ਦਾ ਬੱਟ ਮਾਰਿਆ। ਮੇਰੀ ਡਿਗਰੀਆਂ ਵਾਲੀ ਫਾਈਲ ਇੱਕ ਪਾਸੇ ਡਿੱਗ ਪਈ ਤੇ ਮੈਂ ਮੁੱਦੇ ਮੂੰਹ ਦੂਜੇ ਪਾਸੇ ਜਾ ਡਿੱਗਾ। ਮੁੱਦੇ ਮੂੰਹ ਡਿੱਗਣ ਦੇ ਬਾਵਜੂਦ ਮੈਂ ਫੇਰ ਉੱਠਿਆ, ਮੈਂ ਫੇਰ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਕਮਾਂਡੋਜ਼ ਨੇ ਮੈਨੂੰ ਬੱਕਰੇ ਵਾਂਗੂ ਢਾਲਿਆ ਤੇ ਅੱਖਾਂ ਦੇ ਫੌਰ ਵਿੱਚ ਅੰਨੇ ਵਕ ਟੱਪਾ ਚਾੜਿਆ। ਉਹ ਅੰਨੇ ਵਕ ਟੱਪਾ ਚਾੜ ਕੇ ਮੰਤਰੀ ਦੀ ਲਾਲ ਬੱਤੀ ਵਾਲੀ ਕਾਰ ਦੇ ਪਿੱਛੇ ਲੱਗੀ ਜਿਪਸੀ ਵਿੱਚ ਬੈਠ ਕੇ ਆਪਣੇ ਸਾਥੀਆਂ ਨਾਲ ਹਵਾ ਹੋ ਗਏ। ਮੈਂ ਵੇਖਦਾ ਹੀ ਰਹਿ ਗਿਆ, ਬਸ ਵੇਖਦਾ ਹੀ ਰਹਿ ਗਿਆ। 2-4 ਬੰਦਿਆਂ ਦੀ ਫੋਕੀ ਹਮਦਰਦੀ ਹੇਠ ਮੈਂ ਆਪਣੇ ਆਪ ਉੱਠਿਆ। ਲੋਕਾਂ ਦੇ ਪੈਰਾਂ ਹੇਠਾਂ ਦੱਬੀ ਕੁਚਲੀ ਆਪਣੀ ਫਾਈਲ ਨੂੰ ਚੱਕਿਆ ਤੇ ਚੱਕ ਕੇ ਬੱਸ ਸਟੈਂਡ ਵੱਲ ਤੁਰ ਪਿਆ। ਮੈਂ ਬੱਸ ਵਿੱਚ ਬੈਠਾ, ਬਿਲਕੁਲ ਗੁੰਮਸੁੰਮ ਸੀ। ਸ਼ਾਇਦ ਪੁਰਾਣੇ ਵਕਤ ਹੁੰਦੇ ਤਾਂ ਮੇਰੀ ਇਹ ਹਾਲਤ ਵੇਖ ਕੇ ਕਿਸੇ ਦੀ ਹਮਦਰਦੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪੈ ਜਾਂਦੀ, ਪਰ ਹੁਣ ਜੋ ਆਵਾਜ਼ ਸੁਣੀ ਉਹ ਇਹ ਆਵਾਜ਼ ਸੀ, ਓ ਭਾਈ ਓਏ ਆ ਦੇਖ ਓਏ, ਉਹ ਯਾਰ ਆ ਨਹੀਂ ਖੜਾ ਜਿਹੜਾ, ਮੈਨੂੰ ਤਾਂ ਯਾਰ ਕਾਲਜ ਵਾਲਾ ਲੱਗਦਾ। ਦੇਖ ਮੈਂ ਸਾਲੇ ਨੇ ਖਾ ਕੇ ਕੁੜੀਆਂ ਤੋਂ ਛਿੱਤਰ ਉਹ ਮੂੰਹ ਚੋਂ ਲਹੂ ਵਗਾਇਆ। ਆਹੋ ਬਾਈ, ਇਹੋ ਜਿਹੇ ਭੂੰਡ ਆਸ਼ਕਾਂ ਦਾ ਇਹੋ ਤਾਂ ਹਾਲ ਹੁੰਦਾ। ਦੇਖਾਂ ਬਾਈ ਕਿਵੇਂ ਕੁੜੀਆਂ ਨੇ ਮਾਰ ਸੈਂਡਲ ਮੈਨੂੰ ਬਣਾਇਆ, ਮੈਨੂੰ ਦਰਦਨਾਕ ਬੋਲਾਂ ਦਾ ਸ਼ਰਾਟਾ ਜਿਵੇਂ ਮੇਰੇ ਕੱਲੇ ਜ਼ਖਮ ਨੂੰ ਖੁਰਚ ਗਿਆ ਹੋਵੇ। ਹੁਣ ਮੈਂ ਆਪਣੇ ਘਰ ਆਪਣੇ ਕਮਰੇ ਵਿੱਚ ਆ ਗਿਆ ਤੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖ ਰਿਹਾ। ਉਹ ਪਿਛਲੇ ਕਮਰੇ ਵਿੱਚ ਮੇਰੀ ਮਾਂ ਮੰਜੇ ਤੇ ਪਈ ਏ। ਉਹਨੇ ਮੇਰੇ ਕਦਮਾਂ ਦੀ ਆਵਾਜ਼ ਨੂੰ ਸੁਣ ਲਿਆ। ਉਹਨੂੰ ਪਤਾ ਲੱਗ ਗਿਆ ਕਿ ਮੈਂ ਘਰ ਆ ਗਿਆ ਤੇ ਪਿੱਛੋਂ ਹੀ ਆਵਾਜ਼ ਦੇ ਰਹੀ ਏ,
ਵੇ ਪੁੱਤ ਆ ਗਿਆ ਤੂੰ, ਵੇ ਕੀ ਬਣਿਆ ਤੇਰੀ ਨੌਕਰੀ ਦਾ, ਵੇ ਤੂੰ ਬੋਲਦਾ ਕਿਉਂ ਨਹੀਂ। ਪਰ ਮੈਂ ਕੁਝ ਨਹੀਂ ਬੋਲਦਾ ਤੇ ਨਾ ਹੀ ਅੰਦਰ ਜਾਂਦਾ ਹਾਂ, ਕਿਉਂਕਿ ਮਾਂ ਮੇਰੇ ਚਿਹਰੇ ਵੱਲ ਵੇਖ ਕੇ ਫਿਕਰਮੰਦ ਹੋਵੇਗੀ ਤੇ ਮੇਰੀ ਇਹ ਹਾਲਤ ਕਰਨ ਵਾਲਿਆਂ ਨੂੰ ਤੁਰ ਅਸੀਸਾਂ ਦੇਵੇਗੀ। ਬੇੜੀ ਬਹਿ ਜੇ ਇਹਨਾਂ ਔਤਾਂ ਦੀ, ਵੇਖਾਂ ਕਿਵੇਂ ਸੱਪਾਂ ਵਾਂਗੂ ਕੁਰਸੀਆਂ ਤੇ ਕੁੰਡਲੀਆਂ ਮਾਰੀ ਬੈਠੇ ਨੇ। ਵੇ ਜ਼ਾਲਮੋ, ਜੇ ਜਵਾਕਾਂ ਨੂੰ ਕੁਝ ਦੇਣਾ ਨਹੀਂ ਐ ਤਾਂ ਨਾ ਮਾਰੋ। ਵੇ ਤੇਰਾ ਕਸੂਰ ਕੀ ਸੀ? ਮਾਂ ਮੈਂ ਉਹਨਾਂ ਕੋਲੋਂ ਨੌਕਰੀ ਮੰਗਦਾ ਸੀ, ਇਹਨਾਂ ਡਿਗਰੀਆਂ ਦੇ ਸਿਰ ਤੇ ਕੰਮ ਮੰਗਦਾ ਸੀ। ਮਾਵਾਂ ਦਾ ਤਾਂ ਹਮੇਸ਼ਾ ਤੇ ਇਹੋ ਕਿਰਦਾਰ ਰਿਹਾ ਹੈ। ਮਾਵਾਂ ਹਮੇਸ਼ਾ ਜ਼ਖਮਾਂ ਦੇ ਉੱਤੇ ਮੱਲਮ ਲਾਉਂਦੀਆਂ ਨੇ ਤੇ ਹਾਕਮ ਸਰਕਾਰਾਂ ਜ਼ਖਮਾਂ ਦੇ ਉੱਤੇ ਨੂਣ ਭੁੱਕਦੇ ਨੇ, ਨੂਣ। ਇਸ ਸ਼ੀਸ਼ੇ ਵਿੱਚ ਜਦੋਂ ਵੀ ਮੈਂ ਆਪਣਾ ਚਿਹਰਾ ਤੱਕਦਾ ਤਾਂ ਬਹੁਤ ਕੁਝ ਸੋਚਦਾ, ਬਹੁਤ ਕੁਝ ਸੋਚਦਾ। ਮੈਂ ਆਪਣੀ ਇਸ ਛੋਟੀ ਜਿਹੀ ਜ਼ਿੰਦਗੀ ਵਿੱਚ ਕੀ ਕੋਈ ਨਹੀਂ ਵੇਖਿਆ, ਕੀ ਕੋਈ ਨਹੀਂ ਵੇਖਿਆ। ਇਹ ਪਰਨਾ ਮੇਰੇ ਨਾਨਕੇ ਟੱਬਰ ਦੀ ਆਖਰੀ ਨਿਸ਼ਾਨੀ ਹੈ। 84 ਦੇ ਦੰਗਿਆਂ ਵੇਲੇ ਸਾਡੇ ਨਾਨਕੇ ਟੱਬਰ ਵਿੱਚ ਦੋ ਹੀ ਜੀ ਬਾਕੀ ਰਹਿ ਗਏ ਸੀ, ਇੱਕ ਮੇਰੀ ਮਾਂ ਤੇ ਇੱਕ ਮੇਰਾ ਮਾਮਾ। ਮੇਰਾ ਮਾਮਾ ਡੇਰੇ ਦਾ ਸਾਧ ਬਣ ਗਿਆ। ਸਾਧ ਕੀ ਬਣਿਆ, ਬਸ ਮੰਗਣਾ ਤੇ ਖਾਣਾ ਹੀ ਉਹਦਾ ਧਰਮ ਬਣ ਗਿਆ। ਪਰ ਮੇਰੇ ਮਾਮੇ ਦਾ ਮੇਰੇ ਨਾਲ ਬੜਾ ਨਿੱਘਾ ਮੋਹ ਸੀ ਤੇ ਕਦੇ ਕਦੇ ਸਾਡੇ ਘਰ ਵੀ ਆਉਂਦਾ ਹੁੰਦਾ ਸੀ ਤੇ ਆਉਂਦਿਆਂ ਹੀ ਮੈਨੂੰ ਆਖਦਾ, ਹਾਂ ਬਈ ਪੁੱਤਰਾ, ਉਹ ਤੇਰੀ ਘਾਟ ਉਹ ਫੁੱਲਾਂ ਤੇ ਖੇਡਦੀ ਆ ਕਿ ਨਹੀਂ? ਅੱਗੋਂ ਮੈਂ ਆਖਦਾ, ਆਹੋ ਮਾਮਾ, ਖੇਡਦੀ ਐ ਘਾਟ ਉਹ ਫੁੱਲਾਂ ਤੇ। ਬਈ ਵਾਹ ਮਾਮਾ, ਤੂੰ ਤਾਂ ਨਾ ਸਾਰੇ ਹੀ ਫਿਕਰ ਲਾਤੇ। ਬਈ ਮਾਮਾ, ਸਾਡੀ ਲੋਕ ਬੋਲੀਆਂ ਚੋਂ ਇੱਕ ਬੋਲੀ ਐ ਕਿ ਨੀ ਮੈਂ ਪੁੱਤ ਤਾਂ ਜੱਟ ਦਾ ਸੀ, ਕਮਲਿਓ ਰੰਨ ਨੇ ਸਾਧ ਬਣਾਤਾ। ਪਰ ਮਾਮਾ, ਉਹ ਕਿਹੜੀ ਕਰਮਾਂ ਵਾਲੀ ਸੀ ਜਿਹੜੀ ਸਾਡੀ ਮਾਮੀ ਤਾਂ ਨਾ ਬਣ ਸਕੀ, ਪਰ ਤੂੰ ਉਹਦੇ ਪਿੱਛੇ ਸਾਧ ਜ਼ਰੂਰ ਬਣ ਗਿਆ। ਅੱਗੋਂ ਮੇਰਾ ਮਾਮਾ ਮੈਨੂੰ ਉਦਾਸ ਹੋ ਕੇ ਆਖਦਾ, ਉਹ ਪੁੱਤਰਾ, ਉਹ ਕੋਈ ਨਹੀਂ ਸੀ, ਮੈਨੂੰ ਤੇ ਪੁੱਤਰਾ ਢਿੱਡ ਦੀ ਭੁੱਖ ਨੇ ਸਾਧ ਬਣਾਤਾ। ਸਗੋਂ ਬੋਲੀ ਤੇ ਇਹ ਹੋਣੀ ਚਾਹੀਦੀ ਸੀ ਕਿ ਨਹੀਂ ਮੈਂ ਪੁੱਤ ਤਾਂ ਜੱਟ ਦਾ ਸੀ, ਕਮਲਿਓ ਅੰਨ ਦੀ ਭੁੱਖ ਨੇ ਸਾਧ ਬਣਾਤਾ, ਢਿੱਡ ਦੀ ਭੁੱਖ ਨੇ ਸਾਧ ਬਣਾਤਾ। ਮੇਰਾ ਬਾਪੂ ਹਮੇਸ਼ਾ ਮੇਰੇ ਮਾਮੇ ਨੂੰ ਆਖਦਾ ਹੁੰਦਾ ਸੀ, ਓ ਸੰਤਿਆ, ਉਹ ਕੀ ਸਾਲਿਆ ਤੂੰ ਜੱਟਪਣੇ ਨੂੰ ਲਾਜ ਲਈ ਆ, ਹੈ ਆ ਪਾ ਕੇ ਬਗਲੀ ਜੀ ਮੋਢੇ 'ਚ ਕਰਕੇ ਸਵਾਹ ਨਾ ਮੂੰਹ ਚਿੱਟਾ ਤੂੰ ਫਿਰਦਾ ਰਹਿਣਾ ਬੂਬਨਿਆਂ ਮਗਰ। ਉਹ ਇੱਥੇ ਸਾਡੇ ਨਾਲ ਖੇਤੀ 'ਚ ਮਿਹਨਤ ਮਸ਼ੱਕਤ ਕਰ ਲਿਆ ਕਰ, ਉਹ ਜਿਹੋ ਜੀ ਰੁੱਖੀ ਮਿੱਸੀ ਅਸੀਂ ਖਾਂਦੇ ਆ ਉਹੋ ਜੀ ਤੂੰ ਖਾ ਛੱਡਿਆ ਕਰ। ਅੱਗੋਂ ਮੇਰਾ ਮਾਮਾ ਆਖਦਾ, ਓਏ ਕਮਲਿਓ, ਉਹ ਕਮਲਿਓ, ਚਾਰ ਡਲਿਆਂ 'ਚੋਂ ਨਿਕਲਣਾ ਕੀ ਆ? ਚੰਗੀ ਜ਼ਮੀਨ ਹੋਵੇ ਤਾਂ ਬੰਦਾ ਮਿਹਨਤ ਮਸ਼ੱਕਤ ਕਰਦਾ ਵੀ ਚੰਗਾ ਲੱਗਦਾ। ਆ ਥੋੜੀ ਜ਼ਮੀਨ ਤਾਂ ਬਾਈ ਸਿਆਂ ਆੜਤੀਆਂ ਦਾ ਕਰਜ਼ਾ ਹੀ ਵਧਾਉਂਦੀ ਆ। ਮੇਰਾ ਮਾਮਾ ਛੇਤੀ ਚਲਾਣਾ ਕਰ ਗਿਆ, ਪਰ ਜਦੋਂ ਆਖਰੀ ਵਾਰ ਸਾਡੇ ਘਰ ਆਇਆ ਸੀ ਤਾਂ ਉਹਨੇ ਇਹ ਭਰਨਾ ਧੋ ਕੇ ਕਿੱਲੀ ਤੇ ਟੰਗਿਆ ਸੀ ਤੇ ਫਿਰ ਲਿਜਾਣਾ ਹੀ ਭੁੱਲ ਗਿਆ। ਮੇਰੀ ਮਾਂ ਨੇ ਇਹ ਪਰਨਾ ਮਾਮੇ ਦੀ ਆਖਰੀ ਨਿਸ਼ਾਨੀ ਸਮਝ ਕੇ ਸਾਂਭ ਕੇ ਰੱਖਿਆ ਹੋਇਆ। ਇਹ ਪਰਨਾ ਛੱਡ ਕੇ ਫਿਰ ਮੈਂ ਆ ਫਾਈਲ ਚੱਕ ਲੈਣਾ, ਕਿਉਂਕਿ ਇਸ ਫਾਈਲ ਵਿੱਚ ਮੇਰੇ ਬਾਪੂ ਦੀ ਇੱਕ ਤਸਵੀਰ ਹੈ ਜਿਸ ਵਿੱਚ ਉਹ ਮੁਸਕਰਾ ਰਿਹਾ ਹੈ। ਬਾਪੂ ਦੀ ਇਹ ਤਸਵੀਰ ਵੇਖ ਕੇ ਮੈਨੂੰ ਉਹਨਾਂ ਵੇਲਿਆਂ ਦੀ ਯਾਦ ਆ ਗਈ ਜਦੋਂ ਮੇਰਾ 10ਵੀਂ ਦਾ ਨਤੀਜਾ ਨਿਕਲਿਆ ਸੀ। ਬਾਪੂ ਕਿੰਨਾ ਖੁਸ਼ ਸੀ ਤੇ ਮੇਰੀ ਮਾਂ ਨੂੰ ਆਖਦਾ, ਓ ਪਾਲੀ ਦੀ ਮਾਂ, ਉਹ ਹੁਣ ਨਾ ਘਬਰਾਈ, ਉਹ ਫੱਟੇ ਚੱਕ ਦੇਣੇ ਆਪਣੇ ਪੁੱਤ ਨੇ, ਫੱਟੇ। ਸ਼ਾਇਦ ਉਦੋਂ ਆਖਰੀ ਵਾਰੀ ਸੀ ਜਦੋਂ ਮੈਂ ਆਪਣੇ ਬਾਪੂ ਦੇ
ਚਿਹਰੇ ਤੇ ਖੁਸ਼ੀ ਵੇਖੀ ਸੀ, ਮੁਸਕਾਨ ਵੇਖੀ ਸੀ। ਉਂਝ ਤੇ ਬਾਪੂ ਹਮੇਸ਼ਾ ਉਦਾਸ ਰਹਿੰਦਾ ਸੀ, ਫਿਕਰਾਂ ਵਿੱਚ ਹੀ ਡੁੱਬਿਆ ਰਹਿੰਦਾ ਸੀ। ਉਂਝ ਵੀ ਭਲਾ 8 ਬਿੱਗੇ ਜ਼ਮੀਨ ਦੇ ਜ਼ੋਰ ਨਾਲ ਬੰਦਾ ਹੱਸ ਵੀ ਕਿਵੇਂ ਸਕਦਾ ਹੈ। ਮੇਰਾ ਬਾਪੂ 8 ਬਿੱਗੇ ਜ਼ਮੀਨ ਨਾਲ ਹਮੇਸ਼ਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ, ਹਮੇਸ਼ਾ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ। ਉਹਨੇ ਇੱਕ ਵੀ ਦਿਨ ਹੱਸ ਕੇ ਨਹੀਂ ਸੀ ਵੇਖਿਆ, ਪਰ ਫਿਰ ਵੀ ਉਹ ਹਰ ਸਾਲ ਹਰ ਤਰ੍ਹਾਂ ਸੌਖਾ ਹੋਣ ਦੀ ਬਜਾਏ ਔਖਾ ਹੁੰਦਾ, ਤੰਗ ਹੁੰਦਾ। ਵਿਰਸੇ ਵਿੱਚ ਮਿਲੀ ਇਹ ਮੁੱਠੀ ਭਰ ਜ਼ਮੀਨ, ਉੱਤੋਂ ਮੇਰੇ ਦਾਦੇ ਦੀ ਕਰਜ਼ੇ ਦੀ ਪੰਡ ਦਾ ਭਾਰ, ਮੇਰੀ ਪੜ੍ਹਾਈ ਤੇ ਫੜਿਆ ਹੋਇਆ ਕਰਜ਼ਾ, ਸਾਰਾ ਕੁਝ ਮੇਰੇ ਬਾਪੂ ਦੇ ਸਿਰ ਤੇ ਪੈ ਗਿਆ। ਜਿਉਂ ਵਕਤ ਗੁਜ਼ਰਦਾ ਗਿਆ, ਜ਼ਮੀਨ ਸੁੰਗੜਦੀ ਗਈ। ਤੇ ਕਰਜ਼ੇ ਦੀ ਪੰਡ ਭਾਰੀ ਤੋਂ ਭਾਰੀ ਹੁੰਦੀ ਗਈ। ਮੈਥੋਂ ਵੱਡੀ ਭੈਣ ਦੇ ਵਿਆਹ ਤੇ ਬਾਪੂ ਨੇ 1 ਬਿੱਗੇ ਜ਼ਮੀਨ ਗਹਿਣੇ ਧਰ ਦਿੱਤੀ ਸੀ, ਜਿਸ ਨੂੰ ਉਹ ਫਿਰ ਕਦੇ ਵੀ ਨਾ ਛੁਡਵਾ ਸਕਿਆ। ਪਰ ਪਤਾ ਨਹੀਂ ਕਿੱਦਾਂ ਦੀ ਮਿੱਟੀ ਦਾ ਬਣਿਆ ਹੋਇਆ ਸੀ ਮੇਰਾ ਬਾਪੂ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੇਰਾ ਬਾਪੂ ਮੈਨੂੰ ਹਿੱਕ ਥਾਪੜ ਕੇ ਕਹਿੰਦਾ, ਉਹ ਮੁੰਡਿਆ ਤੂੰ ਨਾ ਘਬਰਾਈ ਓਏ, ਮੈਨੂੰ ਨਾ ਪੁੱਤਰਾ ਭਾਵੇਂ ਸੂਈ ਦੇ ਨੱਕੇ ਥਣੀ ਲੰਘਣਾ ਪੈ ਜੇ, ਪਰ ਤੈਨੂੰ ਨਾ ਸਿਰੇ ਤੱਕ ਪੜਾਉ। ਬਸ ਪੁੱਤਰਾ ਇੱਕ ਵਾਰੀ ਪੜ੍ਹ ਲਿਖ ਕੇ ਨਾ ਯੁੱਗ ਪਲਟ ਕੇ ਦਿਖਾ ਦੇ, ਯੁੱਗ। ਪਰ ਬਾਪੂ ਇਹ ਕਿਵੇਂ ਹੋ ਸਕਦਾ ਸੀ? ਅੱਜ ਤੱਕ ਕਿਸੇ ਵੀ ਮਾਂ ਨੇ ਅਜਿਹਾ ਕੋਈ ਸੂਰਮਾ ਪੁੱਤ ਨਹੀਂ ਸੀ ਜੰਮਿਆ ਜੋ ਛੋਟੀ ਕਿਸਾਨੀ ਨੂੰ ਪੜ੍ਹਾਈ ਦੇ ਪੁਲਾਂ ਵਿਚਾਲੋਂ ਕੱਢ ਸਕਦਾ, ਕਿਸਾਨਾਂ ਦੇ ਕਰਜ਼ੇ ਨੂੰ ਲਾ ਸਕਦਾ। ਅਜਿਹਾ ਧਰਤੀ ਤੇ ਕੋਈ ਸੂਰਮਾ ਨਹੀਂ ਸੀ, ਅਜਿਹਾ ਧਰਤੀ ਤੇ ਕੋਈ ਬਹਾਦਰ ਨਹੀਂ ਸੀ, ਅਜਿਹਾ ਧਰਤੀ ਤੇ ਕੋਈ ਪੈਗੰਬਰ ਨਹੀਂ ਸੀ, ਕੋਈ ਨਹੀਂ ਸੀ ਅਜਿਹਾ ਜਹਾਨ ਤੇ। ਪਿਛਲੇ ਸਾਲ ਤਾਂ ਸਾਰਿਆਂ ਦਾ ਹੀ ਝੁੱਗਾ ਚੌੜ ਹੋ ਗਿਆ ਸੀ। ਐਨ ਪੱਕਣ ਤੇ ਆਈਆਂ ਫਸਲਾਂ ਤੇ ਗੜੇ ਦੀ ਮਾਰ ਪੈ ਗਈ। ਦੂਜੇ ਪਾਸੇ ਸਰਕਾਰ, ਆੜ੍ਹਤੀਏ ਰਲ ਮਿਲ ਕੇ ਕਿਸਾਨਾਂ ਨੂੰ ਲੁੱਟਣ ਲੱਗ ਪਏ। ਇੱਥੇ ਹੀ ਬਸ ਨਹੀਂ ਦੋਸਤੋ, ਉਹ ਕਿਸਾਨ ਜਿਹੜਾ ਸਾਰੀ ਧਰਤੀ ਦਾ ਅੰਨਦਾਤਾ ਕਮਾਉਂਦਾ ਸੀ, ਉਹ ਕਿਸਾਨ ਜਿਹੜਾ ਲੱਖਾਂ ਕਰੋੜਾਂ ਲੋਕਾਂ ਦੇ ਢਿੱਡ ਨੂੰ ਰੋਟੀ ਦਿੰਦਾ ਸੀ, ਉਹ ਕਿਸਾਨ ਖੁਦਕੁਸ਼ੀਆਂ ਵਾਲੇ ਕਾਲੇ ਸਮੁੰਦਰਾਂ ਵਿੱਚ ਛਾਲਾਂ ਮਾਰਨ ਲੱਗ ਪਿਆ। ਇੱਥੇ ਹੀ ਬਸ ਨਹੀਂ, ਮੇਰਾ ਬਾਪੂ ਵੀ ਇੱਕ ਦਿਨ ਸਾਡੇ ਟਿਊਬਲ ਵਾਲੇ ਕੋਠੇ 'ਚ ਸਲਫਾਸ ਦੀਆਂ ਗੋਲੀਆਂ ਖਾ ਕੇ ਇੱਕ ਜਿੰਦਾ ਲਾਸ਼ ਬਣਿਆ ਪਿਆ ਸੀ। ਆਏ ਬਾਪੂ ਆਏ, ਬਾਪੂ। ਬਾਪੂ ਦੇ ਹੱਥ ਵਿੱਚ ਇੱਕ ਕਾਗਜ਼ ਦਾ ਟੁਕੜਾ ਸੀ, ਜਿਸ ਉੱਤੇ ਉਸਨੇ ਕੁਝ ਲਿਖਿਆ ਹੋਇਆ ਸੀ, ਜੋ ਮੈਨੂੰ ਅਜੇ ਤੱਕ ਵੀ ਬੜੀ ਚੰਗੀ ਤਰ੍ਹਾਂ ਯਾਦ ਹੈ। ਕੀ ਲਿਖਿਆ ਸੀ ਬਾਪੂ ਨੇ? ਕੀ ਲਿਖਿਆ ਸੀ ਬਾਪੂ ਨੇ? ਮੈਂ ਹਾਰ ਗਿਆ ਪਾਲੀ ਦੀ ਮਾਂ, ਮੈਨੂੰ ਮਾਫ ਕਰੀ। ਮੇਰੇ ਕੋਲ ਇਸ ਤੋਂ ਸਿਵਾ ਹੋਰ ਕੋਈ ਰਾਹ ਨਹੀਂ ਸੀ ਪਾਲੀ ਦੀ ਮਾਂ, ਮੈਨੂੰ ਮਾਫ ਕਰੀ। ਮੇਰੀ ਮਾਂ ਨੇ ਉਸ ਕਾਗਜ਼ ਦੇ ਟੁਕੜੇ ਨੂੰ ਮੇਰੇ ਬਾਪੂ ਦੀ ਆਖਰੀ ਨਿਸ਼ਾਨੀ ਸਮਝ ਕੇ ਸਾਂਭ ਕੇ ਰੱਖਿਆ ਹੋਇਆ ਹੈ। ਇਸ ਫਾਈਲ ਦੇ ਵਿੱਚ ਇੱਕ ਤਸਵੀਰ ਹੋਰ ਹੈ। ਮੇਰੀ ਬਾਪੂ ਦੀ ਤਸਵੀਰ ਦੇ ਪਿੱਛੇ ਤਸਵੀਰ ਹੈ ਨੂਰੀ ਦੀ। ਨੂਰੀ
ਨੂਰੀ ਮੇਰੀ ਜ਼ਿੰਦਗੀ 'ਚ ਨੂਰ ਬਣ ਕੇ ਆਈ ਸੀ। ਸਾਰਾ ਜਹਾਨ ਚੰਗਾ ਲੱਗ ਰਿਹਾ ਸੀ ਕਿਉਂਕਿ ਉਹਦੇ ਵਿੱਚ ਉਹ ਵਿਚਰ ਰਹੀ ਸੀ, ਹੱਸ ਰਹੀ ਸੀ, ਖੇਡ ਰਹੀ ਸੀ, ਕਰ ਰਹੀ ਸੀ ਆਪਣੇ ਦਿਲ ਦੇ ਚਾਅ ਪੂਰੇ। ਮੈਂ ਤੇ ਨੂਰੀ ਨੇ ਬੜੇ ਸੁਪਨੇ ਦੇਖੇ ਸੀ, ਇੱਕ ਸੋਹਣੀ ਜਿਹੀ ਜ਼ਿੰਦਗੀ ਦੇ, ਪਿਆਰੀ ਜਿਹੀ ਜ਼ਿੰਦਗੀ ਦੇ। ਜਿਵੇਂ ਹੀ ਮੇਰੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਹੋਈ ਤਾਂ ਮੈਂ ਨੌਕਰੀ ਲਈ ਹੱਥ ਪੱਲੇ ਮਾਰਨੇ ਸ਼ੁਰੂ ਕਰਤੇ। ਦੂਜੇ ਪਾਸੇ ਨੂਰੀ ਦੇ ਘਰਦਿਆਂ ਨੇ ਨੂਰੀ ਦੇ ਉੱਪਰ ਵਿਆਹ ਲਈ ਪ੍ਰੈਸ਼ਰ ਪਾਉਣਾ, ਜ਼ੋਰ ਪਾਉਣਾ ਸ਼ੁਰੂ ਕਰਤਾ। ਮੈਨੂੰ ਕੋਈ ਕੰਮ ਮਿਲ ਨਹੀਂ ਰਿਹਾ ਸੀ, ਇਸ ਕਰਕੇ ਮੈਂ ਬਾਪੂ ਨਾਲ ਗੱਲ ਕੀਤੀ ਕਿ ਗ੍ਰੈਜੂਏਸ਼ਨ ਤਾਂ ਬਹੁਤ ਕਰੀ ਫਿਰਦੇ ਆ, ਮੈਂ ਹੋਰ ਉੱਚੀ ਪੜ੍ਹਾਈ ਪੜ੍ਹਨੀ ਆ, ਪੋਸਟ ਗ੍ਰੈਜੂਏਸ਼ਨ ਦੇ ਵਿੱਚ ਐਡਮਿਸ਼ਨ ਲੈਣੀ ਆ। ਬਾਪੂ ਨੇ ਕਰਜ਼ਾ ਚੱਕ ਕੇ ਮੈਨੂੰ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਐਡਮਿਸ਼ਨ ਦਿਵਾ ਦਿੱਤੀ। ਦੂਜੇ ਪਾਸੇ ਨੂਰੀ ਨੇ ਆਪਣੀ ਮਾਂ ਨਾਲ ਗੱਲ ਸਾਂਝੀ ਕੀਤੀ। ਮਾਂ ਨੇ ਉਹਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ 2 ਸਾਲ ਦਾ ਸਮਾਂ ਦੇ ਦਿੱਤਾ ਉਹਨੂੰ। ਦੂਜੇ ਪਾਸੇ ਮੈਂ ਦਿਨ ਰਾਤ ਮਨ ਲਾ ਕੇ ਪੜ੍ਹਾਈ ਕਰ ਰਿਹਾ ਸੀ ਕਿਉਂਕਿ ਮੇਰੇ ਕੋਲੇ ਇਸ ਤੋਂ ਸਿਵਾ ਹੋਰ ਰਾਹ ਹੀ ਨਹੀਂ ਸੀ ਕੋਈ। ਮੈਂ ਇੱਕ ਤਾਂ ਨੂਰੀ ਨੂੰ ਬਚਾਉਣਾ ਸੀ, ਦੂਜਾ ਬਾਪੂ ਦਾ ਕਰਜ਼ਾ ਲਾਉਣਾ ਸੀ। ਜਿਵੇਂ ਹੀ ਮੈਂ ਆਪਣੀ ਵਧੀਆ ਨੰਬਰਾਂ ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰਕੇ ਬਾਹਰ ਨਿਕਲਿਆ ਤਾਂ ਮੈਂ ਆਪਣੀਆਂ ਕੋਸ਼ਿਸ਼ਾਂ, ਆਪਣੇ ਐਫਰਟਸ ਹੋਰ ਵੀ ਤੇਜ਼ ਕਰਤੇ, ਪਰ ਮੇਰਾ ਕੁਝ ਬਣ ਨਹੀਂ ਰਿਹਾ ਸੀ। ਨੂਰੀ ਦੇ ਘਰਦਿਆਂ ਨੇ ਹੋਰ ਨੂਰੀ ਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰਤਾ। ਉਹਦੀ ਉਮਰ ਲੰਘੀ ਜਾਂਦੀ ਸੀ। ਨੂਰੀ ਨੇ ਮੈਨੂੰ ਕਿਹਾ ਕਿ ਤੂੰ ਮੈਨੂੰ, ਮੈਂ ਹੋਰ ਨਹੀਂ ਰੁਕ ਸਕਦੀ, ਤੂੰ ਮੈਨੂੰ ਲੈ ਜਾ। ਪਰ ਮੈਂ ਕਿੱਥੇ ਲੈ ਜਾਂਦਾ ਉਹਨੂੰ, ਮੇਰੇ ਕੋਲੇ ਕਿਹੜਾ ਨੌਕਰੀ ਸੀ, ਕਿੱਥੇ ਰੱਖਦਾ ਉਹਨੂੰ, ਕੀ ਖਵਾਉਂਦਾ। ਮੈਂ ਹੋਰ ਯਤਨ ਵਧਾਤੇ ਨੌਕਰੀ ਦੇ। ਕਸ਼ਮਕਸ਼ ਚੱਲ ਹੀ ਰਹੀ ਸੀ ਕਿ ਇੱਕ ਖਬਰ ਨੇ ਮੈਨੂੰ ਝੰਜੋੜ ਕੇ ਰੱਖਤਾ। ਉਹ ਖਬਰ ਸੀ, ਉਹ ਖਬਰ ਨੂਰੀ ਦੇ ਵਿਆਹ ਦੀ ਖਬਰ ਸੀ। ਨੂਰੀ ਦੇ ਵਿਆਹ ਦੀ ਖਬਰ ਸੀ। ਸਭ ਤੋਂ ਖਤਰਨਾਕ ਹੁੰਦਾ ਏ ਸਾਡੇ ਸੁਪਨਿਆਂ ਦਾ ਮਰ ਜਾਣਾ। ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ। ਨੂਰੀ ਦੇ ਜਾਣ ਤੋਂ ਬਾਅਦ, ਬਾਪੂ ਦੇ ਜਾਣ ਤੋਂ ਬਾਅਦ ਮੈਂ ਬਹੁਤ ਉਦਾਸ ਰਹਿਣ ਲੱਗ ਪਿਆ ਸੀ। ਹਰ ਵੇਲੇ ਫਿਕਰਾਂ ਵਿੱਚ ਹੀ ਡੁੱਬੇ ਰਹਿਣਾ। ਇੱਕ ਦਿਨ ਮੇਰਾ ਦੋਸਤ ਮੇਰੇ ਕੋਲੇ ਆਇਆ। ਉਹ ਦੋਸਤ ਜਿਹੜਾ ਪਹਿਲਾਂ ਪੜ੍ਹਾਈ ਦੇ ਵਿੱਚ ਬੜਾ ਅੱਵਲ ਸੀ ਤੇ ਨੌਕਰੀ ਲਈ ਮੇਰੇ ਵਾਂਗ ਸੰਘਰਸ਼ ਕਰਦਾ ਹੁੰਦਾ ਸੀ। ਉਹ ਮੇਰੇ ਕੋਲੇ ਆਇਆ ਤੇ ਮੈਨੂੰ ਕਹਿੰਦਾ, ਓਏ ਪਾਲੀ, ਓਏ ਕੀ ਹਰ ਵੇਲੇ ਸਰਜਾ ਸੁੱਟ ਕੇ ਬੈਠਾ ਰਹਿਣਾ? ਓਏ ਆ ਚੱਕ ਪੁੜੀਆਂ। ਹੱਕ ਜੇ ਮਿੱਤਰਾ ਧਰਤੀ ਤੇ ਸੁਰਗ ਨਾ ਉਤਰ ਆਇਆ ਫੇਰ ਕਹੀਂ। ਇੱਕ ਵਾਰੀ ਤਾਂ ਮੇਰਾ ਜੀ ਕੀਤਾ ਕਿ ਮੈਂ ਉਹ ਜਿਹੜੀਆਂ ਨਸ਼ੇ ਵਾਲੀਆਂ ਪੁੜੀਆਂ ਸੀ ਉਹ ਸ਼ੱਕ ਨਾ, ਹਰ ਵੇਲੇ ਟੈਨਸ਼ਨ ਦੇ ਵਿੱਚ ਰਹਿਣ ਨਾਲੋਂ ਕੁਝ ਸਮੇਂ ਦਾ ਘੜੀ ਪਲ ਦਾ ਚੈਨ, ਘੜੀ ਪਲ ਦੀ ਸ਼ਾਂਤੀ ਤਾਂ ਮਿਲੂ। ਪਰ ਪਤਾ ਨਹੀਂ ਕੀ ਸੋਚ ਕੇ ਮੈਂ ਉਹ ਪੁੜੀਆਂ ਸਾਈਡ ਦੇ ਉੱਤੇ ਰੱਖ ਦਿੱਤੀਆਂ। ਸਵੇਰ ਤੋਂ ਲੈ ਕੇ ਹੁਣ ਤੱਕ ਹੋਈਆਂ ਸਾਰੀਆਂ ਘਟਨਾਵਾਂ ਬਾਰੇ ਜਦੋਂ ਮੈਂ ਸੋਚਦਾ ਤਾਂ ਸਵਾਲ ਕਰਦਾ ਹਾਂ ਆਪਣੇ ਆਪ ਨੂੰ, ਆਪਣੇ ਬਾਪ ਨੂੰ, ਆਪਣੇ ਮਾਮੇ ਨੂੰ ਤੇ ਆਪਣੇ ਵਰਗੇ ਲੱਖਾਂ ਕਰੋੜਾਂ ਬੇਰੁਜ਼ਗਾਰ ਨੌਜਵਾਨ ਭੈਣਾਂ ਤੇ ਭਰਾਵਾਂ ਨੂੰ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਏ। ਕੀ ਕਰੀਏ ਅਸੀਂ, ਕੀ ਕਰੀਏ ਅਸੀਂ, ਕੀ ਕਰੀਏ, ਕੀ ਕਰੀਏ। ਹਾਂ, ਹੁਣ ਮੇਰੀਆਂ ਅੱਖਾਂ ਦੇ ਸਾਹਮਣੇ 3 ਰਾਹ ਘੁੰਮ ਰਹੇ ਨੇ। 3 ਰਾਹ। ਪਹਿਲਾ ਰਾਹ ਹੈ ਇਹ ਮੇਰੇ ਮਾਮੇ ਵਾਲਾ ਰਾਹ, ਭਗਵਾਂ ਵਾਣਾ ਪਾਲਾ, ਹੈਨਾ, ਸਾਧ ਬਣ ਜਾ, ਸਭ ਤੋਂ ਵਧੀਆ ਰਾਹ, ਠੀਕ ਹੈ ਨਾ। ਵੱਡਾ ਡੇਰਾ ਖੋਲਣਾ, ਛੋਟਾ ਚੇਲਾ ਚਪਟਾ ਬਣ ਜਾ, ਜਾਂ ਘਰ ਜਾ ਕੇ ਮੰਗਾ ਪਾਲਾ,
ਭੀਖਿਆ ਮੰਗਣ ਵਾਲਾ ਪਾਲਾ, ਏ ਬਾਬਾ ਅੱਲਾ ਕੇ ਨਾਮ पे दे दे। ਨਹੀਂ ਯਾਰ, ਇਹ ਜਿਹੜਾ ਇਹ ਰਾਹ ਗਾ, ਇਹ ਜ਼ਿੰਦਗੀ ਤੋਂ ਭਗੌੜੇ ਹੋਣ ਦਾ ਪ੍ਰਤੀਕ ਹੈ। ਮੈਂ ਇਹ ਰਾਹ ਨਹੀਂ ਅਪਣਾਵਾਂਗਾ। ਤੇ ਦੂਜਾ ਰਾਹ, ਹਾਂ ਦੂਜਾ ਰਾਹ ਮੇਰੇ ਬਾਪੂ ਵਾਲਾ ਰਾਹ ਵਾਲਾ। ਮਰ ਜੋ, ਪੀ ਲੋ ਦਵਾਈ, ਮਰ ਜੋ, ਪੀ ਲੋ ਦਵਾਈ, ਮਰ ਜੋ, ਗੱਲ ਹੀ ਖਤਮ ਹੋ ਜੇ ਸਾਰੀ। ਨਹੀਂ ਯਾਰ, ਮੈਂ ਇਹ ਰਾਹ ਨਹੀਂ ਅਪਣਾਵਾਂਗਾ, ਕਿਉਂਕਿ ਇਹ ਰਾਹ ਮੇਰੀਆਂ ਨਜ਼ਰਾਂ ਵਿੱਚ ਜ਼ਿੰਦਗੀ ਤੋਂ ਹਾਰ ਜਾਣ ਦਾ ਪ੍ਰਤੀਕ ਹੈ। ਤੇ ਤੀਜਾ ਰਾਹ, ਹੈ ਇਹ ਨਸ਼ੇ ਦੀਆਂ ਪੁੜੀਆਂ। ਹਾਂ, ਇਹ ਸਭ ਤੋਂ ਵਧੀਆ ਰਾਹ ਹਨਾ। ਇਹ ਅਪਣਾ ਲੈਣਾ ਮੈਂ। ਕਰ ਲੋ ਨਸ਼ੇ ਹਨਾ, ਨਸ਼ੇ ਖਾ ਕੇ ਕਮਲੇ ਜੇ ਹੋ ਜਾਓ, ਸਿਰ ਘਮਾਓ ਹਨਾ, ਇੱਕ ਲੋਰ ਜੀ ਚ ਰਹੋ, ਠੀਕ ਹੈ ਨਾ। ਗੈਂਗ ਬਣਾ ਲਓ, ਗੈਂਗ ਆਉਂਦੇ ਜਾਂਦੇ ਲੋਕਾਂ ਦੀਆਂ ਚੈਨੀਆਂ ਖਿੱਚੋ, ਗੋਲੀਆਂ ਚਲਾਓ, ਠ ਠ ਠ ਠ ਠ। ਇਹ ਅਪਣਾ ਲਾ ਮੈਂ। ਨਹੀਂ, ਗੁਰੂਆਂ ਪੀਰਾਂ ਦੀ ਧਰਤੀ ਦਾ ਵਾਰਸ ਹੋ ਕੇ, ਭਗਤ ਸਿੰਘ ਦੀ ਧਰਤੀ ਦਾ ਵਾਰਸ ਹੋ ਕੇ, ਕਰਤਾਰ ਸਿੰਘ ਸਰਾਭੇ ਦੀ ਧਰਤੀ ਦਾ ਵਾਰਸ ਹੋ ਕੇ ਮੈਂ ਇਸ ਰਾਹ ਤੇ ਤੁਰਾਂ ਨਹੀਂ। ਇਹ ਰਾਹ ਜ਼ਲਾਲਤ ਦਾ ਪ੍ਰਤੀਕ ਹੈ। ਮੈਂ ਇਸ ਨੂੰ ਵੀ ਨਹੀਂ ਅਪਣਾਵਾਂਗਾ। ਫਿਰ ਮੇਰੇ ਕੋਲੇ ਕੀ ਰਾਹ ਵਾ? ਮੈਂ ਕਿੱਧਰ ਜਾਵਾਂ, ਕੀ ਕਰਾਂ? ਹਾਂ, ਇੱਕ ਰਾਹ ਹੋਰ ਵੀ ਹੈ। ਉਹ ਹੈ ਸੰਘਰਸ਼ ਦਾ ਰਾਹ। ਇਹ ਕਿਰਪਾਨ ਮੇਰੇ ਦਾਦੇ ਦੀ ਸੀ। ਉਹ ਇਸ ਨੂੰ ਹਰ ਇੱਕ ਮੋਰਚੇ ਤੇ ਲੈ ਕੇ ਜਾਇਆ ਕਰਦਾ ਸੀ। ਇਹ ਕਿਰਪਾਨ ਜਿਹਦੇ ਮੇਰੀਆਂ ਅੱਖਾਂ ਸਾਹਮਣੇ ਕਈ ਰੂਪ ਘੁੰਮ ਰਹੇ ਨੇ। 10ਵੇਂ ਗੁਰਾਂ ਦੇ ਹੱਥ ਵਿੱਚ ਫੜੀ ਇਹ ਕਿਰਪਾਨ ਜਾਬਰਾਂ ਦੇ ਖਿਲਾਫ ਲੜਨ ਦਾ ਪ੍ਰਤੀਕ ਸੀ। ਗਦਰੀ ਝੰਡਿਆਂ ਤੇ ਛਾਈ ਇਹ ਕਿਰਪਾਨ ਆਜ਼ਾਦੀ ਅਤੇ ਅਣਖ ਦਾ ਪ੍ਰਤੀਕ ਸੀ। ਇਹ ਕਿਰਪਾਨ ਫੜ ਕੇ ਸੰਬੋਧਨ ਹੁੰਨਾ ਮੈਂ ਆਪਣੇ ਆਪ ਨੂੰ, ਆਪਣੇ ਬਾਪ ਨੂੰ, ਆਪਣੇ ਮਾਮੇ ਨੂੰ ਤੇ ਆਪਣੇ ਵਰਗੇ ਲੱਖਾਂ ਕਰੋੜਾਂ ਬੇਰੁਜ਼ਗਾਰ ਨੌਜਵਾਨ ਭੈਣਾਂ ਤੇ ਭਰਾਵਾਂ ਨੂੰ ਕਿ ਅਸੀਂ ਇਹ ਸਭ ਕੁਝ ਕਦੋਂ ਤੱਕ ਬਰਦਾਸ਼ਤ ਕਰਦੇ ਰਹਾਂਗੇ? ਜਿੱਥੇ ਬਰਾਬਰੀ ਦਾ ਸਮਾਜ ਨਾ ਹੋਵੇ, ਮਿਹਨਤ ਦਾ ਮੁੱਲ ਨਾ ਪਵੇ, ਪੈਸੇ ਵਾਲੇ ਦੀ ਸਰਦਾਰੀ ਹੋਵੇ, ਡਰ ਡਰ ਕੇ ਜ਼ਿੰਦਗੀ ਜਿਉਣੀ ਪਵੇ, ਸੁਪਨਿਆਂ ਦੀ ਮੌਤ ਹੋ ਜੇ। ਨਹੀਂ, ਸਾਨੂੰ ਇਹ ਸਾਰੇ ਵਰਤਾਰੇ ਨੂੰ ਬਦਲਣ ਦੀ ਲੋੜ ਹੈ। ਚਿੱਟੇ ਚੋਲੇ ਤੇ ਭਗਵੇਂ ਵਾਣੇ ਸਾਡਾ ਰਾਹ ਨਹੀਂ। ਖੁਦਕੁਸ਼ੀਆਂ ਵਾਲੇ ਕਾਲੇ ਸਮੁੰਦਰਾਂ 'ਚ ਛਾਲਾਂ ਮਾਰਦੀਆਂ ਸਾਡਾ ਰਾਹ ਨਹੀਂ। ਨਸ਼ੇ ਕਰਨੇ, ਸਿਰ ਘਮਾਉਣੇ ਸਾਡਾ ਰਾਹ ਨਹੀਂ। ਸਾਡਾ ਤੇ ਰਾਹ ਇੱਕੋ ਹੈ। ਸਾਡੇ ਗੁਰੂਆਂ ਦਾ ਰਾਹ, ਸਾਡੇ ਸ਼ਹੀਦਾਂ ਦਾ ਰਾਹ, ਇਨਕਲਾਬ ਦਾ ਰਾਹ, ਸੰਘਰਸ਼ ਦਾ ਰਾਹ। ਇਨਕਲਾਬ ਜ਼ਿੰਦਾਬਾਦ। ਹਾਂਜੀ ਪਿਆਰੇ ਦਰਸ਼ਕੋ, ਤੁਸੀਂ ਪੇਸ਼ੇ ਨਜ਼ਰ ਦੇ ਵਿੱਚ ਸਾਡੇ ਅੱਜ ਦੇ ਕਲਾਕਾਰ ਬਲਜੀਤ ਮੋਗਾ ਜੀ ਦੇ ਦੁਆਰਾ ਪੇਸ਼ ਰਚਨਾ, ਜਿਹਨੂੰ ਵਿਧਾਗਤ ਨਜ਼ਰੀਏ ਤੋਂ ਦਰਸ਼ਕਾਂ ਤੇ ਛੱਡ ਦਿੰਦੇ ਆ,
ਸੋਲੋ ਨਾਟਕ ਵੀ ਕਹਿ ਸਕਦੇ ਆ, ਕੁਛ ਹੋਰ ਵੀ ਕਹਿ ਸਕਦੇ ਹੋ। ਬਹੁਤ ਖੂਬਸੂਰਤ ਪੇਸ਼ਕਾਰੀ ਜਿਹੜੀ ਹੈ, ਇਹ ਗੱਲ ਜਿਹੜੀ ਇੱਕ ਨਹੀਂ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ, ਬਹੁਤ ਸਾਰੇ ਮੁੱਦੇ ਜਿਹੜੇ ਨੇ ਇਸ ਨਾਟਕ ਦੇ ਜ਼ਰੀਏ ਜਿਹੜੇ ਨੇ ਉਹ ਤੁਹਾਡੇ ਸਨਮੁਖ ਪੇਸ਼ ਕੀਤੇ ਨੇ। ਔਰ ਬਲਜੀਤ ਜੀ, ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਇਸ ਪੇਸ਼ਕਾਰੀ ਦੇ ਲਈ। ਔਰ ਸਾਡਾ ਚੌਥਾ ਸੈਗਮੈਂਟ ਸ਼ੁਰੂ ਹੋ ਗਿਆ ਜਿਸ ਦਾ ਨਾਮ ਹੈ ਚਰਚਾ। ਔਰ ਇਸ ਚਰਚਾ ਸੈਗਮੈਂਟ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ, ਵਿਚਾਰ ਚਰਚਾ ਕਰਾਂਗੇ ਤੁਹਾਡੀ ਇਸ ਪੇਸ਼ਕਾਰੀ ਦੇ ਬਾਰੇ ਔਰ ਤੁਹਾਡੇ ਜੀਵਨ ਦੇ ਬਾਰੇ। ਕੁਝ ਹੋਰ ਸਵਾਲ ਜਿਹੜੇ ਨੇ ਜੋ ਸਾਡੇ ਦਰਸ਼ਕਾਂ ਦੇ ਮਨ ਦੇ ਵਿੱਚ ਹੋਣਗੇ ਉਹ ਸਾਂਝੇ ਕਰਾਂਗੇ ਇਸ ਮੰਚ ਤੋਂ ਜੀ। ਬਹੁਤ ਖੂਬਸੂਰਤ ਨਾਟਕ ਸੀਗਾ ਜੀ, ਬਹੁਤ ਖੂਬਸੂਰਤ ਪੇਸ਼ਕਾਰੀ। ਬਹੁਤ ਸਾਰੇ ਸਾਡੇ ਕੋਲ ਦਰਸ਼ਕਾਂ ਨੇ ਆਪਣੇ ਆਪਣੇ ਪ੍ਰਤੀਕਰਮ ਦਿੱਤੇ ਨੇ, ਆਪਣਾ ਆਪਣਾ ਨਜ਼ਰੀਆ ਇਹਨਾਂ ਪੇਸ਼ਕਾਰੀਆਂ ਦੇ ਵਿੱਚ, ਪੇਸ਼ਕਾਰੀ ਵਿੱਚ ਅਲੱਗ-ਅਲੱਗ ਜਿਹੜੇ ਤੁਸੀਂ ਰਿਸ਼ਤੇ ਨਿਭਾਏ ਨੇ, ਅਲੱਗ-ਅਲੱਗ ਅਦਾਕਾਰੀ ਦੇ ਜੋ ਰੂਪ ਦਿਖਾਏ ਨੇ, ਚਾਹੇ ਉਹ ਇੱਕ ਨੌਜਵਾਨ ਹੈ, ਚਾਹੇ ਉਹ ਮਾਂ ਦਾ ਕਰੈਕਟਰ ਹੈ, ਚਾਹੇ ਮਾਮਾ ਦਾ ਹੈ, ਚਾਹੇ ਪਿਤਾ ਦਾ ਹੈ, ਚਾਹੇ ਉਹ ਨੌਜਵਾਨ ਸੰਘਰਸ਼ਸ਼ੀਲ ਨੌਜਵਾਨ ਹੈ, ਚਾਹੇ ਉਹਦੇ ਦੋਸਤ ਨੇ, ਚਾਹੇ ਪਿੰਡ ਵਾਲੇ ਕੋਈ ਹੋਰ ਲੋਕ ਨੇ। ਵੱਖ-ਵੱਖ ਲੋਕਾਂ ਨੂੰ ਤੁਸੀਂ ਆਪਣੇ ਉਸ ਕਲਾ ਦੇ ਅਨੁਭਵ ਦੇ ਨਾਲ ਪੇਸ਼ ਕੀਤਾ ਹੈ, ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ। ਸਾਡੇ ਦਰਸ਼ਕ ਇਸ ਪੇਸ਼ਕਾਰੀ ਤੋਂ ਬਹੁਤ ਪ੍ਰਭਾਵਿਤ ਹੋਏ ਨੇ। ਬਹੁਤ ਖੂਬਸੂਰਤ ਉਹਨਾਂ ਨੇ ਅਲਫਾਜ਼ ਜਿਹੜੇ ਨੇ ਉਹ ਤੁਹਾਡੇ ਵਾਸਤੇ ਲਿਖੇ ਨੇ। ਬਹੁਤ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਤੁਹਾਨੂੰ ਬਲਜੀਤ ਭਾਜੀ, ਧੀਰਤ ਸ਼ਰਮਾ ਜੀ ਲਿਖਦੇ ਨੇ। ਜੀ ਆਰਤੀ, ਕੰਗਰੈਟਸ। ਬੌਬੀ ਸਿੱਧੂ ਜੀ ਸਾਡੇ ਨਾਲ ਪਿਛਲੇ 47-48 ਦਿਨ ਤੋਂ ਲਗਾਤਾਰ ਜੁੜੇ ਹੋਏ ਨੇ ਔਰ ਰੋਜ਼ ਵੇਖਦੇ ਨੇ ਇਹ ਵੀ ਮੰਚ ਤੇ ਪ੍ਰੋਗਰਾਮ ਔਰ ਤੁਹਾਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ। ਗੁਰਸੇਵਕ ਗਿੱਲ, ਬਲਜੀਤ ਵੀਰ ਜੀ, ਬਹੁਤ ਕਮਾਲ ਦਾ ਇਹ ਇਸ਼ਾਰਾ ਜਿਹੜਾ ਦਿੱਤਾ ਤੁਹਾਨੂੰ ਵਿੱਚ ਕਿਉਂਕਿ ਜਦੋਂ ਸ਼ਬਦ ਬੰਦੇ ਕੋਲ ਮੁੱਕ ਜਾਂਦੇ ਤੇ ਫਿਰ ਜਿਹੜੇ ਸਾਈਨ ਜਿਹੜੇ ਨੇ ਉਹ ਫਿਰ ਜਿਹੜੇ ਕੰਮ ਕਰਦੇ ਨੇ ਉਹ ਤੁਹਾਨੂੰ ਦਿੱਤੇ ਨੇ। ਔਰ ਸਾਡੇ ਨਾਲ ਗੁਰਸੇਵਕ ਗਿੱਲ ਹੋਣਾ ਨੇ ਲਿਖਿਆ, ਬਹੁਤ ਵਧੀਆ ਬਲਜੀਤ ਵੀਰ ਜੀ, ਬਹੁਤ ਚੰਗੀ ਸ਼ੁਰੂਆਤ ਸੀਗੀ। ਬਲਜਿੰਦਰ ਸਿੰਘ ਲੇਲਨਾ ਜੀ, ਇਹ ਵੀ ਸਾਡੇ ਨਾਲ ਰੋਜ਼ ਜੁੜਦੇ ਨੇ। ਬਹੁਤ ਸਾਰੇ ਲਗਭਗ ਉਹੀ ਸਾਡੇ ਕੋਲ ਆਡੀਅנס, ਉਹੀ ਦਰਸ਼ਕ ਹੁੰਦੇ ਨੇ ਜਿਹੜੇ ਕਿ ਥੀਏਟਰ ਨੂੰ ਪਿਆਰ ਕਰਦੇ ਨੇ ਔਰ ਦਿਲੋਂ ਪਿਆਰ ਕਰਦੇ ਨੇ, ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਕਰਦੇ ਨੇ ਔਰ ਜੁੜੇ ਹੁੰਦੇ ਨੇ ਰੋਜ਼ ਸਾਡੇ ਨਾਲ 8 ਤੋਂ 9 ਵਜੇ ਇਸ ਵਰਚੁਅਲ ਮੰਚ ਦੇ ਉੱਤੇ। ਅੱਜ ਫਿਰ ਸਾਡੇ ਨਾਲ ਜੁੜੇ ਹੋਏ ਨੇ ਜਗਦੀਸ਼ ਸਿੰਘ ਜੀ, ਹਰਮੀਤ ਸਿੰਘ ਜੀ। ਹਰਮੀਤ ਸਿੰਘ ਹੋਣਾ ਲਿਖਿਆ, ਕਰਾਰੀ ਚੋਟ ਹੈ ਸਿਸਟਮ ਦੇ ਉੱਤੇ। ਔਰ ਅਮਨਦੀਪ ਮੋਨੀ, ਵੀ ਮੰਚ, ਬਹੁਤ ਬਹੁਤ ਵਧੀਆ ਉਪਰਾਲਾ, ਬਹੁਤ ਢੇਰ ਸਾਰੀਆਂ ਮੁਬਾਰਕਾਂ। ਔਰ ਰਾਹੁਲ ਆਰੀਆ ਹੋਣਾ ਲਿਖਿਆ, ਇਹ ਸਮਾਂ ਏਦਾਂ ਹੀ ਚੱਲਦਾ ਰਹੇ, ਤੁਹਾਡੇ ਵਰਗੀਆਂ ਰੱਬੀ ਸ਼ਖਸੀਅਤਾਂ ਸਾਡੇ ਜੀਵਨ ਨੂੰ ਸੰਘਰਸ਼ ਵੱਲ ਤੋਰਨ ਲਈ ਸਾਨੂੰ ਆਪਣੇ ਅਨੁਭਵ ਦਾ ਗਿਆਨ ਦਿੰਦੀਆਂ ਰਹਿਣ। ਜਿੰਦਾਬਾਦ ਵੀਰ ਜੀ। ਔਰ ਅੱਗੇ ਗੁਰਮੀਤ ਕਰਿਆਲ ਵੀ ਹੋਣੀ ਲਿਖਿਆ, ਬਲਜੀਤ ਵਧੀਆ ਪੇਸ਼ਕਾਰੀ ਕੀਤੀ ਹੈ। ਜਗਦੇਵ ਢਿੱਲੋਂ ਦੇ ਨਾਟਕ ਮਾਂ ਦਾ ਬੂਟਾ ਦੀ ਤੁਹਾਡੀ ਟੀਮ ਵੱਲੋਂ ਕੀਤੀ ਪੇਸ਼ਕਾਰੀ ਯਾਦ ਰਹਿੰਦੀ ਹੈ। ਮੋਨਿਕਾ ਐਮ ਹੋਣੀ ਲਿਖਿਆ, ਵੰਡਰਫੁਲ ਪਰਫਾਰਮੈਂਸ, ਸੋ ਰੀਅਲ। ਗੁਰਮੀਤ ਕੜਿਆਲ ਵੀ ਉਹਨਾਂ ਨੇ ਆਪਣਾ ਆਪਣਾ ਹਿੱਸਾ ਦੀ ਜੋ ਕਿ ਵਰਿਆਮ ਸੰਧੂ ਉਹਨਾਂ ਦੀ ਕਹਾਣੀ ਹੈ ਉਹਦਾ ਰੈਫਰੈਂਸ ਦਿੱਤਾ ਕਿ ਉਹਦੀ ਵੀ ਤੁਸੀਂ ਪੇਸ਼ਕਾਰੀ ਬਹੁਤ ਵਧੀਆ ਕੀਤੀ ਸੀਗੀ। ਰਿਸ਼ਵ ਸ਼ਰਮਾ ਜ਼ੀਰਾ ਤੋਂ ਨੇ, ਉਹ ਕਹਿ ਰਹੇ ਨੇ ਕਿ ਸਰ ਯੂ ਆਰ ਮਾਈ ਰੋਲ ਮਾਡਲ, ਤੁਹਾਨੂੰ ਆਪਣਾ ਰੋਲ ਮਾਡਲ ਮੰਨਦੇ ਨੇ। ਸੁਪਰ ਪਰਫਾਰਮੈਂਸ ਹੈ ਤੁਹਾਡੀ, ਜੋ ਇੱਥੇ ਕਮੈਂਟ ਸਾਨੂੰ ਮਿਲਿਆ। ਸੰਜੀਵਨ ਸਿੰਘ ਹੁਮਣੀ ਲਿਖਦੇ ਨੇ ਕਿ ਰੰਗਮੰਚ ਸਲਾਮਤ ਰਹੇ, ਚੜ੍ਹਦੀ ਕਲਾ ਵਿੱਚ ਰਹੇ। ਪਰਮਿੰਦਰ ਪਾਲ ਹੁਣੀ ਸਾਡੇ ਨਾਲ ਜੁੜੇ ਹੋਏ ਨੇ। ਰਿਸ਼ਵ ਸ਼ਰਮਾ ਜ਼ੀਰਾ ਤੋਂ ਨੇ। ਬੌਬੀ ਸਿੱਧੂ ਗ੍ਰੇਟ ਗੋਇੰਗ ਲਿਖ ਰਹੇ ਨੇ। ਔਰ ਇਸੇ ਤਰ੍ਹਾਂ ਅੱਗੇ ਸਾਡੇ ਕੋਲ ਕਮਲੇਸ਼ ਉੱਪਲ ਜੀ, ਬਹੁਤ ਵਧੀਆ ਅਦਾਕਾਰੀ ਹੈ ਜੀ ਤੁਹਾਡੀ ਔਰ ਤੁਹਾਨੂੰ ਮੁਬਾਰਕਬਾਦ ਦਿੱਤੀ ਹੈ ਜੀ ਕਮਲੇਸ਼ ਉੱਪਲ ਹੋਣਾ ਨੇ। ਸੁਰੇਸ਼ ਮਹਿਤਾ ਜੀ ਨੇ ਲਿਖਿਆ ਕਿ ਅੱਜ ਦੇ ਸਮੇਂ ਦਾ ਸੱਚ ਅਤੇ ਇੱਕੋ ਇੱਕ ਹੱਲ, ਦਾਤੀਆਂ ਕਲਮਾਂ ਤੇ ਹਥੌੜੇ ਇਕੱਠੇ ਕਰ ਲਓ ਸੰਦ ਉਹ ਯਾਰ, ਤਕੜੀ ਇੱਕ ਤਰਸ਼ੂਲ ਬਣਾਓ, ਯੁੱਧ ਕਰੋ ਪ੍ਰਚੰਡ ਉਹ ਯਾਰ। ਜੋ ਤੁਸੀਂ ਲਾਸਟ ਚੌਥਾ ਰਸਤਾ ਜਿਹੜਾ ਦੱਸਿਆ ਸੀਗਾ ਉਹਦੇ ਵੱਲ ਉਹਨਾਂ ਦਾ ਇਸ਼ਾਰਾ ਹੈ ਕਿ ਸੰਘਰਸ਼ ਹੀ ਕਿਸੇ ਮਸਲੇ ਦਾ ਹੱਲ ਹੋ ਸਕਦਾ ਹੈ। ਅੱਗੇ ਸਾਡੇ ਕੋਲ ਸਰਬਜੀਤ ਸਿੰਘ ਅਰੋੜਾ ਨੇ, ਬੜੇ ਹੀ ਅਹਿਮ ਮੁੱਦੇ ਨੂੰ ਛੋਹਣ ਦੀ ਬੜੀ ਹੀ ਖੂਬ ਕੋਸ਼ਿਸ਼, ਆਮ ਇਨਸਾਨ ਦੀ ਜ਼ਿੰਦਗੀ ਦੀ ਬੇਹੱਦ ਸਜੀਵ ਪੇਸ਼ਕਾਰੀ ਉਹਨਾਂ ਨੇ ਲਿਖਿਆ। ਹੀਰਾ ਰੰਧਾਵਾ ਜੀ ਲਿਖਦੇ ਨੇ, ਨਿਮਨ ਕਿਸਾਨਾਂ ਦੇ ਹਾਲਾਤ ਦੀ ਵਧੀਆ ਪੇਸ਼ਕਾਰੀ ਕੀਤੀ ਹੈ ਜੀ ਤੁਸੀਂ ਨਾਟਕ ਦੇ ਵਿੱਚ। ਬਲਜਿੰਦਰ ਸਿੰਘ ਲੇਲਨਾ ਫਿਰ ਲਿਖਦੇ ਨੇ, ਬਹੁਤ ਵਧੀਆ ਪੇਸ਼ਕਾਰੀ, ਸਮੇਂ ਦੀ ਸੱਚਾਈ, ਡਾਇਲੌਗ ਡਿਲੀਵਰੀ ਬਹੁਤ ਵਧੀਆ, ਬਹੁਤ ਬਹੁਤ ਵਧਾਈ ਬਲਜੀਤ, ਤੁਹਾਨੂੰ ਵਧਾਈ ਭੇਜੀ ਹੈ ਜੀ, ਕਬੂਲ ਕਰਿਓ।
ਜਦੋਂ ਤੁਸੀਂ ਤੀਸਰੇ ਹੱਲ ਦੀ ਗੱਲ ਕੀਤੀ ਸੀ ਤੇ ਉਸ ਵੇਲੇ ਸਾਡੇ ਦਰਸ਼ਕ ਹਰਮੀਤ ਸਿੰਘ ਹੁਣਾਂ ਨੇ ਕਮੈਂਟ ਲਿਖਿਆ ਸੀ, ਚੌਥਾ ਹੱਲ ਜਿਹੜਾ ਤੁਸੀਂ ਰਸਤਾ ਦੱਸ ਰਹੇ ਸੀ ਉਹ ਬਾਅਦ ਵਿੱਚ ਸੰਘਰਸ਼ ਦੀ ਗੱਲ ਕੀਤੀ। ਉਹਨਾਂ ਨੇ ਤੀਸਰੇ ਰਸਤੇ ਤੱਕ ਜਦੋਂ ਤੁਹਾਨੂੰ ਸੁਣਿਆ, ਵੇਖਿਆ, ਉਸ ਪੇਸ਼ਕਾਰੀ ਨੂੰ ਵੇਖਿਆ ਤੇ ਆਪਣਾ ਕਮੈਂਟ ਉਦੋਂ ਕੀਤਾ ਸੀ। ਪਰ ਇਹ ਸਾਰੇ ਰਾਹਾਂ ਨਾਲ ਰਾਜਨੀਤਿਕ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੇ ਤਾਂ ਹਰ ਹੀਲੇ ਸੱਤਾ ਹਾਸਲ ਕਰ ਹੀ ਲੈਣੀ ਹੈ। ਚੌਥੀ ਜਦੋਂ ਸੰਘਰਸ਼ ਦੀ ਗੱਲ ਆਉਂਦੀ ਹੈ, ਫਿਰ ਉਸ ਤੋਂ ਬਾਅਦ ਤੁਹਾਡੇ ਵਾਸਤੇ ਹੋਰ ਵੀ ਬੜੇ ਸਾਰੇ ਸਾਡੇ ਕੋਲ ਕਮੈਂਟਸ ਨੇ। ਅਨੀਤਾ ਸ਼ਬਦੀਸ਼ ਹੁਣੀ ਆਪ ਇਸ ਖੇਤਰ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਲਿਖਿਆ ਬਹੁਤ ਹੀ ਵਧੀਆ ਜੀ, ਜਿਉਂਦੇ ਵਸਦੇ ਰਹੋ, ਤੁਹਾਡੇ ਵਾਸਤੇ ਸ਼ੁਭ ਕਾਮਨਾਵਾਂ ਭੇਜੀਆਂ ਨੇ ਜੀ। ਗ੍ਰੇਟ ਪਰਫਾਰਮੈਂਸ ਸੁਖਵੰਤ ਸਿੰਘ ਦੌਦ ਹੋਣੀ ਲਿਖਦੇ ਨੇ। ਜਸ ਕਰਨ ਕਿੱਥੇ ਚੱਲ ਰਿਹਾ, ਉਹਨਾਂ ਨੇ ਕੁਛ ਆਪਣਾ ਮਨ ਦਾ ਭਾਵ ਪੇਸ਼ ਕੀਤਾ ਔਰ ਇਸੇ ਤਰ੍ਹਾਂ ਤੁਹਾਨੂੰ ਡਟੇ ਰਹਿਣ ਲਈ ਕਿਹਾ। ਬਹੁਤ ਬਹੁਤ ਪਿਆਰ ਸਾਡੇ ਦਰਸ਼ਕਾਂ ਨੇ ਰਜਿੰਦਰ ਬੁਲਟ ਹੋਣੀ ਦਿੱਤਾ, ਹਰਮੀਤ ਸਿੰਘ ਹੋਣੀ ਬਹੁਤ ਖੂਬਸੂਰਤ ਪੇਸ਼ਕਾਰੀ, ਕਮਾਲ ਦੀ ਪੇਸ਼ਕਾਰੀ। ਬਹੁਤ ਸਾਰੇ ਸਾਡੇ ਕੋਲ ਕਮੈਂਟ ਨੇ, ਬਹੁਤ ਸਾਰੇ ਕੰਪਲੀਮੈਂਟਸ ਨੇ। ਚੰਦਰ ਅਦੀਬ ਹੋਣੀ ਤੁਹਾਡੇ ਵਾਸਤੇ ਲਿਖਦੇ ਨੇ, ਵਿਸ਼ਾ ਪਲੱਸ ਮੰਚ, ਚੋਣ ਸੋਚਣ ਵਿਚਾਰਨ ਯੋਗ, ਅਦਾਕਾਰੀ ਪ੍ਰਭਾਵ ਭਰਪੂਰ, ਮੰਚ ਸੰਪਤੀ ਦਾ ਢੁਕਵਾਂ ਪ੍ਰਯੋਗ, ਸਵਾਲ ਇਸ ਪ੍ਰਕਾਰ ਦਾ ਕੁਦਰਤੀ ਮੰਚ ਕਿਉਂ ਚੁਣਿਆ? ਤੁਹਾਡੇ ਵਾਸਤੇ ਇੱਕ ਸਵਾਲ ਹੈ ਜੀ, ਨੋਟ ਕਰ ਲਓ ਜੀ। ਇਸ ਪ੍ਰਕਾਰ ਦਾ ਜਿਹੜਾ ਤੁਸੀਂ ਖੁੱਲੇ ਵਾਤਾਵਰਣ ਦੇ ਵਿੱਚ ਇੱਕ ਰੁੱਖ ਦੇ ਥੱਲੇ ਉਹ ਕਿਉਂ ਚੁਣਿਆ? ਇਹ ਤੁਹਾਡੇ ਵਾਸਤੇ ਸਵਾਲ ਜਿਹੜਾ ਸਾਡੇ ਚੰਦਰ ਅਦੀਬ ਹੋਣਾ ਦਾ ਜੀ, ਇਹ ਆਪਾਂ ਅੱਗੇ ਗੱਲ ਜਿਹੜੇ ਆ ਕਰਾਂਗੇ ਜੀ। ਅੱਗੇ ਜੀ ਸਾਡੇ ਕੋਲ ਬੌਬੀ ਸਿੱਧੂ ਜੁੜੇ ਹੋਏ ਨੇ। ਲਵਜਿੰਦਰ ਸਿੰਘ ਜੌਹਲ, ਇਨਕਲਾਬ ਜ਼ਿੰਦਾਬਾਦ ਵੀਰ ਜੀ, ਸੰਘਰਸ਼ ਦੇ ਰਸਤੇ ਨੂੰ ਸਲਾਮ ਹੈ ਜੀ। ਬਲਜਿੰਦਰ ਸਿੰਘ ਲੇਲਨਾ ਫਿਰ ਲਿਖਦੇ ਨੇ, ਉਹਨਾਂ ਨੇ ਮੇਰੇ ਬਾਰੇ ਲਿਖਿਆ, ਵੈਸੇ ਤੇ ਤੁਸੀਂ ਜਦੋਂ ਕਰਦੇ ਹੋ ਚੰਗਾ ਹੀ ਕਰਦੇ ਹੋ, ਚਲੋ ਸ਼ੁਕਰੀਆ ਜੀ ਬਹੁਤ ਬਹੁਤ। ਰਾਹੁਲ ਹੁਣੇ ਵੀ ਮੇਰੇ ਬਾਰੇ ਲਿਖਿਆ ਜੀ। ਬਹੁਤ ਸਾਰੇ ਸਾਡੇ ਕੋਲ ਕਮੈਂਟਸ ਨੇ, ਬਹੁਤ ਸਾਰੇ ਹੋਰ ਕੰਪਲੀਮੈਂਟਸ ਨੇ। ਬਹੁਤ ਬਹੁਤ ਸ਼ੁਕਰੀਆ ਸਾਰੇ ਦਰਸ਼ਕਾਂ ਸਰੋਤਿਆਂ ਦਾ ਔਰ ਸਾਡੇ ਵਿਊਅਰਸ ਦਾ, ਜਿਨ੍ਹਾਂ ਨੇ ਆਪਣੇ ਆਪਣੇ ਪ੍ਰਤੀਕਰਮ, ਆਪਣੇ ਆਪਣੇ ਸਵਾਲ ਜਾਂ ਫਿਰ ਸ਼ੁਭ ਕਾਮਨਾਵਾਂ ਜਿਹੜੀਆਂ ਨੇ ਇਸ ਪਰਫਾਰਮੈਂਸ ਨੂੰ ਦਿੱਤੀਆਂ ਨੇ। ਮੈਂ ਬਹੁਤ ਪ੍ਰਭਾਵਿਤ ਹੋਇਆ ਇਸ ਪਰਫਾਰਮੈਂਸ ਤੋਂ। ਮੈਂ ਵੀ, ਆਪਾਂ ਵੀ ਗੱਲਬਾਤ ਜਿਹੜੀ ਆ ਉਹ ਕਰਾਂਗੇ। ਸਵਾਲ ਜਿਹੜਾ ਸਾਡੇ ਚੰਦਰ ਅਦੀਬ ਹੋਣਾ ਦਾ ਸੀਗਾ ਜੀ, ਆਪਾਂ ਉੱਥੇ ਪਹੁੰਚਦੇ ਹਾਂ ਜੀ ਕਿ ਖੁੱਲਾ ਮੰਚ ਤੁਸੀਂ ਚੁਣਿਆ, ਬੜਾ ਖੂਬਸੂਰਤ ਉਹ ਸਾਰਾ ਦ੍ਰਿਸ਼ ਜਿਹੜਾ ਉਹ ਦਿਖ ਰਿਹਾ ਸੀਗਾ। ਇਹੋ ਜਿਹਾ ਕਿਉਂ ਚੁਣਿਆ? ਕੋਈ ਹੋਰ ਵੀ ਚੁਣਿਆ ਜਾ ਸਕਦਾ ਸੀਗਾ? ਕੁਝ ਦੱਸੋ ਭਾਜੀ। ਦੇ ਦੋ ਕਾਰਨ ਸੀ। ਪਹਿਲਾ ਕਾਰਨ, ਮੈਂ ਹੁਣ ਰੈਂਟ ਤੇ ਰਹਿ ਰਿਹਾ, ਉੱਪਰ ਮਤਲਬ ਰਹਿ ਰਿਹਾ, ਨੀਚੇ ਫੈਮਿਲੀ ਆ, ਤੇ ਇਸ ਕਰਕੇ ਜੇ ਮੈਂ ਮਤਲਬ ਤੁਹਾਨੂੰ ਪਤਾ ਜਦੋਂ ਕਲਾਕਾਰ ਬਹਿਣ ਦੇ ਵਿੱਚ ਵਹਿ ਜਾਂਦਾ ਤਾਂ ਫਿਰ ਪਤਾ ਨਹੀਂ ਲੱਗਦਾ। ਹਾਂਜੀ ਹਾਂਜੀ ਹਾਂਜੀ, ਜਦੋਂ ਕਲਾਕਾਰ ਵਹਿਣ ਦੇ ਵਿੱਚ ਵਹਿ ਜਾਂਦਾ ਭਾਜੀ, ਫਿਰ ਪਤਾ ਨਹੀਂ ਲੱਗਦਾ ਕਿੱਥੇ ਚੜ੍ਹ ਜੇ ਤੇ ਕਿੱਥੇ ਉਤਰ ਜੇ। ਇਸ ਕਰਕੇ ਮੈਂ ਨਾ ਡਿਸਟਰਬੈਂਸ ਨਹੀਂ ਕ੍ਰੀਏਟ ਕਰਨਾ ਚਾਹੁੰਦਾ ਸੀ ਜਿਹੜੇ ਸਾਡੇ ਲੈਂਡਲਾਰਡ ਆ ਉਹਨਾਂ ਲਈ। ਤੇ ਦੂਜਾ ਕਾਰਨ, ਕਮਰੇ ਦੇ ਵਿੱਚ ਨਾ ਜਿਹੜੀ ਆਵਾਜ਼ ਆ ਉਹ ਗੂੰਜਦੀ ਆ, ਕਲੀਅਰ ਨਹੀਂ ਸੁਣਦੀ ਜਿਵੇਂ ਸੁਣਨੀ ਚਾਹੀਦੀ ਆ। ਇਹ ਦੋ ਕਾਰਨ ਨੂੰ ਮੈਂ ਧਿਆਨ ਵਿੱਚ ਰੱਖ ਕੇ ਕੋਸ਼ਿਸ਼ ਕੀਤੀ ਜੀ ਭਾਜੀ। ਹਾਂਜੀ, ਵੈਸੇ ਬਹੁਤ ਵਧੀਆ ਉਹ ਮੰਚ ਤੁਸੀਂ ਚੁਣਿਆ, ਬਹੁਤ ਵਧੀਆ ਵਾਤਾਵਰਨ ਹੈ ਪਿਛਲੇ ਪਾਸੇ, ਕਿਉਂਕਿ ਕਿਸਾਨੀ ਦੇ ਨਾਲ ਸੰਬੰਧਿਤ ਬੇਸਿਕਲੀ ਜਿਹੜੀ ਗੱਲਬਾਤ ਜਿਹੜੀ ਆ ਉਹ ਇਹਦੇ ਵਿੱਚ ਸੀ। ਬੜਾ ਸੈਂਟਰ ਦੇ ਵਿੱਚ ਬੇਰੁਜ਼ਗਾਰੀ ਦਾ ਮੁੱਦਾ ਸੀਗਾ, ਸ਼ੁਰੂਆਤ ਵੀ ਉੱਥੋਂ ਹੋਈ। ਔਰ ਅੱਜ ਦੇ ਨੌਜਵਾਨ ਦੀ ਜੋ ਤਰਾਸਦੀ ਹੈ, ਅੱਜ ਦੇ ਯੁਵਾਵਾਂ ਦੇ ਨਾਲ ਨਾਲ ਅੱਜ ਦੇ ਮਨੁੱਖ ਦੀ, ਕਿਸਾਨ ਦੀ, ਚਾਹੇ ਕੋਈ ਵੀ ਵਿਅਕਤੀ ਹੈ, ਉਹਦੀ ਜੋ ਤਰਾਸਦੀ ਹੈ, ਉਹਨਾਂ ਮਸਲਿਆਂ ਨੂੰ ਇਸ ਨਾਟਕ ਦੇ ਵਿੱਚ ਤੁਸੀਂ ਇਸ ਪੇਸ਼ਕਾਰੀ ਦੇ ਵਿੱਚ ਪੇਸ਼ ਕਰਨ ਦਾ ਬਹੁਤ ਖੂਬਸੂਰਤ ਉਪਰਾਲਾ ਕੀਤਾ। ਜਿਵੇਂ ਮੈਂ ਕੁਝ ਵਿਸ਼ੇ ਨਾਲ ਨਾਲ ਲਿਖ ਰਿਹਾ ਸੀ ਕਿ ਤੁਸੀਂ ਕਿਹੋ ਜਿਹੇ ਵਿਸ਼ੇ ਜਿਹੜੇ ਨੇ, ਕਿਹੜੇ ਕਿਹੜੇ ਵਿਸ਼ੇ ਚੁਣੇ। ਜਿਵੇਂ ਵੱਡੀ ਗੱਲ ਹੈ ਕਿ ਜਿਹੜਾ ਨਾ, ਜੇ ਮੈਨੂੰ ਸੋਲੋ ਨਾਟਕ ਦਾ ਨਾਮ ਦੇਵਾਂ ਤਾਂ ਮੈਨੂੰ ਲੱਗਦਾ ਬਹੁਤ ਠੀਕ ਰਹਾਂਗਾ। ਵੈਸੇ ਇਹ ਚਰਚਾ ਦਾ ਵਿਸ਼ਾ ਹੈ, ਛੱਡਿਆ ਜਾ ਸਕਦਾ ਖੁੱਲਾ ਤੁਹਾਡੇ ਦਰਸ਼ਕਾਂ ਦੇ ਉੱਤੇ, ਔਰ ਆਪਾਂ ਕਿਸੇ ਹੋਰ ਪਲੇਟਫਾਰਮ ਤੇ ਇਹਦੇ ਬਾਰੇ ਫਿਰ ਚਰਚਾ ਜ਼ਰੂਰ ਕਰਾਂਗੇ। ਪਰ ਜਿਹੜਾ ਇਹਦਾ ਨਾ ਬਿਰਤਾਂਤ ਸੁਣਾਉਣ ਦਾ ਜਿਹੜਾ ਤੁਹਾਡਾ ਸੀਗਾ, ਅਸੀਂ ਕਹਿ ਸਕਦੇ ਹਾਂ ਇੱਕ ਲਹਿਜ਼ਾ, ਢੰਗ, ਤਰੀਕਾ, ਉਹ ਬੜਾ ਕਮਾਲ ਦਾ ਸੀਗਾ, ਬਹੁਤ ਖੂਬਸੂਰਤ। ਮੈਂ ਬਹੁਤ ਪ੍ਰਭਾਵਿਤ ਹੋਇਆ, ਸਾਡੇ ਦਰਸ਼ਕ ਵੀ ਬੜੇ ਪ੍ਰਭਾਵਿਤ ਹੋਏ ਹੋਣਗੇ ਔਰ ਵਿੱਚ ਕਮੈਂਟਸ ਵੀ ਕੁਛ ਇਸ ਤਰ੍ਹਾਂ ਦੇ ਸੀਗੇ। ਔਰ ਜਿਵੇਂ ਕਿਸਾਨਾਂ ਦੀ ਦੁਰਦਸ਼ਾ, ਕਿਸਾਨੀ ਲੋਕਾਂ ਦੀਆਂ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਬੇਰੁਜ਼ਗਾਰ ਨੌਜਵਾਨਾਂ ਦੀ ਦੁਰਦਸ਼ਾ, ਔਰ ਵਾਅਦੇ ਲਾਰੇ ਕਰਕੇ ਸਾਡੇ ਲੀਡਰਾਂ ਦੇ ਦੁਆਰਾ ਉਹਨਾਂ ਦੀ ਜੋ ਦੁਰਦਸ਼ਾ ਜਿਹੜੀ ਉਹ ਹੁੰਦੀ ਆ, ਅਸੀਂ ਅਕਸਰ
ਫਿਲਮਾਂ ਦੇ ਵਿੱਚ ਵੀ ਵੇਖਦੇ ਹਾਂ, ਜਾਂ ਕਿਤੇ ਅਖਬਾਰਾਂ ਵਿੱਚ ਵੀ ਤੁਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਵੇਖਦੇ ਹੋ, ਜਾਂ ਫਿਰ ਕਿਤੇ ਲਾਈਵ ਵੀ ਜਿਹੜਾ ਸਾਨੂੰ, ਜਿਵੇਂ ਕਿ ਇਸ ਨਾਟਕ ਦੇ ਵਿੱਚ ਤੁਸੀਂ ਜਿਹੜਾ ਉਹ ਪੇਸ਼ ਕੀਤਾ। ਔਰ ਜਿਹੜੀ ਖੂਬਸੂਰਤ ਜਿਹੜੀ ਤੁਸੀਂ ਅਵਤਾਰ ਸਿੰਘ ਪਾਸ਼ ਹੋਣਾ ਦੀ ਕਵਿਤਾ ਸਭ ਤੋਂ ਖਤਰਨਾਕ, ਉਹਦੀਆਂ ਸਤਰਾਂ ਜਿਹੜੀਆਂ ਤੁਸੀਂ ਜਿਸ ਕੰਟੈਕਸਟ ਦੇ ਵਿੱਚ, ਜਿਸ ਸੰਦਰਭ ਦੇ ਵਿੱਚ ਜਿਹੜੀਆਂ ਉਹ ਲੈ ਕੇ ਆਉਂਦੀਆਂ ਨੇ, ਉਹ ਬਹੁਤ ਖੂਬਸੂਰਤ ਹੈ। ਹਾਂਜੀ, ਸੁਪਨੇ ਦੀ ਗੱਲ ਜਿਹੜੀ ਆ ਉਹ ਹੋਈ ਸੀ, ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਤੁਹਾਡਾ ਵੀ ਜ਼ਿੰਦਗੀ 'ਚ ਕੋਈ ਸੁਪਨਾ ਜਿਹੜਾ ਕੋਈ ਤੁਸੀਂ ਸਜਾਇਆ ਹੋਵੇਗਾ ਕਿ ਤੁਸੀਂ ਕਿੱਥੇ ਪਹੁੰਚੋਗੇ ਜਾਂ ਕੀ ਕੁਝ ਕਰਨਾ ਚਾਹੁੰਦੇ ਹੋ? ਕੁਝ ਆਪਣੇ ਸੁਪਨੇ ਬਾਰੇ ਵੀ ਗੱਲ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੀਏ। ਭਾਜੀ ਜ਼ਿੰਦਗੀ ਨਾ ਮਤਲਬ ਇੱਕ ਕਾਰਵਾਂ ਟੁੱਟਦੇ ਭੱਜਦੇ ਸੁਪਨਿਆਂ ਦੀ, ਸੁਪਨੇ ਟੁੱਟਦੇ ਨੇ, ਨਵੇਂ ਬਣਦੇ ਨੇ। ਤਾਂ ਮੈਨੂੰ ਐਂ ਲੱਗਦਾ ਕਿ ਜਿਹੜੇ ਸੁਪਨੇ ਟੁੱਟ ਜਾਂਦੇ ਨੇ ਉਹਨਾਂ ਦੀ ਗੱਲ ਛੱਡ ਦੇਣੀ ਚਾਹੀਦੀ ਹੈ ਤੇ ਨਵੇਂ ਸੁਪਨਿਆਂ ਦੀ, ਨਵੇਂ ਸੁਪਨੇ ਸੱਜਣੇ ਚਾਹੀਦੇ ਆ। ਇਸ ਕਰਕੇ ਟੁੱਟਦੇ ਹੋਏ ਸੁਪਨਿਆਂ ਦੀ ਆਪਾਂ ਜਿਹੜੀ ਗੱਲ ਆ ਉਹ ਇਸ ਮੰਚ ਤੇ ਨਹੀਂ ਕਰਾਂਗੇ ਤਾਂ ਕਿ ਕਿਸੇ ਨੂੰ ਨਿਰਾਸ਼ਾ ਨਾ ਹੋਵੇ। ਪਰ ਜਿਹੜੇ ਸੁਪਨੇ ਸਜਾਏ ਹੋਏ ਆ ਕਿ ਆਪਣੀ ਜਿਹੜੀ ਜ਼ਿੰਦਗੀ ਆ, ਕਿਉਂਕਿ ਮੇਰੀ ਜ਼ਿੰਦਗੀ ਮੈਂ ਸੋਚਦਾ ਸੀ ਕਿ ਕਦੇ ਇੰਟਰਵਿਊ ਦੇਵਾਂਗਾ ਜਦੋਂ ਮਤਲਬ 50-60 ਸਾਲ ਦੀ ਉਮਰ ਹੋ ਜੂਗੀ, ਉਦੋਂ ਸ਼ੇਅਰ ਕਰਾਂਗਾ। ਹਜੇ ਤਾਂ ਮੇਰੀ ਸ਼ੁਰੂਆਤ ਆ, ਹਜੇ ਤਾਂ ਮੈਂ ਕੁਛ ਵੀ ਨਹੀਂ ਕੀਤਾ, ਹਜੇ ਤਾਂ ਬਹੁਤ ਲੰਮੇ ਸੁਪਨੇ ਆ, ਬਹੁਤ ਕੁਛ ਕਰਨਾ। ਦੇਖੋ ਜੀ, ਮੈਂ ਵਿੱਚੇ ਰੋਕ ਰਿਹਾ ਬਲਜੀਤ ਜੀ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਅਸਲ ਮਨੁੱਖ ਹੈ ਨਾ, ਕਿ ਹਰ ਇੱਕ ਵਿਅਕਤੀ ਨੂੰ ਇਹ ਲੱਗਦਾ ਹੁੰਦਾ ਕਿ ਮੈਂ ਆਪਣੀ ਜ਼ਿੰਦਗੀ 'ਚ ਅਜੇ ਬਹੁਤ ਬਿਹਤਰ ਕਰਨਾ ਆ, ਔਰ ਇਹੋ ਜਿਹਾ ਸੁਪਨਾ ਵੀ ਹੋਣਾ ਚਾਹੀਦਾ, ਇਹੋ ਜਿਹੀ ਸੋਚ ਵੀ ਹੋਣੀ ਚਾਹੀਦੀ ਹੈ। ਕਿਉਂਕਿ ਜੇ ਅਸੀਂ ਇਹ ਮੰਨ ਕੇ ਬੈਠ ਜਾਈਏ ਕਿ ਮੈਂ ਬਹੁਤ ਕੁਛ ਜ਼ਿੰਦਗੀ 'ਚ ਕਰ ਲਿਆ ਤੇ ਮੈਂ ਸਭ ਤੋਂ ਵੱਡੀ ਪ੍ਰਾਪਤੀ ਕਰ ਲਈ ਹੈ, ਤੇ ਫਿਰ ਜ਼ਿੰਦਗੀ ਦੇ ਵਿੱਚ ਖੜੋਤ ਆ ਜਾਂਦੀ ਹੈ। ਤੁਹਾਡੀ ਸੋਚ ਨੂੰ ਬਹੁਤ ਬਹੁਤ ਸਲਾਮ ਹੈ ਜੀ ਸਾਡਾ। ਔਰ ਜਿਵੇਂ ਤੁਸੀਂ ਨੌਜਵਾਨ ਦੇ ਵਾਸਤੇ 3 ਰਸਤਿਆਂ ਦੀ ਗੱਲ ਜਿਹੜੀ ਆ ਉਹ ਕੀਤੀ ਸੀਗੀ, ਨੌਜਵਾਨਾਂ ਲਈ 3 ਰਸਤੇ ਨੇ: ਸਾਧ ਬਣਨਾ, ਆਪਣੇ ਮਾਮੇ ਵਾਲਾ ਰਸਤਾ; ਦੂਸਰਾ ਮਰ ਜਾਓ, ਸਲਫਾਸ ਦੀਆਂ ਗੋਲੀਆਂ ਖਾ ਕੇ, ਪਿਤਾ ਵਾਲਾ ਰਸਤਾ; ਤੇ ਤੀਸਰਾ ਜੋ ਦੋਸਤ ਨੇ ਜਾਂ ਕਿਸੇ ਲੜਕੇ ਨੇ, ਪਿੰਡ ਦੇ ਨੌਜਵਾਨ ਨੇ ਨਸ਼ੇ ਦੀ ਲੱਤ ਲਾਉਣ ਵਾਸਤੇ ਗੋਲੀਆਂ ਤੁਹਾਨੂੰ ਉਸ ਨੌਜਵਾਨ ਨੂੰ ਜਿਹੜੀਆਂ ਉਹ ਦਿੱਤੀਆਂ। ਤੇ ਚੌਥਾ ਰਸਤਾ ਜਿਹੜਾ ਹੈ ਉਹ ਇੱਕ ਬੁੱਧੀਜੀਵੀ ਦਾ ਔਰ ਇੱਕ ਸੰਘਰਸ਼ਸ਼ੀਲ ਨੌਜਵਾਨ ਦਾ ਜਿਹੜਾ ਉਹ ਰਸਤਾ ਜਿਹੜਾ ਉਹ ਚੁਣਨ ਦਾ ਜਿਹੜਾ ਤੁਸੀਂ ਹੋਕਾ ਦਿੱਤਾ ਆ, ਉਹਦੇ ਨਾਲ ਇਸ ਨਾਟਕ ਦੇ ਵਿੱਚ ਇੱਕ ਨਵੀਂ ਜਾਨ ਮੈਨੂੰ ਲੱਗਦਾ ਆਉਂਦੀ ਆ ਔਰ ਸਿਖਰ ਦੇ ਵੱਲ ਵੱਧਦਾ ਹੈ, ਕਿਉਂਕਿ ਸੰਘਰਸ਼ ਜ਼ਿੰਦਗੀ ਦਾ ਦੂਸਰਾ ਨਾਮ ਹੁੰਦਾ ਹੈ। ਔਰ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਸੰਘਰਸ਼ ਦੀ ਗੱਲ ਕਰਦਾ ਹਾਂ, ਔਰ ਅੱਜ ਕੱਲ੍ਹ ਤੁਸੀਂ ਕਿਸੇ ਕੰਪਨੀ ਦੇ ਵਿੱਚ ਕੰਮ ਕਰ ਰਹੇ ਹੋ, ਆਪਣੀਆਂ ਸੇਵਾਵਾਂ ਦੇ ਰਹੇ ਹੋ, ਔਰ ਨਾਲ ਨਾਲ ਥੀਏਟਰ ਨੂੰ ਵੀ ਜਿਹੜਾ ਉਹ ਸਮਾਂ ਦੇ ਰਹੇ ਹੋ, ਔਰ ਇਸ ਤਰ੍ਹਾਂ ਕਿਵੇਂ ਮੈਨੇਜ ਕਰਦੇ ਹੋ ਆਪਣੇ ਆਪ ਨੂੰ? ਥੀਏਟਰ ਵਿੱਚ ਵੀ ਟਾਈਮ ਦੇਣਾ ਔਰ ਜਿੱਥੇ ਜੌਬ ਕਰਦੇ ਹੋ, ਨੌਕਰੀ ਕਰਦੇ ਹੋ, ਉੱਥੇ ਵੀ ਸਮਾਂ ਦੇਣਾ ਇੰਨਾ ਆਸਾਨ ਨਹੀਂ ਹੁੰਦਾ। ਕਿਵੇਂ ਮੈਨੇਜ ਕਰਦੇ ਹੋ? ਸਾਡੇ ਦਰਸ਼ਕਾਂ ਨਾਲ ਕੋਈ ਗੱਲਬਾਤ ਸਾਂਝੀ ਕਰੋ। ਭਾਜੀ ਉਸ ਤੋਂ ਪਹਿਲਾਂ ਮੈਂ ਨਾਟਕ ਬਾਰੇ ਥੋੜੀ ਜਿਹੀ ਗੱਲ ਸ਼ੇਅਰ ਕਰਨੀ ਚਾਹੁੰਦਾ ਕਿ ਇਹਦੇ 'ਚ ਨਾ 2 ਸੀਨ ਆ ਜਿਹੜੇ ਉਹ ਮੈਂ ਇੰਪਰੋਵਾਈਜ਼ ਕੀਤੇ ਨੇ। ਇੱਕ ਤਾਂ ਨਸ਼ੇ ਵਾਲਾ, ਉਹ ਜੀ ਸਕ੍ਰਿਪਟ ਦੇ ਵਿੱਚ ਨਹੀਂ ਸੀ, ਉਹ ਇੰਪਰੋਵਾਈਜ਼ ਕੀਤਾ। ਤੇ ਅੱਜ ਕੱਲ੍ਹ ਨੌਜਵਾਨ ਇੱਧਰ ਵੀ ਜਾ ਰਹੇ ਨੇ। ਇੱਕ ਜਿਹੜੇ ਪਿਆਰ ਨੌਜਵਾਨਾਂ ਦੇ ਟੁੱਟ ਰਹੇ ਨੇ ਕਿਉਂਕਿ ਜੌਬ ਨਹੀਂ ਹੁੰਦੀ, ਇਸ ਕਰਕੇ ਨੌਜਵਾਨ ਬਹੁਤ ਸਾਰੇ ਪਿਆਰ ਆ ਜਿਹੜੇ ਸਿਰੇ ਨਹੀਂ ਚੜ੍ਹ ਪਾਉਂਦੇ। ਇਹ ਮੈਂ ਕੋਸ਼ਿਸ਼ ਕੀਤੀ ਸੀ, ਇਹ ਭਾਜੀ ਦੀ ਸਕ੍ਰਿਪਟ ਨਾਲ ਥੋੜ੍ਹੀ ਜਿਹੀ ਮੈਂ ਇੰਪਰੋਵਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ, ਤੇ ਪਤਾ ਨਹੀਂ ਮੈਂ ਕਿੰਨਾ ਕੁ ਸਫਲ ਹੋਇਆ। ਅਗਲੀ ਜਿਹੜੀ ਗੱਲ ਤੁਸੀਂ ਕੀਤੀ ਆ ਜੌਬ ਦੀ, ਤਾਂ ਭਾਜੀ ਜੇ ਬੰਦੇ ਦੇ ਅੰਦਰ ਜਜ਼ਬਾ ਹੋਵੇ ਕੁਛ ਕਰਨ ਦਾ ਤਾਂ ਸਭ ਕੁਛ ਰਾਹ ਹੱਲ ਨਿਕਲ ਹੀ ਜਾਂਦੇ ਆ। ਜਜ਼ਬਾ, ਤੁਹਾਡੀ ਡੈਡੀਕੇਸ਼ਨ ਉਹ ਸਟਰੋਂਗ ਹੋਣੀ ਚਾਹੀਦੀ ਆ। ਅਸੀਂ ਜਦੋਂ ਪਹਿਲਾਂ ਜੌਬ ਨਹੀਂ ਸੀ, ਮੈਂ ਪਹਿਲਾਂ 3 ਸਾਲ ਜਿਹੜੀ ਜੌਬ ਆ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਕੀਤੀ ਸੀ, ਉਹ ਵੀ ਕੰਟਰੈਕਟ ਬੇਸ ਤੇ ਸੀ। ਉਦੋਂ ਬਾਅਦ 1 ਸਾਲ ਮੈਂ ਪੂਰੀ ਤਰ੍ਹਾਂ ਰੰਗਮੰਚ ਕੀਤਾ। ਮੈਨੂੰ ਲੱਗਦਾ ਵੀ ਕੋਈ ਮੋਗੇ ਜ਼ਿਲ੍ਹੇ ਦਾ ਕੋਈ ਵੀ ਸਕੂਲ ਹੋਊਗਾ ਜਿਹੜਾ ਛੱਡਿਆ ਹੋਣਾ। ਅਸੀਂ ਸਕੂਲਾਂ 'ਚ ਨਾਟਕ ਕੀਤੇ, ਅਸੀਂ ਪਿੰਡਾਂ ਦੀਆਂ ਸੱਥਾਂ 'ਚ ਨਾਟਕ ਕੀਤੇ, ਅਸੀਂ ਪਾਰਕਾਂ 'ਚ ਨਾਟਕ ਕੀਤੇ, ਅਸੀਂ ਆਈਲੈਟਸ ਸੈਂਟਰਾਂ ਵਿੱਚ ਨਾਟਕ ਕੀਤੇ। ਤਾਂ ਉਦੋਂ ਬਾਅਦ ਜਦੋਂ ਮੈਂ ਫਿਰ ਦੁਬਾਰਾ ਜੌਬ ਜੁਆਇਨ ਕਰ ਲਈ, ਤੇ ਕਰਨੀ ਕਈ ਵਾਰ ਮਜਬੂਰੀਆਂ ਪੈ ਜਾਂਦੀਆਂ ਹੈਗੀਆਂ ਕਿ ਸਾਨੂੰ ਮਤਲਬ ਕੰਮ ਕਰਨਾ ਪੈਂਦਾ। ਹੋਰ ਰੰਗਮੰਚ ਕਈ ਵਾਰ ਨਹੀਂ ਲੋੜਾਂ ਪੂਰੀਆਂ ਕਰਦਾ। ਬਿਲਕੁਲ, ਇਹ ਤਰਾਸਦੀ ਆ, ਹਰ ਰੰਗਕਰ ਦੀ ਤਰਾਸਦੀ ਆ। ਉਦੋਂ ਜਿਹੜਾ ਮੈਨੇਜ ਸੀ ਟਾਈਮ, ਅਸੀਂ ਰਾਤ ਨੂੰ ਰਿਹਰਸਲਾਂ ਕਰਦੇ ਹੁੰਦੇ ਸੀ। ਰਾਤ ਨੂੰ 12-12 ਵਜੇ ਤੱਕ, 2-2 ਵਜੇ ਤੱਕ ਰਿਹਰਸਲਾਂ ਕਰਕੇ ਦਿਨੇ ਜੌਬ ਕਰਨੀ, ਰਾਤ ਨੂੰ ਫਿਰ ਰਿਹਰਸਲਾਂ ਕਰਨੀ। ਇਸ ਤਰ੍ਹਾਂ ਅਸੀਂ ਜਿਹੜਾ ਟਾਈਮ ਆ ਉਹ ਹੁਣ ਵੀ ਮੈਨੇਜ ਕਰਦੇ ਰਹੇ ਹਾਂ। ਕਰੋਨਾ ਕਾਲ ਤੋਂ ਪਹਿਲਾਂ ਦੀ ਜਿਹੜੀ ਮਤਲਬ ਟਾਈਮ ਪੀਰੀਅਡ ਦੀ ਮੈਂ ਗੱਲ ਕਰ ਰਿਹਾ। ਜੀ ਜੀ ਸਰ।
ਹਾਂ, ਮੈਨੂੰ ਲੱਗਦਾ ਕਿ ਗੱਲਾਂ ਬਾਤਾਂ ਜਿਹੜੀਆਂ ਨੇ ਤੁਹਾਡੇ ਨਾਲ ਹੋਰ ਕਰਨ ਨੂੰ ਬੜਾ ਦਿਲ ਕਰਦਾ। ਸਮਾਂ ਜਿਹੜਾ ਆ ਪਰ ਉਹ ਇਜਾਜ਼ਤ ਨਹੀਂ ਦਿੰਦਾ। ਸਾਡੇ ਨਾਲ ਦਰਸ਼ਕ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ ਔਰ ਕੁਛ ਹੋਰ ਸਵਾਲ ਨੇ, ਕੁਛ ਹੋਰ ਆਪਣੇ ਉਹਨਾਂ ਦੇ ਪ੍ਰਤੀ ਕਰਮ ਨੇ। ਤੁਹਾਨੂੰ ਬੜੀਆਂ ਮੁਬਾਰਕਾਂ ਨੇ ਸਾਰਿਆਂ ਦਰਸ਼ਕਾਂ ਵੱਲੋਂ। ਔਰ ਹਰਮੀਤ ਸਿੰਘ ਹੋਣੀ ਫਿਰ ਲਿਖਿਆ ਕਿ ਮੈਂ ਜਦੋਂ ਸੰਘਰਸ਼ ਦੀ ਗੱਲ ਤੁਹਾਡੇ ਨਾਲ ਅਸੀਂ ਕਰ ਰਹੇ ਹਾਂ ਕਿ ਸੰਘਰਸ਼ ਤਾਂ ਇਨਸਾਨ ਦੇ ਆਦਿ ਕਾਲ ਤੋਂ ਹੀ ਇਸੇ ਤਰ੍ਹਾਂ ਚੱਲਦਾ ਆ ਰਿਹਾ ਹੈ। ਚਲਾਕ ਲੀਡਰ ਹਰ ਸਮੇਂ ਸੱਤਾ ਹਾਸਲ ਕਰ ਹੀ ਲੈਂਦਾ ਹੈ। ਔਰ ਇਸੇ ਤਰ੍ਹਾਂ ਦੀਪੇਸ਼ ਸ਼ਰਮਾ ਹੋਣੀ ਇੱਕ ਸਾਈਨ ਹੀ ਜਿਹੜਾ ਆ ਉਹ ਦਿੱਤਾ ਆ। ਔਰ ਬੌਬੀ ਸਿੱਧੂ ਹੋਣੀ ਜ਼ਿੰਦਗੀ 'ਚ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ ਔਰ ਸੰਘਰਸ਼ ਹੀ ਜ਼ਿੰਦਗੀ ਹੈ। ਜੈ ਰੰਗਮੰਚ ਔਰ ਜ਼ਿੰਦਗੀ ਜ਼ਿੰਦਾਬਾਦ ਜਿਹੇ ਸਾਡੇ ਕੋਲ ਕਮੈਂਟਸ ਜਿਹੜੇ ਨੇ ਉਹ ਦਿੱਤੇ ਨੇ, ਹਮੇਸ਼ਾ ਮੋਟੀਵੇਟ ਕਰਦੇ ਨੇ। ਜ਼ਿੰਦਗੀ ਦੇ ਵਿੱਚ ਦੇਖੋ ਜੀਵਨ ਸਾਥੀ, ਮੈਂ ਫਿਰ ਇੱਕ ਸਵਾਲ ਮੈਂ ਪਿੱਛੇ ਕਰਨਾ ਚਾਹੁੰਦਾ ਸੀ ਪਰ ਉਹ ਰਹਿ ਗਿਆ। ਜੀਵਨ ਸਾਥੀ ਤੁਹਾਡਾ ਆਪਣਾ ਪਰਿਵਾਰ, ਤੁਹਾਡੀ ਫੈਮਿਲੀ ਦੇ ਬਾਰੇ ਜੇਕਰ ਗੱਲ ਕਰੀਏ, ਤੁਹਾਡੇ ਬੱਚੇ ਜਾਂ ਤੁਹਾਡੀ ਸ਼ਾਦੀ ਹੋ ਚੁੱਕੀ ਹੈ? ਵੈਸੇ ਮੈਂ ਸਵਾਲ ਇਹ ਕਰਨਾ ਚਾਹੁੰਦਾ ਸੀ। ਮੇਰੀ ਭਾਜੀ ਹੁਣੇ ਮੈਰਿਜ ਹੋਈ ਆ, ਲਾਕਡਾਊਨ ਦੇ ਵਿੱਚ ਹੀ ਮੈਰਿਜ ਹੋਈ ਆ, 3 ਮਹੀਨੇ ਹੋਏ ਨੇ। ਤੇ ਮੈਂ ਅੱਛਾ ਜੀ। ਖੁਸ਼ਕਿਸਮਤ ਆ, ਮੇਰੀ ਜਿਹੜੀ ਵਾਈਫ ਆ ਉਹ ਬਹੁਤ ਸਪੋਰਟਿਵ ਆ, ਮੈਨੂੰ ਮੇਰੇ ਕੰਮ ਨੂੰ ਬਹੁਤ ਸਪੋਰਟ ਕਰਦੀ ਆ। ਜੀ ਤੇ ਮੈਂ ਆਨਲਾਈਨ ਕਲਾਸਾਂ ਵੀ, ਫ੍ਰੀ ਆਨਲਾਈਨ ਕਲਾਸਾਂ ਵੀ ਸ਼ੁਰੂ ਕੀਤੀਆਂ। ਜਿਹੜੇ ਨਵੇਂ ਜੀ। ਬੱਚੇ ਆ ਤੇ ਉਹਨਾਂ ਨੂੰ ਮੈਂ ਟਾਸਕ ਦਿੰਦਾ ਹੁੰਦਾ, ਜੀ ਉਹਦੇ ਵਿੱਚ ਵਾਈਫ ਵੀ ਪਾਰਟੀਸਪੇਟ ਕਰਦੀ ਆ, ਵੱਧ ਚੜ੍ਹ ਕੇ ਉਹ ਵੀ ਜੀ ਟਾਸਕ ਪੂਰੇ ਕਰਦੀ ਆ। ਜੀ। ਹਾਂ, ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਇਸ ਖੇਤਰ ਨੂੰ ਜਦੋਂ ਟਾਈਮ ਦੇਣ ਦੀ ਗੱਲ ਆਉਂਦੀ ਹੈ, ਪਰਿਵਾਰ ਦੀ ਜਦੋਂ ਗੱਲ ਆਉਂਦੀ ਹੈ, ਕਿਉਂਕਿ ਤੁਹਾਡੀ ਫੈਮਿਲੀ ਵਿੱਚ ਤੁਹਾਡੀ ਸਿਸਟਰਸ ਹੋਏ ਜਾਂ ਤੁਹਾਡੇ ਫਾਦਰ ਸਾਹਿਬ ਹੋਏ, ਉਹਨਾਂ ਨੇ ਨਾਟਕ ਨੂੰ ਬੜਾ ਟਾਈਮ ਦਿੱਤਾ। ਔਰ ਜਦੋਂ ਫਿਰ ਆਪਣੀ ਅਗਲੀ ਲਾਈਫ ਦੀ ਗੱਲ ਆਉਂਦੀ ਹੈ ਤੇ ਫਿਰ ਤੁਹਾਡਾ ਜੀਵਨ ਸਾਥੀ ਜਿਹੜਾ ਆ ਉਹ ਕਿੰਨਾ ਕੁ ਜਿਹੜਾ ਤੁਹਾਨੂੰ ਸਹਿਯੋਗ ਕਰਦਾ। ਔਰ ਤੁਸੀਂ ਬੜੇ ਖੁਸ਼ਕਿਸਮਤ ਹੋ, ਮੈਨੂੰ ਲੱਗਦਾ ਕਿ ਤੁਹਾਡਾ ਜੀਵਨ ਸਾਥੀ ਜਾਂ ਤੁਹਾਡੀ ਜੀਵਨ ਸਾਥਣ ਹੈ, ਤੁਹਾਨੂੰ ਸਹਿਯੋਗ ਕਰ ਰਹੇ ਨੇ ਔਰ ਤੁਸੀਂ ਆਨਲਾਈਨ ਕਲਾਸਿਸ ਵੀ ਲਾ ਰਹੇ ਹੋ, ਤੁਸੀਂ ਆਨਲਾਈਨ ਵੀ ਬੱਚਿਆਂ ਨੂੰ ਜਿਹੜਾ ਉਹ ਮੋਟੀਵੇਟ ਕਰ ਰਹੇ ਹੋ। ਔਰ ਹਾਂਜੀ, ਇਸ ਤਰ੍ਹਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 21 ਜੂਨ ਤੋਂ ਸ਼ੁਰੂ ਹੋਇਆ ਇਹ ਸਫ਼ਰ ਜਿਹੜਾ ਹੈ ਆਪਣੇ ਸਿਖਰ ਵੱਲ ਵੱਧ ਰਿਹਾ। ਪਰਸੋਂ ਇੱਕ ਸਾਡਾ ਗੋਲਡਨ ਐਪੀਸੋਡ ਹੋਏਗਾ, 50ਵਾਂ ਐਪੀਸੋਡ। ਔਰ ਉਹਦੇ ਵਿੱਚ 3 ਨਾਟਕ ਜਿਹੜੇ ਨੇ ਉਹ ਤੁਸੀਂ ਵਿੱਚ ਪ੍ਰੋਮੋ ਵੀ ਵੇਖਿਆ ਹੋਵੇਗਾ। 3 ਨਾਟਕ ਜਿਹੜੇ ਨੇ ਉਹ ਰਿਲੀਜ਼ ਹੋਣੇ। ਹਰਜੀਤ ਸਿੰਘ ਸਾਡੇ ਸਤਿਕਾਰਯੋਗ ਡਾਇਰੈਕਟਰ ਪ੍ਰੋਡਿਊਸਰ ਨੇ, ਉਹਨਾਂ ਦੇ ਸਾਂਦਲ ਪਾਰ, ਅਗਨ ਪੰਖੇਰੂ ਤੇ ਰਸਾਲੂ 3 ਨਾਟਕ ਜਿਹੜੇ ਨੇ ਉਹ ਪੇਸ਼ ਹੋਣੇ ਨੇ। ਔਰ ਫਿਰ ਉਹਦੇ ਬਾਰੇ ਗੱਲਬਾਤ ਜਿਹੜੀ ਆ ਉਹ ਕਰਦੇ ਰਵਾਂਗੇ ਜਦ ਤੱਕ ਫਿਰ ਅਸੀਂ ਉਹ ਇੰਸਟਰਕਸ਼ਨ ਜਿਹੜੀ ਆ ਉਹ ਸੁਣ ਲਈਏ ਤੇ ਫਿਰ ਗੱਲਬਾਤ ਜਿਹੜੀ ਆ ਇਸੇ ਤਰ੍ਹਾਂ ਜਾਰੀ ਰੱਖਾਂਗੇ। ਜੀ, ਦਰਸ਼ਕਾਂ ਦੇ ਕੋਲੋਂ ਇੱਕ ਕੁਝ ਸਮਾਂ ਜਿਹੜਾ ਸਾਨੂੰ ਚਾਹੀਦਾ, ਕੁਝ ਇੰਸਟਰਕਸ਼ਨ ਜਿਹੜੀਆਂ ਨੇ ਉਹ ਸਾਨੂੰ ਆ ਰਹੀਆਂ ਨੇ। ਤੁਹਾਡੇ ਸਵਾਲ ਜਿਹੜੇ ਨੇ ਉਹ ਇਸੇ ਤਰ੍ਹਾਂ ਦਰਸ਼ਕਾਂ ਦੇ ਸਵਾਲ ਜਿਹੜੇ ਨੇ ਬਲਜੀਤ ਜੀ ਦੇ ਨਾਲ ਅਸੀਂ ਕਰਦੇ ਰਵਾਂਗੇ ਜੀ। ਜੀ 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 ਜੀ। ਆਮ ਤੌਰ ਤੇ ਦਰਸ਼ਕਾਂ ਦੇ ਮਨ ਦੇ ਵਿੱਚ ਬੜੇ ਸਵਾਲ ਹੁੰਦੇ ਨੇ, ਬੜੀਆਂ ਮੈਨੂੰ ਲੱਗਦਾ ਕਿ ਕੁਐਸਚਨਿੰਗ ਜਿਹੜੀ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਲੇਟਫਾਰਮ ਤੇ ਚੱਲਦੀ ਰਹਿੰਦੀ ਹੈ, ਗੱਲਬਾਤ ਹੁੰਦੀ ਰਹਿੰਦੀ ਹੈ। ਔਰ ਵੇਖਣ ਸੁਣਨ ਦੇ ਵਿੱਚ ਮੈਨੂੰ ਲੱਗਦਾ ਕਈ ਵਾਰ ਇਹ ਆਉਂਦਾ ਵੀ ਰਿਹਾ ਕਿ 20 ਮੰਚ ਦੇ ਉੱਪਰ ਪੇਸ਼ਕਾਰੀ ਕਰਨ ਵਾਸਤੇ ਬਹੁਤ ਅਪਰੋਚ ਚਾਹੀਦੀ ਹੈ, ਬਹੁਤ ਪਹੁੰਚ ਚਾਹੀਦੀ ਹੈ। ਔਰ ਜੇਕਰ ਉਹ ਪਹੁੰਚ ਹੋਵੇ ਤਾਂ ਹੀ ਉਹ ਕਲਾਕਾਰ ਜਿਹੜਾ ਹੈ ਉਹ 20 ਮੰਚ ਦੇ ਉੱਤੇ ਇਸ ਆਪਣੀ ਪੇਸ਼ੇ ਨਜ਼ਰ ਦੇ ਵਿੱਚ ਪੇਸ਼ਕਾਰੀ ਦੇ ਸਕਦਾ, ਜਾਂ ਫਿਰ ਆਪਣੀ ਕੋਈ ਗੱਲ ਜਿਹੜੀ ਆ ਉਹ ਕਹਿ ਸਕਦਾ, ਜਾਂ ਫਿਰ ਇਹਦਾ ਇੱਕ ਹਿੱਸਾ ਬਣ ਸਕਦਾ। ਕਿਉਂਕਿ ਤੁਸੀਂ ਜਾਣਦੇ ਹੋ ਕਿ ਬਲਜੀਤ ਮੋਗਾ ਜੀ ਸਾਡੇ ਅੱਜ ਦੇ ਜੋ ਪੇਸ਼ੇ ਨਜ਼ਰ ਦੇ ਵਿੱਚ ਕਲਾਕਾਰ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਉਹਨਾਂ ਨੇ ਖੁਦ ਵੀ ਦੱਸਿਆ ਕਿ ਉਹ ਬਹੁਤ ਜ਼ਿਆਦਾ ਆਪਣਾ ਅਨੁਭਵ ਨਹੀਂ ਮਹਿਸੂਸ ਕਰਦੇ, ਪਰ ਦੁਨੀਆ ਨੂੰ ਪਤਾ ਹੈ, ਅਸੀਂ ਉਹਨਾਂ ਦੀ ਪੇਸ਼ਕਾਰੀ ਵੀ ਵੇਖੀ ਹੈ, ਉਹਨਾਂ ਦਾ ਕਿੰਨਾ ਅਨੁਭਵ ਹੈ। ਤੁਸੀਂ ਬਲਜੀਤ ਮੋਗਾ ਜੀ ਦੇ ਕੋਲੋਂ ਇੱਕ ਸਵਾਲ ਜਿਹੜਾ ਹੈ ਉਹ ਅਸੀਂ ਦੁਹਰਾ ਸਕਦੇ ਹਾਂ, ਪੁੱਛ ਸਕਦੇ ਹਾਂ। ਮੈਂ ਪੁੱਛ ਸਕਦਾ ਕਿ
ਕੀ ਤੁਹਾਨੂੰ ਕੋਈ ਅਪਰੋਚ ਕਰਨੀ ਪਈ ਇਸ ਵੀ ਮੰਚ ਦੇ ਉੱਤੇ ਆਪਣੀ ਪੇਸ਼ਕਾਰੀ ਦੇਣ ਦੇ ਵਾਸਤੇ? ਕਿਉਂਕਿ ਤੁਸੀਂ ਤਾਂ ਨਵੇਂ ਕਲਾਕਾਰ ਹੋ, ਆਪਣੇ ਆਪ ਨੂੰ ਨਵਾਂ ਸਮਝਦੇ ਹੋ, ਕਿਉਂਕਿ ਕਲਾਕਾਰ ਜਿਹੜਾ ਉਹ ਕਦੀ ਨਵਾਂ ਵੈਸੇ ਹੁੰਦਾ ਨਹੀਂਗਾ, ਕਿਉਂਕਿ ਬਚਪਨ ਤੋਂ ਉਹਦੇ ਵਿੱਚ ਕੋਈ ਨਾ ਕੋਈ ਜਿਹੜੀ ਆ ਉਹ ਲਗਨ ਹੁੰਦੀ ਹੈ, ਕੋਈ ਨਾ ਕੋਈ ਚਿਣਗ ਹੁੰਦੀ ਹੈ। ਕੀ ਤੁਹਾਨੂੰ ਕੋਈ ਅਪਰੋਚ ਕਰਨੀ ਪਈ ਆ ਵੀ ਮੰਚ ਦੇ ਉੱਤੇ ਆਪਣੀ ਪੇਸ਼ਕਾਰੀ ਕਰਨ ਉਲਟਾ ਸਾਡੇ ਮੈਨੂੰ ਦਰਸ਼ਕਾਂ ਨਾ ਨੂੰ? ਗੁਰਵਿੰਦਰ ਭਾਜੀ ਨੇ ਮੋਟੀਵੇਟ ਕੀਤਾ। ਮੈਂ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇੰਨਾ ਕੰਮ ਕੀਤਾ, ਤੁਸੀਂ ਆਪਣੀ ਪਰਫਾਰਮੈਂਸ ਲੈ ਕੇ ਆਓ, ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਮੈਂ ਮਤਲਬ ਹਜੇ ਆਪਣਾ ਕੱਦ ਇੰਨਾ ਨਹੀਂ ਸਮਝਦਾ, ਤੇ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਕੋਈ ਗੱਲ ਨਹੀਂ। ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਭਾਜੀ ਮੈਂ ਹਜੇ ਕੁਛ ਇੰਟਰਵਿਊ ਦਿੱਤੀ ਨਹੀਂ, ਮੈਨੂੰ ਇੰਟਰਵਿਊ ਦੇਣ ਦਾ ਤਰੀਕਾ ਨਹੀਂ ਪਤਾ, ਤਾਂ ਮੈਨੂੰ ਉਹਨਾਂ ਨੇ ਪ੍ਰੇਰਿਤ ਕੀਤਾ ਕਿ ਹਰ ਕੰਮ ਅਸੀਂ, ਉਹਨਾਂ ਨੇ ਕਿਹਾ, ਐਗਜ਼ਾਮਪਲ ਦਿੱਤੀ ਕਿ ਪਿਆਰ ਵੀ ਬੰਦਾ ਪਹਿਲੀ ਵਾਰ ਹੀ ਕਰਦਾ, ਕਦੇ ਸ਼ੁਰੂਆਤ ਕਿਤੇ ਨਾ ਕਿਤੇ ਹੁੰਦੀ ਹੈ। ਤੁਸੀਂ ਆਓ ਮੰਚ ਤੇ ਆਪਣੀ ਪਰਫਾਰਮੈਂਸ ਪੇਸ਼ ਕਰੋ। ਤੇ ਮੈਨੂੰ ਨਹੀਂ ਪਤਾ ਕਿ ਅੱਜ ਦੀ ਪਰਫਾਰਮੈਂਸ ਕਿਵੇਂ ਰਹੀ ਆ, ਕਿਵੇਂ ਨਹੀਂ ਰਹੀ, ਉਹ ਮਤਲਬ ਦਰਸ਼ਕਾਂ ਨੇ ਦੱਸਿਆ। ਮੈਂ ਖੁਦ ਬਹੁਤ ਮੋਟੀਵੇਟ ਹੋਇਆ ਦਰਸ਼ਕਾਂ ਦੇ ਕਮੈਂਟਾਂ ਤੋਂ। ਤੇ ਐਂਡ ਤੇ ਮੈਂ ਫੇਰ ਧੰਨਵਾਦ ਕਰਦਾ ਗੁਰਵਿੰਦਰ ਭਾਜੀ ਦਾ, ਕਿ ਉਹਨਾਂ ਨੇ ਇੱਕ ਤਾਂ ਹੁੰਦਾ ਮੌਕਾ ਦੇਣਾ, ਇੱਕ ਹੁੰਦਾ ਵੀ ਬੰਦੇ ਨੂੰ ਮੋਟੀਵੇਟ ਕਰਨਾ ਵੀ ਯਾਰ ਤੂੰ ਆ, ਕੋਈ ਗੱਲ ਨਹੀਂ। ਥੈਂਕ ਯੂ ਭਾਜੀ, ਥੈਂਕ ਯੂ ਈਮਨ। ਬਲਜੀਤ ਜੀ, ਇੱਕ ਸਵਾਲ ਹੈ ਕਿ ਕੀ ਜਿਹੜੇ ਨਵੇਂ ਰੰਗ ਕਰਮੀ ਨੇ ਉਹਨਾਂ ਨੂੰ ਅੱਜ ਦੇ ਦੌਰ ਦੇ ਵਿੱਚ, ਕਿਉਂਕਿ COVID-19 ਦਾ ਦੌਰ ਹੈਗਾ ਜਿਹਦੇ ਕਰਕੇ ਇਹ ਵਰਚੁਅਲ ਜਿਹੜਾ ਮੰਚ ਜਿਹੜਾ ਉਹ ਬਣਾਉਣ ਦੀ ਲੋੜ ਪਈ ਹੈ, ਕੀ ਨਵੇਂ ਰੰਗ ਕਰਮੀਆਂ ਨੂੰ ਇਹ ਸੋਚ ਕੇ ਪਿੱਛੇ ਹਟ ਜਾਣਾ ਚਾਹੀਦਾ ਕਿ ਜਿਹੜੇ ਇਹ ਪਲੇਟਫਾਰਮ ਨੇ, ਚਾਹੇ ਇਹ ਬੋਹੇਮੀਅਨਸ ਦਾ ਵੀ ਮੰਚ ਹੈ, ਚਾਹੇ ਕੋਈ ਇਸ ਤਰ੍ਹਾਂ ਦਾ ਮੰਚ ਹੈ, ਖਾਸ ਤੌਰ ਤੇ ਆਪਾਂ ਇਸੇ ਕੰਟੈਕਸਟ ਵਿੱਚ ਗੱਲ ਕਰਾਂਗੇ ਕਿ ਉਹਨਾਂ ਨੂੰ ਇਸ ਪਲੇਟਫਾਰਮ ਦੇ ਉੱਪਰ ਜਿਹੜਾ ਉਹ ਮੌਕਾ ਨਹੀਂ ਮਿਲਣਾ, ਕਿ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਪਿੱਛੇ ਹਟ ਜਾਣਾ ਚਾਹੀਦਾ ਜਾਂ ਫਿਰ ਆਪਣਾ ਸੰਘਰਸ਼, ਆਪਣਾ ਸਫ਼ਰ ਜਾਰੀ ਕਰਨਾ ਚਾਹੀਦਾ? ਕਰਨਾ ਚਾਹੀਦਾ ਭਾਜੀ, ਅੱਗੇ ਆਉਣਾ ਚਾਹੀਦਾ। ਜੇ ਕੁਛ ਹੈ ਤੁਹਾਡੇ 'ਚ ਤਾਂ ਜ਼ਰੂਰ ਇੱਕ, ਜੇ ਤੁਹਾਨੂੰ ਪਲੇਟਫਾਰਮ ਪ੍ਰੋਵਾਈਡ ਹੋ ਰਿਹਾ ਤਾਂ ਤੁਹਾਨੂੰ ਜ਼ਰੂਰ ਆਪਣਾ ਟੈਲੈਂਟ ਆ ਜਿਹੜਾ, ਆਪਣੀ ਅੱਗ ਆ ਅੰਦਰਲੀ, ਉਹ ਜ਼ਰੂਰ ਦਿਖਾਉਣੀ ਚਾਹੀਦੀ ਹੈ ਦੁਨੀਆ ਨੂੰ। ਮਤਲਬ ਇਹ ਕਿ ਜਿਵੇਂ ਤੁਸੀਂ ਆਪਣੇ ਉਸ ਪੇਸ਼ਕਾਰੀ ਦੇ ਵਿੱਚ ਵੀ ਸੰਘਰਸ਼ ਦੀ ਗੱਲ ਕੀਤੀ ਸੀਗੀ, ਕੰਮ ਕਰਦੇ ਰਹਿਣ ਦੀ ਗੱਲ ਕੀਤੀ ਸੀਗੀ ਕਿ ਔਰ ਕਰਮ ਕਰਦੇ ਰਹਿਣਾ ਚਾਹੀਦਾ। ਜੇਕਰ ਰੰਗ ਕਰਮੀ ਹੈ ਤੇ ਰੰਗ ਕਰਮ ਜਿਹੜਾ ਹੈ ਉਹ ਕਰਦੇ ਰਹਿਣਾ ਚਾਹੀਦਾ। ਜੇਕਰ ਤੁਸੀਂ ਆਰਟਿਸਟ ਹੋ, ਜੇਕਰ ਤੁਸੀਂ ਡਾਇਰੈਕਟਰ ਹੋ, ਜੇਕਰ ਤੁਸੀਂ ਪ੍ਰੋਡਿਊਸਰ ਹੋ, ਤੇ ਤੁਹਾਨੂੰ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਔਰ ਕੰਮ ਕਰਦਿਆਂ ਮੰਜ਼ਿਲ ਤੇ ਅਸੀਂ ਜ਼ਰੂਰ ਪਹੁੰਚ ਜਾਂਦੇ ਹੁੰਦੇ ਹਾਂ। ਔਰ ਚਰਚਾ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ, ਸਾਡੇ ਅੱਜ ਦੇ ਵਿਸ਼ੇਸ਼ ਰੂਪ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਏ ਬਲਜੀਤ ਮੋਗਾ ਜੀ ਦੇ ਨਾਲ। ਬਲਜੀਤ ਜੀ, ਤੁਸੀਂ M.Tech ਕੀਤੀ ਹੈ ਆਪਣੇ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਦੇ ਖੇਤਰ ਦੇ ਵਿੱਚ, ਔਰ ਤੁਸੀਂ ਜੌਬ ਵੀ ਕਰ ਰਹੇ ਹੋ, ਕਿ ਇਸ ਟੈਕਨੋਲੋਜੀ ਦਾ ਜਿਹੜਾ ਯੋਗਦਾਨ ਹੈ ਇਸ COVID-19 ਦੇ ਦੌਰ ਦੇ ਵਿੱਚ, ਇਸ ਨਾਟਕ ਨੂੰ ਪੇਸ਼ ਕਰਨ ਦੇ ਵਿੱਚ, ਜਿਵੇਂ ਇਹ ਵੀ ਮੰਚ ਹੈ ਸਾਡੇ ਕੋਲ, ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਸਾਡੇ ਦਰਸ਼ਕਾਂ ਨੂੰ, ਸਾਡੇ ਕਲਾਕਾਰਾਂ ਨੂੰ ਕਿੰਨੀ ਕੁ ਕੋਈ ਮੋਟੀਵੇਸ਼ਨ ਮਿਲਦੀ ਹੈ ਕਿ ਇਹ ਉਪਰਾਲੇ ਜਿਹੜੇ ਅਸੀਂ ਕਰ ਰਹੇ ਹਾਂ ਵਰਚੁਅਲ ਮੰਚ ਰਾਹੀਂ, ਇਹਨਾਂ ਦੀ ਕਿੰਨੀ ਕੁ ਸਾਰਥਕਤਾ ਹੈ ਅੱਜ ਦੇ ਦੌਰ ਦੇ ਵਿੱਚ? ਬਹੁਤ ਸਾਰਥਕ ਉਪਰਾਲੇ ਆ ਭਾਜੀ। ਮੈਂ ਇੱਕ ਗੱਲ ਕਹੂੰਗਾ ਜਿਹੜੇ ਵੀ ਦੇਖਣ ਵਾਲੇ ਆ, ਕਿ ਜਦੋਂ ਸਮੁੰਦਰ ਦੇ ਵਿੱਚ ਤੂਫਾਨ ਆਇਆ ਹੁੰਦਾ ਤਾਂ ਜਿਹੜੇ ਸਿਆਣੇ ਜਿਹੜੇ ਮਛੁਆਰੇ ਹੁੰਦੇ ਆ, ਉਹ ਉਸ ਸਮੇਂ ਜਿਹੜਾ ਆਪਣਾ ਕਿਸ਼ਤੀ ਹੁੰਦੀ ਆ ਉਹਨੂੰ ਮਜ਼ਬੂਤ ਕਰਦੇ ਆ, ਆਪਣੇ ਜਾਲ ਨੂੰ ਮਜ਼ਬੂਤ ਕਰਦੇ ਆ। ਤੇ ਅੱਜ ਉਹੀ ਤੂਫਾਨ ਆਇਆ ਹੋਇਆ ਕਰੋਨਾ ਦਾ। ਤੇ ਸਾਨੂੰ ਵੀ ਮਤਲਬ ਜਿਹੜੇ ਪਲੇਟਫਾਰਮ ਆਨਲਾਈਨ ਮਿਲਦੇ ਆ ਉਹਨਾਂ ਤੇ ਪਰਫਾਰਮ ਕਰਨਾ ਚਾਹੀਦਾ। ਸਾਨੂੰ ਆਪਣੀ ਕਲਾ ਦੇ ਉੱਤੇ, ਆਪਣੀ ਵਾਇਸ ਦੇ ਉੱਤੇ, ਆਪਣੀ ਬਾਡੀ ਦੇ ਉੱਤੇ ਕੰਮ ਕਰਦੇ ਰਹਿਣਾ ਚਾਹੀਦਾ। ਤੇ ਮੈਂ ਬਹੁਤ ਵਧਾਈ ਦਿੰਦਾ ਵੀ ਮੰਚ ਦੀ ਸਾਰੀ ਟੀਮ ਨੂੰ, ਕਿ ਉਹਨਾਂ ਨੇ, ਕਈ ਵਾਰ ਇਸ ਤਰ੍ਹਾਂ ਹੁੰਦਾ ਭਾਜੀ ਕਿ ਅਸੀਂ ਨਾ ਮਤਲਬ ਕੋਈ ਪਰਫਾਰਮੈਂਸ ਤਿਆਰ ਕਰਦੇ ਹਾਂ, ਅਸੀਂ ਐਂ ਸੋਚਦੇ ਹਾਂ ਵੀ ਅਸੀਂ ਪਰਫਾਰਮੈਂਸ ਰੈਡੀ ਕਰ ਲਈਏ, ਕਰਾਂਗੇ ਕਿੱਥੇ? ਠੀਕ ਹੈ ਨਾ, ਕਰੋਨਾ ਕੀ ਪਤਾ ਕਦੋਂ ਤੱਕ ਚੱਲਣਾ, ਕਰਾਂਗੇ ਕਿੱਥੇ? ਤੇ ਬਹੁਤ ਵਧੀਆ ਇੱਕ ਮੰਚ ਮਿਲਿਆ ਹੋਇਆ, ਠੀਕ ਹੈ ਨਾ। ਜਿਹੜੇ ਵੀ ਦੋਸਤ ਆ, ਨਵੇਂ ਨੇ, ਪੁਰਾਣੇ ਨੇ, ਉਹ ਆਪਣੀਆਂ ਪਰਫਾਰਮੈਂਸ ਰੈਡੀ ਕਰੋ, ਮਿਹਨਤ ਕਰੋ, ਤੁਹਾਡੇ ਕੋਲੇ ਮੰਚ ਹੈ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਬਲਜੀਤ ਮੋਗਾ ਜੀ। ਜਾਰੀ ਰਹਿਣਾ ਚਾਹੀਦਾ। ਮੈਂ ਇਹ ਵੀ ਬੇਨਤੀ ਕਰਦਾ ਸਾਰੀ ਟੀਮ ਨੂੰ ਕਿ ਇਹ ਜਾਰੀ ਰਵੇ। ਤੇ ਮੈਂ ਜਿਹੜੇ ਵੀ ਦੇਖ ਰਹੇ ਆ ਕਲਾਕਾਰ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਵੀ ਵਧੀਆ ਵਧੀਆ ਪਰਫਾਰਮੈਂਸਾਂ ਤਿਆਰ ਕਰੋ ਤੇ ਮੰਚ ਤੇ ਲੈ ਕੇ ਆਓ। ਜੀ ਜੀ,
ਜੀ ਬਹੁਤ ਬਹੁਤ ਸ਼ੁਕਰੀਆ ਬਲਜੀਤ ਮੋਗਾ ਜੀ, ਤੁਸੀਂ ਆਪਣਾ ਕੀਮਤੀ ਸੁਝਾਅ ਵੀ ਦਿੱਤਾ, ਮੋਟੀਵੇਸ਼ਨ ਵੀ ਸਾਡੇ ਨਵੇਂ ਕਲਾਕਾਰਾਂ ਨੂੰ ਦਿੱਤੀ ਆ, ਔਰ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ਸ਼ੀਲ ਰਹਿਣ ਦਾ ਜੋ ਤੁਸੀਂ ਅਹਿਦ ਲਿਆ ਸੀ ਉਸ ਪੇਸ਼ਕਾਰੀ ਦੇ ਵਿੱਚ, ਔਰ ਉਹਨੂੰ ਆਪਣੇ ਜੀਵਨ ਤੇ ਵੀ ਜਿਹੜਾ ਹੈ ਉਹ ਇੰਪਲੀਮੈਂਟ ਕੀਤਾ। ਅੱਜ ਦੇ ਇਸ ਸਾਡੇ 20 ਮੰਚ ਦੇ ਉੱਤੇ ਪਹੁੰਚਣ ਵਾਸਤੇ, ਆਪਣੀ ਪੇਸ਼ ਨਜ਼ਰ ਦੇ ਵਿੱਚ ਪੇਸ਼ਕਾਰੀ ਦੇਣ ਵਾਸਤੇ, ਔਰ ਚਰਚਾ ਵਿੱਚ ਸ਼ਾਮਲ ਹੋ ਕੇ ਆਪਣੇ ਜੀਵਨ ਦੀਆਂ, ਆਪਣੇ ਨਾਟਕ ਦੇ ਖੇਤਰ ਦੀਆਂ ਔਰ ਆਪਣੀ ਉਸ ਪੇਸ਼ਕਾਰੀ ਸੰਬੰਧੀ ਵਿਚਾਰ ਚਰਚਾ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦਾ ਸਾਡਾ ਇਹ ਸੈਗਮੈਂਟ ਜਿਹੜਾ ਹੈ ਇੱਥੇ ਹੀ ਸਮਾਪਤ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਬਲਜੀਤ ਜੀ। ਥੈਂਕ ਯੂ ਸਾਰਿਆਂ ਨੂੰ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਬੋਹੇਮੀਅਨਸ ਦਾ 20 ਮੰਚ, ਔਰ ਇਹ 48ਵਾਂ ਐਪੀਸੋਡ ਤੁਸੀਂ ਵੇਖਿਆ, ਜਿਹਦੇ ਵਿੱਚ ਸੁਨਹਿਰੀ ਬੋਲ ਸੁਣੇ ਤੁਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਉਮੇਸ਼ ਕਾਂਤ ਜੀ ਦੇ, ਔਰ ਸਾਡੇ ਅੱਜ ਦੇ ਕਲਾਕਾਰ ਸਨ ਬਲਜੀਤ ਮੋਗਾ ਜੀ, ਜਿਨ੍ਹਾਂ ਦੀ ਤੁਸੀਂ ਪੇਸ਼ੇ ਨਜ਼ਰ ਦੇ ਵਿੱਚ ਪੇਸ਼ਕਾਰੀ ਵੀ ਵੇਖੀ। ਪਰਸੋਂ ਸਾਡਾ 50ਵਾਂ ਐਪੀਸੋਡ ਹੋਣਾ ਹੈ, ਕੱਲ 49ਵਾਂ ਹੈ। 50ਵੇਂ ਐਪੀਸੋਡ ਬਾਰੇ ਮੈਂ ਪਹਿਲਾਂ ਗੱਲ ਕਰਾਂਗਾ, ਕਿਉਂਕਿ ਪਰਸੋਂ ਨੂੰ ਸਾਡਾ ਗੋਲਡਨ ਐਪੀਸੋਡ ਹੋਵੇਗਾ, ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਹਰਜੀਤ ਸਿੰਘ ਜੀ ਡਾਇਰੈਕਟਰ ਪ੍ਰੋਡਿਊਸਰ ਨੇ, ਔਰ ਬਹੁਤ ਸਤਿਕਾਰਯੋਗ ਸਾਡੀ ਸ਼ਖਸੀਅਤ ਨੇ। ਉਹਨਾਂ ਨੇ 3 ਨਾਟਕ ਜਿਹੜੇ ਨੇ ਉਹ ਇਸ ਮੰਚ ਤੋਂ ਪੇਸ਼ ਕਰਨੇ ਨੇ, ਰਿਲੀਜ਼ ਕਰਨੇ ਨੇ, ਜਿਹੜੇ ਨੇ ਤੁਸੀਂ ਪ੍ਰੋਮੋ ਵੀ ਵੇਖਿਆ। ਸਾਂਦਨ ਬਾਰ ਹੈ, ਅਗਨ ਪੰਖੇਰੂ ਹੈ ਤੇ ਰਸਾਲੂ ਹੈ। ਔਰ ਇਹਨਾਂ ਐਪੀਸੋਡਸ ਦੇ ਵਿੱਚ ਤੁਸੀਂ ਵੱਖ-ਵੱਖ ਸ਼ਖਸੀਅਤਾਂ ਨੂੰ, ਵੱਖ-ਵੱਖ ਕਲਾਕਾਰਾਂ ਨੂੰ ਤੁਸੀਂ ਵੇਖਿਆ, ਸੁਣਿਆ, ਔਰ ਉਹਨਾਂ ਦੇ ਵਿਚਾਰ ਸੁਣੇ। ਕੱਲ ਹੋਵੇਗਾ 49ਵਾਂ ਐਪੀਸੋਡ, ਜਿਹਦੇ ਵਿੱਚ ਸਟਾਲਿਨਜੀਤ ਬਤੌਰ ਸੰਚਾਲਕ ਪੇਸ਼ ਹੋਣਗੇ, ਔਰ ਸਾਡੇ ਨਾਲ ਕਲਾਕਾਰ ਵੀ ਹੋਣਗੇ, ਜਿਨ੍ਹਾਂ ਦੀ ਪੇਸ਼ਕਾਰੀ ਤੁਸੀਂ ਜਗਵਿੰਦਰ ਜਾਇਆ ਜੀ ਹੋਣਗੇ ਕਲਾਕਾਰ, ਔਰ ਜਗਵਿੰਦਰ ਜੱਜ ਕੈਨੇਡਾ ਤੋਂ ਨੇ। ਉਹਨਾਂ ਦੇ ਤੁਸੀਂ ਪੇਸ਼ਕਾਰੀ ਵੇਖੋਗੇ ਪੇਸ਼ੇ ਨਜ਼ਰ ਦੇ ਵਿੱਚ, ਵਿਚਾਰ ਚਰਚਾ ਵੀ ਸੁਣੋਗੇ, ਔਰ ਇਕਬਾਲ ਮਾਨ ਉਹਨਾਂ ਦੇ ਤੁਸੀਂ ਸੁਨਹਿਰੀ ਬੋਲ ਸੁਣੋਗੇ, ਉਹਨਾਂ ਦੇ ਆਸ਼ੀਰਵਾਦੀ ਬੋਲਾਂ ਨੂੰ ਸੁਣੋਗੇ, ਉਹਨਾਂ ਦੇ ਅਨੁਭਵਾਂ ਨੂੰ ਸੁਣੋਗੇ, ਉਹਨਾਂ ਦੇ ਦੁਆਰਾ ਦਿੱਤੀਆਂ ਗਈਆਂ ਸੁਜੈਸ਼ਨਸ ਨੂੰ ਵੀ ਤੁਸੀਂ ਸੁਣੋਗੇ। ਔਰ ਬਹੁਤ ਬਹੁਤ ਸ਼ੁਕਰੀਆ। ਤਦ ਤੱਕ ਲਈ ਜੈ ਰੰਗਮੰਚ, ਜੈ ਰੱਬ ਰੱਖਾ। ਮੈਂ ਨਾਲ ਲਹੂ ਦੇ ਆਪਣੀ ਮਿੱਟੀ ਸਿੰਜੀ ਹੈ, ਤੇ ਉਸ ਮਿੱਟੀ ਚੋਂ ਗਦਰੀ ਬਣ ਕੇ ਜੰਮਿਆ ਹਾਂ। ਤੂੰ ਇਸ ਧਰਤੀ ਚੋਂ ਕੀਕਣ ਮੈਨੂੰ ਪੁੱਟੇਗਾ, ਮੈਂ ਧਰਤੀ ਅੰਬਰ ਸਭ ਕਾਸੇ ਵਿੱਚ ਧਸਿਆ ਹਾਂ। ਤੇਰੇ ਮੱਥੇ ਵਿੱਚ ਲਿਸ਼ਕਦੇ ਸੂਰਜ ਵਰਗੇ ਬੋਲ ਭਗਤ ਦੇ, ਹੁਣ ਮੈਂ ਇੱਕ ਬੰਬ ਹਾਂ, ਤੂੰ ਸਿੱਖ ਲੈ ਮੇਰੀ ਭਾਸ਼ਾ। ਜੁਗਨੂ ਮਾਰ ਕੇ ਜਗਦਾ ਰਹਾ, ਸੋਚਾਂ ਵਿੱਚ ਸੁਲਗਦੇ ਰਹੋ, ਕਿਸੇ ਕਰਿਸ਼ਮੇ ਨੂੰ ਨਾ ਉਡੀਕਾ, ਮੁੱਠੀ ਵੱਟ ਕੇ ਖੁਦ ਕੇ ਕਹੋ। ਮੈਂ ਭਗਤ ਸਿੰਘ, ਭਗਤ ਸਿੰਘ, ਮੈਂ ਭਗਤ ਸਿੰਘ, ਮੈਂ ਭਗਤ ਸਿੰਘ, ਭਗਤ ਸਿੰਘ, ਮੈਂ ਭਗਤ ਸਿੰਘ, ਮੈਂ ਭਗਤ ਸਿੰਘ, ਭਗਤ ਸਿੰਘ, ਮੈਂ ਭਗਤ ਸਿੰਘ, ਮੈਂ ਭਗਤ ਸਿੰਘ, ਭਗਤ ਸਿੰਘ, ਮੈਂ ਭਗਤ ਸਿੰਘ। ਜੁਗਨੂ ਮਾਰ ਕੇ ਜਗਦਾ ਰਹਾ, ਸੋਚਾਂ ਵਿੱਚ ਸੁਲਗਦੇ ਰਹੋ, ਕਿਸੇ ਕਰਿਸ਼ਮੇ ਨੂੰ ਨਾ ਉਡੀਕਾ, ਮੁੱਠੀ ਵੱਟ ਕੇ ਖੁਦ ਕੇ ਕਹੋ। ਮੈਂ ਭਗਤ ਸਿੰਘ, ਭਗਤ ਸਿੰਘ, ਮੈਂ ਭਗਤ ਸਿੰਘ, ਮੈਂ ਭਗਤ ਸਿੰਘ, ਭਗਤ ਸਿੰਘ, ਮੈਂ ਭਗਤ ਸਿੰਘ, ਮੈਂ ਭਗਤ ਸਿੰਘ, ਭਗਤ ਸਿੰਘ, ਮੈਂ ਭਗਤ ਸਿੰਘ।